KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:10 ਹੋਏ ਨੇ। 5 ਜੂਨ ਦਾ ਦਿਨ ਹੈ, ਵਰ੍ਹਾ 2020 ਦਾ, ਸ਼ੁੱਕਰਵਾਰ ਹੈ। 22 ਜੇਠ ਨਾਨਕੀ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ 'ਚ ਕੁਝ ਖਬਰਾਂ ਸੁਣਾਉਣਾ ਹੈ। ਖਬਰਾਂ ਤੋਂ ਬਾਅਦ ਫਿਰ 12 ਵਜੇ ਤੀਸਰੇ ਘੱਲੂਘਾਰੇ ਦੀ ਆਖਰੀ ਕੜੀ, 5ਵੀਂ ਕੜੀ ਤੁਹਾਡੇ ਸਨਮੁਖ ਹੋਵੇਗੀ। ਇਸ ਦੇ ਵਿੱਚ ਪਹਿਲੇ ਹਿੱਸੇ 'ਚ 12 ਵਜੇ ਸਰ ਹਰਿੰਦਰ ਸਿੰਘ ਸਿੱਖ ਰਿਸਰਚ ਇੰਸਟੀਚਿਊਟ ਤੋਂ ਟੈਕਸਸ, ਜਿਨ੍ਹਾਂ ਨੂੰ ਕਿਹਾ ਜਾਂਦਾ ਸਰ ਹਰਿੰਦਰ ਸਿੰਘ ਟੈਕਸਸ, ਉਹ ਸ਼ਾਮਲ ਹੋਣਗੇ। ਗੱਲਬਾਤ ਹੋਏਗੀ ਧਰਮ ਯੁੱਧ ਮੋਰਚੇ ਦੀ ਮਹੱਤਤਾ ਤੇ ਸਿੱਖਾਂ ਦੀ ਅਜੋਕੀ ਸਥਿਤੀ। ਇਹਦੇ ਤੇ ਉਹ ਸ਼ਾਮਲ ਹੋਣਗੇ। ਅੱਜ ਸਿੱਖ ਖੜੇ ਕਿੱਥੇ ਨੇ, ਜੇ ਸਮਾਂ ਬਚ ਗਿਆ ਕੁਛ ਮੈਂ ਇਹਦੇ ਵਿੱਚ ਆਪਣੇ ਵੱਲੋਂ 1978 ਦੀ ਖੂਨੀ ਵਿਸਾਖੀ ਨਰਕਧਾਰੀਆਂ ਦੀ ਸਾਡੇ ਘਰ ਦੇ ਵਿੱਚ ਆ ਕੇ ਕੀਤਾ ਜਿਹੜਾ ਹੱਲਾ ਹੈ, ਉੱਥੋਂ ਕੇ 1984 ਤੱਕ ਲੈ ਕੇ ਆਵਾਂਗਾ। ਆਖਰੀ ਘੰਟੇ 'ਚ ਮੇਰਾ ਪਿੰਡ ਦੇ ਖੇਤ ਦੇ ਵਿੱਚ ਘੱਲੂਘਾਰੇ ਦੀ ਯਾਦ ਤੁਹਾਡੇ ਮਨ ਦੇ ਵਿੱਚ ਕਿਵੇਂ ਉਕਰੀ ਹੈ। 84 ਦੇ ਵੇਲੇ ਤੁਸੀਂ ਕਿੱਥੇ ਸੋ ਪੰਜਾਬ ਦੇ ਵਿੱਚ, ਇਹ 84 ਨੇ ਕਿੰਨਾ ਕੁ ਕੀ ਫਰਕ ਪਾਇਆ। ਉਮਰ ਦਾ ਤਕਾਜ਼ਾ ਹੈ, ਜੇ 12-15 ਸਾਲਾਂ ਦੇ ਸੀ ਬਾਹਲਾ ਪਤਾ ਨਹੀਂ, ਪਰ ਘਰ ਦੇ ਵਿੱਚ ਇਹ ਖੂਨ ਹੈ ਜਿਹੜੇ ਘਰ ਦੇ ਵਿੱਚ ਪਰਿਵਾਰਾਂ ਦੇ ਵਿੱਚ ਇਹ ਚੀਜ਼ਾਂ ਵਿਚਰਦੀਆਂ ਸੀ, ਜਿਨ੍ਹਾਂ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਸਿੱਖੀ ਸੀ। ਉਸ ਘਰ ਦੇ ਵਿੱਚ ਚੁੱਲ੍ਹਾ ਨਹੀਂ ਬਲਿਆ। ਔਰ ਇਹ ਦੱਸ ਦੇਵਾਂ ਕਿ 95% ਪਿੰਡਾਂ ਦੇ ਵਿੱਚ ਸੰਗਤ ਜਿਹੜੀ ਸੀ, ਸ਼ਹਿਰੀ ਲੋਕਾਂ ਨੂੰ ਫਰਕ ਤਾਂ ਪਿਆ, ਪਰ ਉਹਨਾਂ ਨਹੀਂ ਫਰਕ ਪਿਆ। ਉਸ ਤਰ੍ਹਾਂ ਹੀ ਤਿਆਰੀਆਂ ਵਿਆਰੀਆਂ ਕਰਕੇ ਲਾ ਕੇ ਟਾਈਆਂ ਗਲ ਦੇ ਵਿੱਚ, ਕੋਈ ਸਕੂਟਰ ਤੇ ਚੜ੍ਹ ਕੇ SDO ਬਣ ਗਿਆ, ਕੋਈ JE ਬਣ ਗਿਆ, ਕੋਈ ਇੱਧਰ ਬਣ ਗਿਆ ਤੇ ਉੱਧਰ ਛਿੱਲ ਲਾਹੀ ਤੁਰੇ ਗਏ। ਲੋਕਾਂ ਨੂੰ ਫਰਕ ਨਹੀਂ ਹੈ। ਉਹਨਾਂ ਦੀਆਂ ਪੀੜ੍ਹੀਆਂ ਗਾਹਾਂ ਉਹਨਾਂ ਨੂੰ ਫਰਕ ਨਹੀਂ, ਕਿਉਂਕਿ ਸਰਕਾਰੀ ਇਸ ਮੋਰਚੇ ਦੇ ਵਿੱਚ ਵੀ ਦੋ ਧਿਰਾਂ ਸੀ। ਇੱਕ ਧਿਰ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜੋ ਖਾਲਸਾਈ ਵਿਚਿੱਤਰਤਾ ਤੇ ਖਾਲਸਾਈ ਅਣਖ ਨੂੰ ਤੇ ਖਾਲਸਾਈ ਜਾਹੋ ਜਲਾਲ ਨੂੰ ਤੇ ਖਾਲਸਾਈ ਕਦਰਾਂ ਕੀਮਤਾਂ ਨੂੰ ਪ੍ਰਣਾ ਕੇ ਚੱਲਦੇ ਸੀ। ਨਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ, ਨਾ ਮੁੱਖ ਮੰਤਰੀ, ਨਾ ਜਥੇਦਾਰ, ਕੁਝ ਵੀ ਨਹੀਂ ਸੀ ਬਣਨਾ। ਇੱਕ ਬੰਨੇ ਅਕਾਲੀ ਦਲ ਸੀ, ਜਿਹਦੇ ਵਿੱਚ ਸਰਮਾਏਦਾਰ ਰਜਵਾੜੇ ਪਰਿਵਾਰਾਂ ਦੇ ਜਿਹੜੇ ਬੰਦੇ ਸੀ, ਚਾਹੇ ਉਹ ਕਾਂਗਰਸ ਦੇ ਵਿੱਚ ਸੀ, ਚਾਹੇ ਉਹਨਾਂ ਦਾ ਮਤਲਬ ਇਹ ਸੀ ਵੀ ਸਰਕਾਰ ਸਾਨੂੰ ਸਰਕਾਰ ਦੇ ਦੇਵੇ ਤੇ ਅਸੀਂ ਸਿੱਧਿਆ ਕਰ ਦੇਣਾ। ਹਾਲਾਂਕਿ ਫੇਲ ਹੋ ਚੁੱਕੇ ਸੀ। ਅਕਾਲੀ ਦਲ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਸੀ 78 ਵੇਲੇ। ਜੇ ਦੇਖਿਆ ਜਾਵੇ ਤਾਂ ਜਾਂ ਨਰਕਧਾਰੀਆਂ ਭੱਜਿਆ ਤਾਂ ਬਾਦਲ ਉਹਨਾਂ ਦੀ ਸਰਕਾਰ ਸੀ। ਇਸ ਤੇ ਵੀ ਅੱਜ ਗੱਲਬਾਤ ਕਰਾਂਗੇ। ਜਿਹੜਾ ਨਜਲਾ ਕੌਮ ਝਾੜਦੀ ਹੈ, ਬਾਦਲ ਬਰਨਾਲਾ ਤੇ ਟੌੜਾ ਤਲਵੰਡੀ ਹੋਣੀ, ਸੁਖਜਿੰਦਰ ਸਿੰਘ ਹੋਣੀ, ਇਹਨਾਂ ਦਾ ਕੀ ਰੋਲ ਸੀ, ਇਹ ਮੀਟਿੰਗਾਂ ਕਿਵੇਂ ਕੀਤੀਆਂ, ਇਹਨਾਂ ਨੇ ਲੁਕਮੀਆਂ ਕੀਤੀਆਂ, ਇਹਦਾ ਮੈਂ ਪ੍ਰਪੇਖ ਇੱਕ ਤੁਹਾਡੇ ਮੁੱਖ ਕਰਾਂਗਾ। ਤੁਸੀਂ ਉਸ ਨੂੰ ਸਹੀ ਕਰਨਾ ਜੇ ਮੈਂ ਠੀਕ ਨਹੀਂ ਹੋਵਾਂਗਾ ਕਿ ਕੀ ਕਹਾਣੀ ਸੀ। ਅਸਲ ਛਾਤਰਤਾਈ ਤਾਂ ਡੈਣ ਦੀ ਸੀ ਜਿਹੜੀ ਖੇਲ ਰਹੀ ਸੀ। ਇੱਕ ਬੰਨੇ ਦਬਕੇ ਮਾਰਦੀ ਸੀ, ਇੱਕ ਬੰਨੇ ਮੀਟਿੰਗਾਂ ਕਰ ਰਹੀ ਸੀ ਆਪਣੇ ਚੇਲੇ ਚਪਟਿਆਂ ਦੇ ਨਾਲ, ਇੱਕ ਬੰਨੇ ਮਿਲਟਰੀ ਡਿਪਲੋਏ ਹੋ ਰਹੀ ਸੀ, ਇੱਕ ਬੰਨੇ ਕੱਢ ਕੇ ਦਾਗ ਜਿਹੜਾ ਲਾਇਆ ਜਾ ਰਿਹਾ ਸੀ ਅਕਾਲੀ ਦਲ ਦੇ ਇਹਨਾਂ ਲੀਡਰਾਂ ਤੇ। ਕੋਈ ਗੱਲ ਤਾਂ ਫਿਰ ਲੀਡਰਾਂ ਨਾਲੇ ਕਰਨੀ ਸੀ, 2 ਕਰੋੜ ਕੌਮ ਨਾਲ ਤਾਂ ਕਰਨੀ ਸੀ। ਜਿਨ੍ਹਾਂ ਦੇ ਲੀਡਰ ਸੀ, ਚਾਹੇ ਮਾੜੇ ਸੀ ਚੰਗੇ ਸੀ, ਲੋਕਾਂ ਦੇ ਚੁਣੇ ਹੋਏ ਲੀਡਰ ਨਾਲੇ ਉਹਨਾਂ ਨੇ ਗੱਲ ਕਰਨੀ ਸੀ। ਤੇ ਦੂਸਰੇ ਬੰਨੇ ਛਲਾਵੇ ਦੇ ਵਿੱਚ 27 ਮਈ ਨੂੰ ਜਦ ਗੱਲ ਟੁੱਟਦੀ ਹੈ ਤੇ ਆ ਕੇ ਜਿਹੜੀ ਤਿਕੜੀ ਹੈ, ਆ ਕੇ ਪ੍ਰਣਾਬ ਮੁਖਰਜੀ ਤੇ ਉਹਦੇ ਚੇਲੇ ਬਾਲ ਕੇ ਤੇ ਨਰਸਿਮਹਾ ਰਾਓ ਕਹਿੰਦਾ ਮੈਡਮ ਮੰਨਦੀ ਨਹੀਂ, ਕਿਉਂਕਿ ਉਧਰੋਂ ਅੰਦਰਲੇ ਬੰਨੇ ਅਰੁਣ ਨਹਿਰੂ, ਅਰੁਣ ਸਿੰਘ ਉਹਨਾਂ ਦੇ ਨਾਲ ਤੇ ਪੁੱਤ ਬੜੇ ਦੇ ਨਾਲ ਉਹ ਅੰਦਰੋਂ ਤਿਆਰੀ ਕਰ ਰਹੀ ਸੀ। ਵੈਦਿਆ ਨੂੰ ਉਹਨੇ ਜਨਵਰੀ 'ਚ ਕਹਿਤਾ ਸੀ ਕਿ ਤਿਆਰ ਹੋ ਜਾ, ਕਿਉਂਕਿ ਚਕਰਾਤੇ ਤੇ ਸਰਸਾਵਾਂ ਦੇ ਵਿੱਚ ਜਿੱਥੇ ਜਾ ਕੇ ਹੱਲਾ ਬੋਲਣਾ ਹੈ, ਉਹਦੀਆਂ ਬਿਲਡਿੰਗਾਂ, ਇਹ ਅਸੀਂ ਨਹੀਂ ਕਹਿ ਰਹੇ ਹੁਣ, ਇਹ ਤਾਂ ਸਰਕਾਰੀ ਦਸਤਾਵੇਜ਼ ਕਹਿ ਰਹੇ ਨੇ, ਸਰਕਾਰ ਦੇ ਲੋਕ ਕਹਿ ਰਹੇ ਨੇ। ਜਨਰਲ ਸਿਨਹਾ ਕਹਿ ਰਿਹਾ, ਲੈਫਟੀਨੈਂਟ ਜਨਰਲ, ਵੀ ਕੀ ਕਰ ਰਹੇ ਸਹਾਰਨਪੁਰ ਦੇ ਨੇੜੇ। ਸੋ ਇਸ ਤੇ ਅੱਜ ਮੈਂ ਗੱਲਬਾਤ ਕਰਾਂਗਾ। ਅਸਲ ਇਹਨਾਂ ਦਿਨਾਂ ਦੇ ਵਿੱਚ ਉਹ ਖਬਰਾਂ ਵਗੈਰਾ ਤੇ ਇੱਧਰ ਉੱਧਰ ਵਾਲੀਆਂ ਗੱਲਾਂ ਪਾਉਂਦੀਆਂ ਨਹੀਂ, ਇਸ ਤੇ ਹੀ ਗੱਲ ਕਰਨੀ ਵਧੀਆ ਲੱਗਦੀ ਹੈ। ਫਿਰ ਜੇ ਬੇਸਵਾਦੀ ਨਾਲ ਕਿਸੇ ਹੋਰ ਗੱਲ ਨੂੰ ਗੱਲ ਕਰੀਏ, ਸੋਮਵਾਰ ਤੋਂ ਸ਼ੁਰੂ ਹੋ ਜਾਣਾ, ਆਪਾਂ ਦੂਜੀਆਂ ਗੱਲਾਂ ਬਾਤਾਂ ਵੀ ਕਰਾਂਗੇ। ਅੱਜ ਧਰਮ ਯੁੱਧ ਮੋਰਚੇ ਦੀ ਆਖਰੀ ਕੜੀ ਦੇ ਤਹਿਤ ਆਪਾਂ ਗੱਲਬਾਤ ਕਰਾਂਗੇ। 18442471550 ਆਉਣੇ ਨੰਬਰ ਹੈ 184424715550। ਨਰਕਾਂ 'ਚ ਪਾਪਣ ਉੱਬੜ ਉੱਠਦੀ ਹੋਊ ਹਲੇ ਵੀ। KRPRadio.com ਤੇ ਸਿੱਧਾ ਪ੍ਰਸਾਰ ਚੱਲਦਾ, ਜਿੱਥੇ ਵੀ ਦਿਨ 'ਚ ਬੈਠੇ ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਹੈ। ਲੋਕ ਸੱਥ ਦੇ ਥੱਲੇ 604 440 6462 ਦਸਾਈ ਵੀ ਉੱਠਦਾ ਹੋਊ। ਸਾਰੇ ਇੱਕੋ ਹੀ ਚਿੱਟੇ ਬੱਟੇ ਨੇ, ਵਿੱਚੇ ਭਾਜਪਾਈ ਤੇ ਵਿੱਚੇ ਕਾਂਗਰਸੀਏ। ਇਹ ਛੱਡਣ ਵਾਲੇ ਨਹੀਂ ਹੈ।
ਇਹ ਜਦ ਇੱਕ ਨੂੰ ਬਰੀ ਕਰਦੇ ਜੀ ਕਾਂਗਰਸ ਸੀ, ਜਿੰਨਾ ਡਸਾਈ ਨੇ ਜ਼ੁਲਮ ਚੌਧਰੀ ਚਰਨ ਸਿੰਘ ਜਿੰਨਾ ਔਖਾ ਸੀ, ਤੇ ਅਡਵਾਨੀ ਤੇ ਭਾਜਪਾਈ ਅਡਵਾਨੀ ਫੜ ਕੇ ਹੁਣ ਕੰਧਾਂ ਤੁਰਦਾ। ਜਿਹੜਾ ਬੰਦਾ ਛਤਰੀ ਸਿਰ ਤੇ ਲੈ ਕੇ ਖੜਦਾ ਸੀ ਹੱਥ 'ਚ ਫੜ ਕੇ, ਮੋਦੀ ਅੱਜ ਪ੍ਰਧਾਨ ਮੰਤਰੀ ਬਣ ਗਿਆ, ਖੜੇ ਨੇ ਕੋਲ ਦੀ ਮੋਦੀ ਲੰਘ ਜਾਂਦਾ, ਅਡਵਾਨੀ ਨਾਲ ਹੱਥ ਨਹੀਂ ਮਿਲਾਉਂਦਾ। ਤੋ ਇਹੀ ਜਿਹੋ ਜਿਹਾ ਕਰਨਾ ਉਹ ਜਿਹਾ ਭਰਨਾ। krpradio.com ਤੇ ਸਿੱਧਾ ਪ੍ਰਸਾਰਣ ਤੇ 604 440 6462 ਦਫ਼ਤਰ ਦਾ ਨੰਬਰ ਹੈ info@krpradio.com। ਇੱਥੇ ਤੁਸੀਂ ਈਮੇਲ ਭੇਜਣੀ ਹੈ 604 729 1224 6047291224। WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ harjeet.g@krpradio.com। ਇਹ ਈਮੇਲ ਹੈ। ਫੇਸਬੁੱਕ ਤੇ ਤੁਸੀਂ ਨਾਲ ਰਹਿੰਦੇ ਹੋ। ਰੋਸ਼ਨੀਆਂ ਨੂੰ ਦਰਦ ਕੀ ਤੇ ਦਰਦਾਂ ਨੂੰ ਕੀ ਦੇਸ਼, ਫੌਜੀਆਂ ਨੇ ਕੀ ਘੇਰਨੇ ਜੋ ਧਰਤੀ ਕੇ ਦਰਵੇਸ਼। ਲਹੂ ਜੋ ਰੱਖਿਆ ਜੋੜ ਕੇ ਹੁਣ ਇਸ਼ਕ ਚ ਪਾਉ ਸੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਪੱਤਰੇ ਜਦੋਂ ਇਮਾਨ ਦੇ ਉਹਨੇ ਬਹਿ ਕੇ ਫੋਲੇ, ਤੇਗਾਂ ਲਿਸ਼ਕਣ ਲੱਗੀਆਂ ਉਹਦੇ ਕੇਸਾਂ ਓਲੇ। ਭੋਰਿਆਂ ਵਿੱਚ ਹੈ ਆਦ ਹੈ ਜੋ ਰਣ ਦੇ ਵਿੱਚ ਅਖੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਧੁੱਪ ਚ ਸ਼ਸਤਰਾਂ ਨੂੰ ਧੁੱਪ ਚ ਤਪਦੇ ਸ਼ਸਤਰਾਂ ਨੂੰ ਹਿੱਕ ਚ ਧਰ ਕੇ, ਸ਼ਬਦਾਂ ਦੇ ਪ੍ਰਤਾਪ ਨੂੰ ਜਿਹਨੇ ਸਿੱਖਿਆ ਮਰ ਕੇ। ਸਾਰਾ ਬ੍ਰਹਿਮੰਡ ਝੰਗ ਹੈ, ਧਰਤੀ ਹੈ ਜਿਹਦੀ ਹੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਸੰਗ ਜਿਹਦੇ ਨੇ ਚਾੜਤੀ ਇੱਕ ਨਵੀਂ ਨੁਹਾਰ, ਅੰਬਰਸਰ ਵਿੱਚ ਗੂੰਜਦੀ ਗੋਬਿੰਦ ਕੀ ਸਰਕਾਰ। ਮੁੱਠ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਨਿਤਰੇਪਣ ਦੀ ਗਲਕ ਸੀ ਨੰਗੀਆਂ ਅੱਖਾਂ ਕੋਲ, ਅੰਤਾਂ ਸੋਹਣੀ ਮੌਤ ਸੀ ਧਰਮ ਦੀ ਵੱਡੀ ਝੋਲ। ਧਰਮ ਸਿਖਾਵੇ ਟੇਕ ਨੂੰ ਟੇਕ ਧਰਾਵੇ ਧੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਕੀ ਡਰਪੋਕਾਂ ਡੱਕਣਾ, ਕੀ ਡਰਪੋਕਾਂ ਨੇ ਗੱਲ ਕਰਨੀ ਹੈ ਇਸ ਯੋਧੇ ਦੀ। ਕੀ ਡਰਪੋਕਾਂ ਡੱਕਣਾ ਚੜ੍ਹਦੀ ਕਲਾ ਦਾ ਬਾਜ, ਹਿੱਕ ਤੇ ਗੋਲੀਆਂ ਪਹਿਨ ਕੇ ਉਮਰਾਂ ਜੋੜਨ ਦਾਜ। ਕਿਸ ਮਿੱਟੀ ਦਾ ਖਾਲਸਾ ਕਿਸ ਪੱਤਣ ਦਾ ਨੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਮਿੱਟੀ ਨੇ ਪਹਿਚਾਨ ਲਏ ਉਹਦੇ ਮਾਸ ਦੇ ਟੁਕੜੇ, ਧੂੜਾਂ ਉੱਤੇ ਜੜ ਗਿਆ ਇਤਿਹਾਸ ਦੇ ਟੁਕੜੇ। ਨਿਉਆਂ ਵਿੱਚੋਂ ਬੋਲਿਆ ਕੋਈ ਸਾਈਂ ਮੀਆਂ ਮੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਰੋਸ਼ਨੀਆਂ ਨੂੰ ਦਰਦ ਕੀ ਤੇ ਦਰਦਾਂ ਨੂੰ ਕੀ ਦੇਸ਼, ਫੌਜੀਆਂ ਨੇ ਕੀ ਘੇਰਨੇ ਜੋ ਧਰਤੀ ਕੇ ਦਰਵੇਸ਼। ਲਹੂ ਜੋ ਰੱਖਿਆ ਜੋੜ ਕੇ ਹੁਣ ਇਸ਼ਕ ਚ ਪਾਉ ਸੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਹਰਮਨਜੀਤ ਲਿਖਦਾ 11:26 ਹੋਇਆ ਜੀ। ਸਾਰਿਆਂ ਦਾ ਧੰਨਵਾਦ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਤੁਸੀਂ ਇਹਨਾਂ ਘੱਲੂ ਘਰੇ ਦੀਆਂ ਕੜੀਆਂ ਜਿਹੜੀਆਂ ਆਪਾਂ ਰਲ ਕੇ ਸਾਰੇ ਇੱਕ ਦੂਜੇ ਨੂੰ ਦੱਸ ਕੇ ਰਹੇ। ਕੋਈ ਇਹਦੇ ਵਿੱਚ ਇਹ ਨਹੀਂ ਹੈ ਕਿ ਮੈਂ ਹੀ ਤੁਹਾਨੂੰ ਦੱਸ ਰਿਹਾ, ਤੁਸੀਂ ਵੀ ਨਾਲ ਸ਼ਾਮਲ ਹੋ ਕੇ ਬਹੁਤ ਗੱਲਾਂ ਦੱਸ ਰਹੇ ਹੋ ਕਿ ਤਾਂ ਇਸ ਤੇ ਅੱਜ ਕੁਝ ਪਹਿਲੇ ਹਿੱਸੇ ਦੇ ਵਿੱਚ ਤੁਹਾਨੂੰ ਖਬਰਾਂ ਸੁਣਾਉਣਾ ਜੀ। ਉਸ ਤੋਂ ਬਾਅਦ 12 ਵਜੇ ਹਰਿੰਦਰ ਸਿੰਘ ਟੈਕਸਸ ਸ਼ਾਮਲ ਹੋਣਗੇ। ਤਾਂ ਗੱਲਬਾਤ ਆਪਾਂ ਕਰਾਂਗੇ ਧਰਮਜਦ ਮੋਰਚੇ ਦੀ ਮਹੱਤਤਾ ਤੇ ਅੱਜ ਅਸੀਂ ਖੜੇ ਕਿੱਥੇ, ਘੱਲੂ ਘਾਰੇ ਕੀ ਹੁੰਦੇ ਨੇ ਤੇ ਘੱਲੂ ਘਾਰੇ ਕੌਮ 'ਚ ਕੀ ਕਰਦੇ। ਪਹਿਲਾਂ ਕੁਝ ਖਬਰਾਂ ਤੁਹਾਨੂੰ ਮੈਂ ਸੁਣਾਵਾਂ ਕਿ ਅਮਰੀਕਾ ਦੇ ਵਿੱਚ ਜਦ ਦੀ ਮਿਲਟਰੀ ਨੂੰ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਮਿਲਟਰੀ ਲਾ ਦੂੰਗਾ, ਤੇ ਉਸ ਤੇ ਜਿਹੜਾ ਚੀਫ ਆਫ ਸਟਾਫ ਹੈ ਉਸਨੇ ਜਿਹੜੀ ਕੰਸਟੀਟਿਊਸ਼ਨ ਦੀ ਗੱਲ ਕੀਤੀ ਹੈ ਕਿ ਜਨਰਲ ਮਾਰਕ ਮਿਲੇ ਹੈ ਚੇਅਰਮੈਨ ਆਫ ਜੁਆਇੰਟ ਚੀਫ, ਉਸਨੇ ਨਾਲ ਹੀ ਜਿਹੜੀ ਇਹ ਗੱਲ ਕਹੀ ਕਿ ਅਮਰੀਕਨ ਫੌਜ ਦੇ ਮੁਖੀ ਨੂੰ ਵੱਖ-ਵੱਖ ਫੌਜੀ ਅਧਿਕਾਰੀਆਂ ਨੂੰ ਜਿਹੜੀ ਉਹਨੇ ਚਿੱਠੀ ਭੇਜੀ ਕਿ ਫੌਜੀਓ ਤੁਸੀਂ ਸੰਵਿਧਾਨ ਦੀ ਰਾਖੀ ਦੀ ਸਹੁੰ ਖਾਧੀ ਹੈ, ਨਾ ਕਿ ਟਰੰਪ ਨੂੰ ਬਚਾਉਣ ਦੀ। ਤੇ
ਇਹ ਜਿਹੜਾ ਹੁਣ ਇਹ ਦੇਖੋ ਵੀ ਮਿਲਟਰੀ ਉਹ ਕਹਿੰਦਾ ਵੀ ਦੇਸ਼ ਦੀਆਂ ਸਰਹੱਦਾਂ ਜਿਹੜੀਆਂ ਉਹਨਾਂ ਨੂੰ ਬਚਾਉਣ ਲਈ ਹੈ ਅਸੀਂ ਜਿਹੜੇ ਯੂਨੀਫਾਰਮ 'ਚ ਅਸੀਂ ਕੰਸਟੀਟਿਊਸ਼ਨ ਬਚਾਉਣਾ। ਬਹੁਤ ਵਧੀਆ ਚਿੱਠੀ ਹੈ, ਉਹ ਅਨਕਲਾਸੀਫਾਈਡ ਹੈ, ਉਹ ਪੜ੍ਹਨ ਵਾਲੀ ਹੈ, ਛਪੀ ਹੈ ਸਾਰੇ। ਤੁਸੀਂ ਉਹਨੂੰ ਜੇ ਮਾਰਕ ਮਿਲੀ ਦੀ ਚਿੱਠੀ ਲਿਖੋਗੇ ਉਹ ਉਸਨੇ ਮੈਮੋਰੰਡਮ ਜਿਹੜਾ ਭੇਜਿਆ ਚੀਫ ਆਫ ਸਟਾਫ ਆਫ ਆਰਮੀ, ਕਮਾਂਡੈਂਟ ਆਫ ਦ ਮਰੀਨ ਕਾਰਪਸ ਤੇ ਚੀਫ ਆਫ ਨੈਵਲ ਆਪਰੇਸ਼ਨ, ਚੀਫ ਆਫ ਸਟਾਫ ਆਫ ਦ ਏਅਰ ਫੋਰਸ, ਚੀਫ ਆਫ ਦ ਨੈਸ਼ਨਲ ਗਾਰਡ ਬਿਊਰੋ, ਕਮਾਂਡੈਂਟ ਆਫ ਦ ਕੋਸਟ ਗਾਰਡ, Chief of the Space Operation, Commander of the Combatant Commands। ਉਹਦੇ ਵਿੱਚ ਮਾਰਕ ਮਿਲੀ ਨੇ ਸੈਕਟਰੀ ਆਫ ਡਿਫੈਂਸ ਨੂੰ ਸੀਸੀ ਕੀਤੀ ਹੈ, ਡਿਪਟੀ ਸੈਕਟਰੀ ਆਫ ਡਿਫੈਂਸ ਨੂੰ ਵਾਈਸ ਚੇਅਰਮੈਨ, ਜੁਆਇੰਟ ਚੀਫ ਆਫ ਸਟਾਫ, ਡਾਇਰੈਕਟਰ ਜੁਆਇੰਟ ਸਟਾਫ। ਉਹਦੇ ਵਿੱਚ ਉਸਨੇ ਕਲੀਅਰ ਕੀਤਾ ਕਿ ਅਸੀਂ ਜੁਆਇੰਟ ਫੋਰਸਿਸ ਜਿਹੜੀਆਂ ਨੇ ਉਹ 'ਚ ਰੇਸ, ਕਲਰ ਤੇ ਹੋਰ ਇਹ ਸਾਡਾ ਨਹੀਂ ਹੈ, ਇਹ ਸਾਡਾ ਕੰਸਟੀਟਿਊਸ਼ਨ ਆ, ਸਾਰੇ ਅਸੀਂ ਰਲ ਕੇ ਤੇ ਨੈਸ਼ਨਲ ਗਾਰਡ ਆ ਜਿਹੜਾ ਉਹ ਆਪਰੇਟ ਕਰ ਰਿਹਾ ਸਟੇਟ ਦੀ ਅਥਾਰਟੀ ਦੇ ਥੱਲੇ, ਗਵਰਨਰ ਦੀ ਅਥਾਰਟੀ ਥੱਲੇ, ਤੇ ਕਿ ਪ੍ਰੋਪਰਟੀ ਤੇ ਪੀਸ ਤੇ ਪਬਲਿਕ ਸੇਫਟੀ ਇਹਦੇ 'ਚ ਹੋਵੇ, ਕਿਸੇ ਨੂੰ ਦੱਬਣ ਲਈ ਨਹੀਂ ਹੈ। ਅਸੀਂ ਕੰਸਟੀਟਿਊਸ਼ਨ ਦੀ ਰਾਖੀ ਲਈ ਹੈ, ਨਾ ਕਿ ਅਸੀਂ ਟਰੰਪ ਦੀ ਰੱਖ ਲਏ ਆ। ਇਹ ਆ ਸਵਾਦ, ਇਹਨੂੰ ਕਹਿੰਦੇ ਨੇ ਆਜ਼ਾਦ ਦੇਸ਼ਾਂ ਦੀ ਜਿਹੜੀ ਆਜ਼ਾਦ ਫਿਤਰਤ ਹੈ ਉਹ ਇਸ ਤਰ੍ਹਾਂ ਹੁੰਦੀ। ਤੇ ਇੱਕ ਬੰਨੇ ਭਾਰਤ ਦੀ ਫੌਜ ਨੇ ਅੱਜ ਦੀ ਰਾਤ ਹੈ ਉੱਥੇ, ਅੱਜ ਕਹਿਰ ਦਾ ਹਮਲਾ ਹੈ, ਹੁਣ ਰਾਤ ਦੇ 12 ਵਜੇ ਨੇ, ਵਿਜੇਤਾ ਟੈਂਕ ਜਿਹੜੇ ਨੇ ਤਿਆਰੀ 26 ਮਦਰਾਸ ਦੇ ਰਾਹੀਂ ਵੱਢ ਰਹੇ ਨੇ, ਕਹਿੰਦੇ ਬਾਹਾਂ ਖੜੀਆਂ ਹੋ ਗਈਆਂ ਵੀ ਸਾਡਾ ਕੁਛ ਨਹੀਂ, ਹੁਣ ਲਿਆਓ, ਦਿਨ ਚੜ੍ਹਦੇ ਤੋਂ ਪਹਿਲਾਂ ਜੇ ਨਾ ਕਰ ਹੋਏ ਤੇ ਘੰਟੇ 48 ਤੇ ਸ਼ੁਰੂ ਜੇ ਕਰੀਏ ਤਾਂ 1 ਤਰੀਕ ਤੋਂ ਹੀ ਹੋ ਗਏ ਸੀ 120 ਉਹ ਘੰਟੇ ਮੈਂ ਤੁਹਾਨੂੰ ਲਾਉਣਾ। ਤੇ ਉਹਦੇ 'ਚ 4 ਜਿਹੜੇ ਸਿੱਖ ਜਰਨੈਲ ਲਾਏ ਗਏ, ਰੰਧਾਵਾ, ਦਿਆਲ ਹੈ ਤੇ ਉਸ ਤੋਂ ਬਾਅਦ ਪਟਰਾਣੀ ਦੇ ਰੱਥ ਦਾ ਘੋੜਿਆਂ ਤੇ ਜਿਹੜੇ ਚਾਬਕ ਮਾਰਦਾ ਕੁਲਦੀਪ ਬਰਾੜ ਹੈ, ਤੇ ਜਿਹੜਾ ਕਹਿੰਦਾ ਵੀ ਗਏ ਤੇ ਆਏ। ਉਸ ਉੱਥੇ ਹੀ ਲੈਫਟੀਨੈਂਟ ਜਨਰਲ ਸਿਨਹਾ ਨੇ ਜਿਨ੍ਹਾਂ ਨੇ ਜਵਾਬ ਦਿੱਤਾ, ਜੰਬਾਲ ਨੇ, ਉਸ ਤੋਂ ਬਾਅਦ DGP BSF ਦੇ ਸਰਦਾਰ ਪੰਧੇਰ ਨੇ, ਤੇ ਕੌਮ ਗੁਰਦੇਵ ਸਿੰਘ ਬਰਾੜ ਉਹਨਾਂ ਨੂੰ DC ਨੂੰ ਯਾਦ ਰਹੂ, ਤੇ ਉੱਥੇ ਰਮੇਸ਼ ਅੰਦਰ ਨੂੰ ਵੀ ਯਾਦ ਰੱਖੋ, ਬਾਦਲ ਦੇ ਸਾਲੇ ਨੂੰ, ਸੁਰਿੰਦਰ ਕੌਰ ਦੇ ਮਾਮੇ ਦੇ ਪੁੱਤ ਨੂੰ, ਤੇ ਜਿਹੜਾ ਭੱਜ ਕੇ ਆਇਆ ਬਿਹਾਰ ਤੋਂ ਛੇਤੀ, ਕਹਿੰਦਾ ਮੈਨੂੰ DC ਲਾਓ, ਲੀਡਰ ਬਦਲੋ ਮੇਰਾ ਤੇ ਮੈਂ ਚੱਲਦਾ ਨਾਲ ਤੁਹਾਡੇ। ਸੋ ਇਹ ਜਿਹੜੀ ਇਹਨਾਂ ਦੇਸ਼ਾਂ ਦੀ ਜਿਹੜੀ ਸਭ ਤੋਂ ਵੱਡੀ ਕੜੀ ਹੈ, ਤਾਂ ਹੀ ਇਹਨਾਂ ਦੇਸ਼ਾਂ 'ਚ ਬੈਠੇ ਆ। ਪਰ ਇੱਥੇ ਸਾਨੂੰ ਜਿਹੜੀ ਖੁੱਲ੍ਹ ਬੋਲਣ ਦੀ ਆਜ਼ਾਦੀ ਹੈ ਉਸ ਨੂੰ ਪਲੀਜ਼ ਉਹਦੀਆਂ ਕਦਰਾਂ ਕੀਮਤਾਂ ਨੂੰ ਖੋਰ ਨਾ ਲੱਗੇ। ਉਹ ਅਸੀਂ ਹਰ ਜਗ੍ਹਾ ਹੀ ਬੋਲਣਾ। ਜੇ ਅਸੀਂ ਅੱਜ ਆਪਣੀ ਗੱਲ ਕਰ ਰਹੇ ਹਾਂ, ਕਿਸੇ ਵੀ ਨਸਲ, ਕਿਸੇ ਵੀ ਧਰਮ ਤੇ ਕੋਈ ਹਮਲਾ ਕਰਦਾ ਉਹਦੇ ਲਈ ਅਸੀਂ ਖੜਨਾ ਹੈ। ਭਾਰਤ 'ਚ ਮੁਸਲਮਾਨਾਂ ਤੇ ਧੱਕਾ ਹੁੰਦਾ ਤਾਂ ਵੀ ਖੜਨਾ ਹੈ। ਭਾਰਤ 'ਚ ਕਿਸੇ ਸ਼੍ਰੇਣੀ, ਕਿਸੇ ਹਿੰਦੂ ਤੇ ਧੱਕਾ ਕਰਦੀ ਹੈ ਸਰਕਾਰ ਜਾਂ ਦਲਿਤ ਤੇ ਕਰਦੀ ਹੈ, ਅਸੀਂ ਇਸ ਤਰ੍ਹਾਂ ਹੀ ਖੜਨਾ ਜਿਵੇਂ ਆਪਣੀ ਗੱਲ ਕਰ ਰਹੇ ਹਾਂ। ਇਹ ਨਹੀਂ ਹੈ ਵੀ ਜਿਹੜਾ ਖੁੱਲ੍ਹਾ ਬੋਲਣ ਦਾ ਤੇ ਅਸੀਂ ਆਪਣੀ ਗੱਲ ਬੋਲਣੀ ਹੈ ਤੇ ਬਈ ਬਾਕੀ ਜਿਹੜੇ ਅਸੀਂ ਲੋਕਾਂ ਨੇ ਦੀ ਗੱਲ ਨਹੀਂ ਕਰਨੀ। ਕੈਨੇਡਾ ਦੇ ਵਿੱਚ ਵੀ ਜਿਹੜਾ ਇਹ ਪ੍ਰੋਟੈਸਟ ਆ, ਜਿਹੜਾ ਪਲਾਨ ਕੀਤਾ ਗਿਆ, ਇਹ ਵੀਕਐਂਡ ਤੇ ਵੱਡੇ ਮੈਨੂੰ ਲੱਗਦਾ ਮਾਰਚ ਹੋਣਗੇ, ਕਿਉਂਕਿ ਐਡਮਿੰਟਨ ਦੀ ਵੀ ਖਬਰ ਨਿਕਲ ਆਈ ਜਿੱਥੇ ਉੱਥੇ ਤਾਂ 18 ਸੈਕਿੰਡ ਧੌਣ ਤੇ ਉਹਨੇ ਗੋਡਾ ਰੱਖਿਆ ਸੀ। ਇਹਦੇ 8.5 ਮਿੰਟ ਪੂਰਾ ਜਦ ਤੱਕ ਉਹ ਮਰ ਨਹੀਂ ਗਿਆ ਰੋਂਦਾ ਰਿਹਾ, ਉਹ ਮੈਨੂੰ ਸਾਹ ਨਹੀਂ ਆਉਂਦਾ। ਕਿਹੋ ਜਿਹੇ ਹਾਲਾਤ ਹੋਣਗੇ। ਤਾਂ ਹੀ ਜਿਹੜੀ ਨਾ ਕਿਤੇ ਅਮਰੀਕਨ ਸੈਕੰਡ ਅਮੈਂਡਮੈਂਟ ਦੇ ਵਿੱਚ, ਕੰਸਟੀਟਿਊਸ਼ਨ ਦੀ ਅਮੈਂਡਮੈਂਟ ਦੇ ਵਿੱਚ ਹਥਿਆਰਾਂ ਦੀ ਤੇ ਫਰੀਡਮ ਦੀ ਗੱਲ ਹੁੰਦੀ ਰਹੀ। ਚਾਹੇ ਉਹ ਗਲਤ ਹੁੰਦਾ, ਚਾਹੇ ਉਹ ਠੀਕ ਹੁੰਦਾ। ਜੇ ਕੋਈ ਪਰਿਵਾਰ ਦਾ ਜੀ ਕੋਈ ਨੇੜੇ ਹਥਿਆਰ ਹੁੰਦੇ ਤਾਂ ਉਹਨਾਂ ਸਿਪਾਹੀਆਂ ਦਾ, ਉਹਨਾਂ ਪੁਲਿਸ ਅਫੀਸਰ ਦਾ ਕੀ ਬਣਨਾ ਸੀ ਤੁਸੀਂ ਸੋਚ ਸਕਦੇ ਹੋ। ਕਿਉਂਕਿ ਜਦ ਤੁਹਾਡਾ ਆਪਣਾ ਰਿਸ਼ਤਾ ਤੜਫਦਾ
खून वाला मारदा, माड़ा चंगा तो फिर बाद च लोग वेखदे। ਇਹਦੇ ਲਈ ਉਹ ਕਿਤੇ ਨਾ ਕਿਤੇ ਗੱਲ ਹਥਿਆਰਾਂ ਦੀ ਤੇ ਫਰੀडम ਦੀ ਚਲਦੀ ਆਉਂਦੀ। ਸ਼ਸਤਰਨ ਕੇ ਅਧੀਨ ਹੈ ਰਾਜ ਦੀ ਗੱਲ। ਇਹ ਜਦ ਸ਼ਸਤਰ ਤੀਰ ਪੂਰੇ ਹੋ ਜਾਂਦੇ ਨੇ, ਮਤਲਬ ਕੰਪਲੀਸ਼ਨ ਹੋ ਜਾਂਦੀ ਹੈ, ਜਦ ਤੱਕ ਬੰਦਾ ਜਿਉਂਦਾ ਹੈ। ਕਹਿੰਦੇ ਸਾਡੇ ਜਦ ਰਾਜ ਗਿਆ, ਸ਼ਾਮ ਸਿੰਘ ਅਟਾਰੀ ਸ਼ਹੀਦ ਹੋਏ ਨੇ, 2.5 ਘੰਟੇ ਟਕੋਰ ਹੱਥ ਦੀ ਗਰਮ ਪਾਣੀ ਨਾਲ ਹੋਈ ਆ, ਤਾਂ ਮੁੱਠੇ ਚੋਂ ਯੋਧੇ ਦਾ ਹੱਥ ਨਿਕਲਿਆ ਸੀ। ਇਹ ਤਵਾਰੀਖਾਂ ਹੈ। ਇਹ ਚੰਗੀਆਂ ਉਹਨਾਂ ਨੂੰ ਲੱਗਣਗੀਆਂ ਜਿਹੜੇ ਆਪਣੇ ਧਰਮ ਨੂੰ ਪਿਆਰ ਕਰਨਗੇ। ਬਾਕੀ ਸ਼ਰਗਮਾਂ ਤੋਂ ਗੋਂਗਲੂਆਂ ਤੋਂ ਮਿੱਟੀ ਮੁੱਟੀ ਦਾ ਝਾੜਨਗੇ, ਪਰ ਕਿਤੇ ਨਾ ਕਿਤੇ ਅੰਦਰ ਔਖਿਆਈ ਬਹੁਤ ਹੁਆ ਦਿਨਾਂ 'ਚ। ਜਿਹੜੇ ਸੰਤ ਦਾ ਨਾਂ ਸੁਣਨ ਲਈ ਕਹਿੰਦੇ ਨੇ ਕੰਨ 'ਚ ਮੈਂ ਰੂਆਂ ਦੇ ਲੂੰ, ਤੁਸੀਂ ਢਾਡੀ ਲਾ ਲਿਓ, ਉਹਨਾਂ ਨੂੰ ਅੱਜ ਜਦ ਗੱਲ ਕਰਨੀ ਪੈਂਦੀ ਆ ਔਖਾ ਬਹੁਤ ਹੈ। ਆਪਣੇ ਆਪ ਆਪਣਾ ਵੱਢਣਾ ਬੜਾ ਔਖਾ ਹੈ, ਪਰ ਮਜਬੂਰੀ ਹੋ ਜਾਂਦੀ ਹੈ। ਕਦੇ ਵੀ ਲੋਕਾਂ 'ਚ ਜਾਵਾਂਗੇ ਕਿ ਇਹੀ ਸਵਾਦ ਆ ਸੱਚ ਤੇ ਤੁਰਨ ਦਾ। ਨੰਗੇ ਧੜ ਤੁਰੇ ਫਿਰੋ ਪਰ ਸੱਚ ਬੋਲੋ। ਤੋ ਇਹ ਵੀਕਐਂਡ ਤੇ ਜਿਹੜਾ ਵਿਜ਼ਲ ਹੈ, ਇਹ ਜਿਹੜਾ ਹੋਏਗਾ, ਲੋਕ ਇਕੱਠੇ ਹੋਣਗੇ। ਤੇ ਹੁਣ ਪੁਰਾਣੀਆਂ ਜਿਹੜੀਆਂ ਵੀਡੀਓਜ਼ ਆਉਣੀਆਂ ਸ਼ੁਰੂ ਹੋ ਗਈਆਂ। ਇੱਕ ਬਫਲੋ ਦੇ ਵਿੱਚ 75 ਸਾਲ ਦੇ ਬਜ਼ੁਰਗ ਨੂੰ ਪੁਲਿਸ ਨੇ ਜਦ ਧੱਕਾ ਮਾਰਿਆ, ਤੇ ਬਫਲੋ ਦੀ ਰਾਈਟ ਪੁਲਿਸ ਨੇ ਉਹਦੀ ਵੀ ਜਿਹੜੀ ਹੁਣ ਉਹ ਵੀ ਲੋਕ ਕੱਢਣ ਲੱਗ ਗਏ ਬਾਹਰ। ਤੋ ਇਹ ਜਦ ਧਰਤੀ ਤੇ ਸਿੱਟਿਆ ਉਹਦਾ ਸਿਰ, ਹੁਣ ਉਹ ਸਿਆਹ ਰੰਗ ਦਾ ਨਹੀਂ ਹੈ, ਗੋਰਾ ਬੰਦਾ ਹੈ। ਕਿਉਂਕਿ ਇਨਸਾਨੀਅਤ ਦੇ ਲਈ ਲੋਕ ਤੁਰਦੇ ਆ, ਰੰਗ ਨਸਲ ਦੀ ਨਹੀਂ ਗੱਲ ਹੈ। ਤੇ ਇੱਥੋਂ ਸਭ ਤੋਂ ਵੱਡਾ ਜਿਹੜਾ ਸਭ ਤੋਂ ਵੱਡੀ ਜਿਹੜੀ ਗੱਲ ਆਈ ਹੈ, ਉਹ ਇਹ ਆਈ ਹੈ ਜਦ ਚੀਫ ਆਫ ਸਟਾਫ ਨੇ ਕਿਹਾ, ਉਹ ਕਹਿੰਦਾ ਅਸੀਂ ਕੰਸਟੀਟਿਊਸ਼ਨ ਨੂੰ ਬਚਾਉਣ ਵਾਲੇ, ਅਸੀਂ ਪੰਪ ਨੂੰ ਬਚਾਉਣ ਵਾਲੇ। ਇਹ ਵੱਡੀ ਗੱਲ। ਸਰਬਜੀਤਪਾਲ ਸਿੰਘ ਜੀ, ਤੁਸੀਂ ਏਅਰ ਤੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ। ਹਾਂਜੀ ਸਿੰਘ ਸਾਹਿਬ, ਦੇਖੋ ਤੁਸੀਂ ਉਹ ਚਿੱਠੀ ਪੜ੍ਹੀ ਹੈਗੀ ਆ ਆਪਣੇ ਜਿਹੜੇ ਅਮਰੀਕਾ ਦੇ ਜਿਹੜੇ ਜਨਰਲ ਹੈਗੇ ਜਾਂ ਉਹਨੇ ਜਿਹੜਾ ਸਪੈਸੀਫਿਕਲੀ ਜਿਹੜਾ ਆ ਵੀ ਉਹਨੇ ਕਿਹਾ ਵੀ ਜਿਹੜਾ ਫੌਜ ਆ ਇਹ ਬਾਰਡਰਾਂ ਦੀ ਰਾਖੀ ਲਈ ਆ, ਨਾ ਕਿ ਟਰੰਪ ਸਾਹਿਬ ਦੀ ਰਾਖੀ ਲਈ ਆ। ਤੇ ਦੂਜਾ ਜਦੋਂ ਦਰਬਾਰ ਸਾਹਿਬ ਦੇ ਦੂਜਾ ਹਮਲੇ ਦੀ ਗੱਲ ਆਉਂਦੀ ਸੀ ਤਾਂ ਜਿਹੜੇ ਬਰਾੜ ਅਰਗੇ ਕਹਿੰਦੇ ਸੀ ਜੀ ਅਸੀਂ ਸਹੁੰ ਖਾਧੀ ਆ, ਅਸੀਂ ਆਪਣੀ ਜੌਬ ਕੀਤੀ ਆ। ਹੁਣ ਇੱਥੇ ਦੇਖਣ ਵਾਲੀ ਗੱਲ ਆ, ਜਿਹੜਾ ਕਾਨੂੰਨ ਆ ਇਹ ਸਿਰਫ ਤੇ ਸਿਰਫ ਅਮਰੀਕਾ 'ਚ ਦੁਨੀਆ ਭਰ ਦੇ ਵਿੱਚ ਜਿਹੜੀ ਫੌਜ ਆ, ਫੌਜ ਬਾਰਡਰਾਂ ਲਈ ਆ। ਤੇ ਜਿਹੜੀ ਜਾਣੀ ਕਿ ਫੌਜ ਕਿਸੇ ਨੂੰ ਦੇਸ਼ ਦੇ ਵਿੱਚ ਅਰੈਸਟ ਨਹੀਂ ਕਰ ਸਕਦੀ, ਕਿਸੇ ਨੂੰ ਗੋਲੀ ਨਹੀਂ ਮਾਰ ਸਕਦੀ। ਤੇ ਇਹੋ ਜਿਹੜਾ ਸੰਵਿਧਾਨ ਦੇ ਵਿੱਚ ਜਿਹੜੇ ਅਗਾਂਹ ਵਧੂ ਕੰਟਰੀਆਂ ਹੈਗੀਆਂ ਉਹਨਾਂ ਦੇ ਸਾਰਿਆਂ ਦੇ ਹੈਗਾ ਆ। ਤੇ ਜਾਣੀ ਕਿ ਜੇ ਇੱਕ ਪੁਲਿਸ ਵਾਲਾ ਆ ਜਾਵੇ ਤੇ ਇੱਕ ਫੌਜੀ ਆ ਜਾਵੇ ਦੇਸ਼ ਦੇ ਵਿੱਚ, ਤਾਂ ਪੁਲਿਸ ਵਾਲੇ ਦੀ ਤਾਕਤ ਫੌਜ ਵਾਲੇ ਨਾਲੋਂ ਜ਼ਿਆਦਾ। ਪਰ ਇੱਕੋ ਇੱਕ ਜਿਹੜਾ ਆ ਉਹ ਦੇਸ਼ ਆ ਜਦੋਂ ਉੱਥੇ ਦੂਜਾ ਕਿਸੇ ਨੂੰ ਦੱਬਣਾ ਕੁਚਲਣਾ ਹੈਗਾ ਆ, ਉੱਥੇ ਫੌਜ ਨੂੰ ਆਮ ਹੀ ਹੁਕਮ ਦੇ ਦਿੱਤੇ ਜਾਂਦੇ ਆ। ਇਹੋ ਜਿਹੜਾ ਵਰਤਾਰਾ ਹੈ ਜਦੋਂ ਦੂਜਾ ਦਰਬਾਰ ਸਾਹਿਬ ਤੇ ਹਮਲਾ ਕਰਕੇ ਨਹੀਂ ਕੀਤਾ, ਉਸ ਤੋਂ ਬਾਅਦ ਹੋਰਨਾਂ ਦੇ ਥਾਂ ਤੇ ਵੀ ਕੀਤਾ ਹੈਗਾ ਆ ਫੌਜ ਨੂੰ। ਉਹਨੀ ਜਦੋਂ ਕਸ਼ਮੀਰ 'ਚ ਵੀ ਆਪਾਂ ਨੂੰ ਪਤਾ ਆ ਕਿੱਦਾਂ ਵੱਧ ਅਧਿਕਾਰ ਦੇ ਕੇ ਜੋ ਮਰਜ਼ੀ ਕਰੀ ਜਾਣ। ਉੱਥੇ ਦੀ ਸਰਕਾਰ ਜਿਹੜੀ ਆ ਉਹ ਆਪਣੀ ਜ਼ਿੰਮੇਵਾਰੀ ਤੋਂ ਜਿਹੜਾ ਮੁਨਕਰ ਹੋਈ ਆ। ਉੱਥੇ ਸਾਡੀਆਂ ਜਿਹੜੀਆਂ ਫੌਜਾਂ ਹੈਗੀਆਂ ਉਹ ਵੀ ਆਪਣੇ ਜਿਹੜੇ ਸੰਵਿਧਾਨਕ ਹੱਕ ਆ, ਜਿਹੜੇ ਮਨੁੱਖੀ ਹੱਕ ਆ, ਉਹਨਾਂ ਨੂੰ ਬਿਲਕੁਲ ਮੰਨਣ ਤੋਂ ਮੁਨਕਰ ਹੈਗੇ ਆ। ਮੈਨੂੰ ਹੋਰ ਤਾਂ ਨਹੀਂ ਪਤਾ, ਪਰ ਜਾਣੀ ਕਿ ਜਰਮਨ 'ਚ ਤਾਂ ਸਪੈਸ਼ਲੀ ਕਹਿੰਦੇ ਹੈਗਾ ਨਾ ਵੀ ਉੱਥੇ ਫੌਜੀ ਜਿਹੜਾ ਆ ਉਹਨਾਂ ਨੂੰ ਜੇ ਉਹ ਬਾਰਡਰ ਤੇ ਵੀ ਖੜੇ ਹੈਗੇ, ਲੜਾਈ ਲੜ ਰਹੇ ਆ, ਤਾਂ ਉਹਨਾਂ ਨੂੰ ਲੱਗਦਾ ਵੀ ਮਨੁੱਖੀ ਕੋਈ ਗੱਲ ਹੋ ਰਹੀ ਆ ਤਾਂ ਉਹ ਉੱਥੇ ਰਿਫਿਊਜ਼ ਕਰ ਸਕਦੇ ਆ। ਤੇ ਇੱਕ ਪਾਸੇ ਅਸੀਂ ਆਪਣੇ ਆਪ ਨੂੰ ਇੰਨਾ ਅਗਾਂਹ ਵਧੂ ਕਹਿੰਦੇ ਆ, ਅਸੀਂ ਕਹਿੰਦੇ ਅਸੀਂ ਮਾਡਰਨ ਯੁੱਗ ਵਿੱਚ ਜੀ ਰਹੇ ਆ। ਤੇ ਦੂਸਰੇ ਪਾਸੇ ਅਸੀਂ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਆ ਉਹਦੇ ਵੇਰੀ ਉਸ ਵੇਰੀ ਜਦੋਂ ਅਸੀਂ ਜਿਹੜੇ ਸਾਡੇ ਆਪਣੇ ਨਿੱਜੀ ਇੰਟਰਸਟ ਮੋਹਰੇ ਆ ਜਾਂਦੇ, ਅਸੀਂ ਭੁੱਲ ਜਾਂਦੇ ਆ ਵੀ ਕੋਈ ਮਨੁੱਖੀ ਅਧਿਕਾਰ ਵੀ ਕੋਈ ਚੀਜ਼ ਹੁੰਦੀ ਆ। ਤਾਂ ਇੱਥੋਂ ਜਿੱਥੇ ਅੱਜ ਅਸੀਂ 1984 ਜਿਹੜਾ ਘੱਲੂਘਾਰੇ ਦੀ ਗੱਲ ਕਰ ਰਹੇ ਹਾਂ, ਤੇ ਨਾਲ ਜਿਹੜਾ ਅਮਰੀਕਾ ਵਿੱਚ ਜਿਹੜੇ ਹੋ ਰਹੇ ਹਨ ਮਨੁੱਖੀ ਜਿਹੜੇ ਵਿਹਾਰ ਹੈਗੇ ਆ ਉਹਨਾਂ ਦੀ ਗੱਲ ਚੱਲ ਰਹੀ ਆ, ਉਹਦੇ ਵਿੱਚ ਆਪਾਂ ਨੂੰ ਅੱਜ ਡਿਫਰੈਂਸ ਦੇਖਣ ਦੀ ਵੀ ਜ਼ਰੂਰਤ ਆ। ਦੇਖੋ ਉੱਥੇ ਇੱਕ ਪਾਸੇ ਉਸ ਦੇਸ਼ ਦੇ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਤੇ
ਸਾਡੇ ਜਿਹੜੇ ਆ ਦੂਜਾ ਮੀਡੀਆ ਵਾਲੇ ਆ ਕੇ ਜਦੋਂ ਗੱਲ ਕਰਦੇ ਆ ਉਹ ਕਹਿੰਦੇ ਆ ਜਿਹੜਾ ਉੱਥੇ ਦੀਆਂ ਜਿਹੜੀਆਂ ਆਰਮਡ ਫੋਰਸਿਸ ਹੈਗੀਆਂ ਜਿਹੜੇ ਪੁਲਿਸ ਵਾਲੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਉਹਨੇ ਇਹ ਨਹੀਂ ਦੇਖ ਰਿਹਾ ਵੀ ਜਿਹੜਾ ਉਹ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਇਆ ਐਜ਼ ਲੌਂਗ ਐਜ਼ ਜਿਹੜੀ ਕੋਈ ਇਨਸਾਨੀ ਜ਼ਿੰਦਗੀ ਨਹੀਂ ਜਾ ਰਹੀ ਉਹ ਆਪਣੇ ਹਿਸਾਬ ਨਾਲ ਚੱਲ ਰਿਹਾ ਤਾਂ ਨਿਆਂ ਜ਼ਰੂਰ ਹੋਊਗਾ ਜਿਹੜਾ ਕੋਈ ਗਲਤ ਗੱਲ ਹੋਈ ਆ। ਪਰ ਇਹ ਨਹੀਂ ਵੀ ਦੂਜਾ ਕਿੰਨਾ ਹੁਣ ਬੇਨਿਆਈ ਹੋ ਰਹੀ ਆ ਤਾਂ ਗੋਲੀਆਂ ਚਲਾ ਦਿਓ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਕਰਮਜੀਤ ਸਿੰਘ ਜੀ ਸਿੱਧੂ ਲਾਈਨ ਨੰਬਰ 2। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ। ਅੱਜ ਹੀ ਸਵੇਰੇ ਰਮਾਣਾ ਸਾਹਿਬ ਦੇ ਪ੍ਰੋਗਰਾਮ 'ਚ ਰਮੇਸ਼ਿੰਦਰ ਆਇਆ ਸੀ ਜਿਹੜਾ ਤੁਸੀਂ ਬਾਲ ਦਾ ਰਿਸ਼ਤੇਦਾਰ ਕਹਿੰਦੇ ਹੋ। ਉਹ ਕਹਿੰਦੇ ਵੀ 1978 ਤੋਂ ਮੈਂ ਪੰਜਾਬ 'ਚ ਸਰਵਿਸ ਕਰ ਰਿਹਾ। ਮੈਂ ਇਮੀਡੀਏਟਲੀ ਨਹੀਂ ਆਇਆ ਕਿਸੇ ਹੋਰ ਸਟੇਟ ਤੋਂ। ਮੈਂ ਵੱਖ-ਵੱਖ ਜੌਬਸ ਤੇ ਕੰਮ ਕੀਤਾ। ADC ਫਰੀਦਕੋਟ ਦਾ ਨਗਰ 4-5 ਜੌਬ ਉਹਨਾਂ ਨੇ ਕੀਤੀਆਂ। ਤੇ ਜਿਹੜਾ ਗੁਰਦੇਵ ਸਿੰਘ ਬਰਾੜ ਸੀ ਉਹਦੀ ਛੁੱਟੀ ਪਹਿਲੇ ਮਨਜ਼ੂਰ ਕਰਾਈ ਹੋਈ ਸੀ। ਉਹ 8 ਜੂਨ ਨੂੰ ਅਮਰੀਕਾ ਨੂੰ ਚਲਿਆ ਗਿਆ। ਕਰਫਿਊ ਉਹੀ ਲਾ ਕੇ ਗਏ ਸੀ ਪਰ ਉਹਨਾਂ ਦੀ ਛੁੱਟੀ ਪ੍ਰੀ ਪਲੈਨਡ ਸੀ। ਅੱਜ ਸਵੇਰੇ ਇਹ ਜਸਟੀਫਿਕੇਸ਼ਨ ਦਿੱਤੀ ਹੈ ਉਹਨਾਂ ਨੇ ਰਮਾਣਾ ਸਾਹਿਬ ਦੇ। ਇਹ ਜਸਟੀਫਿਕੇਸ਼ਨ ਉਹਨਾਂ ਨੇ 8 ਜੌਬ। ਤੁਸੀਂ ਰਮਾਣਾ ਸਾਹਿਬ ਨਾਲ ਕਨਫਰਮ ਕਰ ਲਿਓ। ਨਹੀਂ ਜੀ ਮੈਂ ਨਹੀਂ ਕਰਨੀ ਕਿਸੇ ਨਾਲ ਗੱਲ ਸਿੱਧੂ ਸਾਹਿਬ। ਤੁਸੀਂ ਮੇਰੀ ਵੀ ਸੁਣ ਲਓ। ਹੁਣ ਮੈਂ ਤੁਸੀਂ ਆਪਣੀ ਗੱਲ ਕਹਿ ਲਈ ਮੇਰੀ ਵੀ ਸੁਣ ਲਓ। ਉਹ ਠੀਕ ਹੈ ਬਈ ਉਹਨਾਂ ਨੇ ਛੁੱਟੀ ਉਹ ਗਏ ਨਹੀਂ ਛੁੱਟੀ ਉਹਨਾਂ ਨੂੰ ਭੇਜਿਆ ਗਿਆ। ਇਹ ਤਾਂ ਉਹਨਾਂ ਦਾ ਵਰਸ਼ਨ ਹੈ ਨਾ। ਪਰ ਗੁਰਦੇਵ ਸਿੰਘ ਉਹਨਾਂ ਦਾ ਜਿਹੜਾ ਵਰਸ਼ਨ ਹੈ ਪਰ ਉਸੇ ਸਮੇਂ ਜਾ ਉਹਨਾਂ ਨੇ ਇਹ ਗੱਲ ਮੈਨੂੰ ਠੀਕ ਲੱਗਦੀ ਆ ਵੀ 1970 ਤੋਂ ਪੰਜਾਬ ਵਿੱਚ ਸੀ। ਉਹ ਠੀਕ ਹੈ ਹੋਣਗੇ ਪਰ ਜਿਹੜੇ ਸਮੇਂ ਤੇ ਕਹਿਰ ਵਰਤਾਉਣ ਲਈ ਸਰਕਾਰ ਤਿਆਰ ਹੈ ਗੱਲ ਉਸ ਦੀ ਮੈਂ ਕਰ ਰਿਹਾ। ਮੈਂ ਜਿੱਥੇ ਮਰਜ਼ੀ ਰਹਿਣ। ਉਹ ਗੁਰਦੇਵ ਸਿੰਘ ਬਰਾੜ ਦੀ ਵੀ ਛੁੱਟੀ ਪ੍ਰੀ ਪਲਾਨ ਸੀ ਜੀ? ਨਹੀਂ ਜੀ ਬਿਲਕੁਲ ਨਹੀਂ ਸੀ। ਬਿਲਕੁਲ ਨਹੀਂ ਸੀ। ਗੁਰਦੇਵ ਸਿੰਘ ਬਰਾੜ ਨੇ ਆਪ ਆਪਣਾ ਇੰਕਸ਼ਾਫ ਕੀਤਾ ਵੀ ਮੈਨੂੰ ਗਵਰਨਰ ਨੇ ਕਿਹਾ that you have to go out of country and very silently। ਗਾਂਧੀ ਜੀ ਲਾਈਨ ਨੰਬਰ 3। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ ਘੱਲੂਘਾਰੇ ਦੇ ਦਿਨ ਮਨਾ ਹੋ ਰਿਹਾ ਬਈ ਸਾਰੇ ਸ਼ਹੀਦਾਂ ਨੂੰ ਪ੍ਰਣਾਮ। ਬਈ ਜਿੱਦਾਂ ਕਰੋ ਬਈ ਕਈ ਲੋਕ ਇਹ ਸੋਚਦੇ ਆ ਆਪਰੇਸ਼ਨ ਬਲੂ ਸਟਾਰ ਕਹਿੰਦੇ ਆ ਉਹਨੂੰ। ਜਿੱਦਾਂ ਵੀ ਕਹਿੰਦੇ ਪਹਿਲੀ ਗੱਲ ਹੀ ਨਾ ਕਰੋ। ਪਹਿਲਾਂ ਤਾਂ ਮੁਗਲਾਂ ਨੇ ਜਿੱਦਾਂ ਢਾਇਆ 3 ਕੁ ਵਾਰੀ ਢਾਹ ਹੋਇਆ ਇਹ ਜਿੱਦਾਂ ਦਰਬਾਰ ਸਾਹਿਬ ਜਿੱਦਾਂ ਕਹਿ ਲਓ ਬਈ। ਤਾਂ ਹੁਣ ਵੀ ਇਹ ਢਾਇਆ ਤੇ ਹੁਣ ਢਾਇਆ ਕਿ ਇਹਨਾਂ ਨੇ ਜਿੱਦਾਂ ਕਹਿ ਲਓ ਬਈ ਉੱਥੇ ਤੁਹਾਡੇ ਹਿੰਦੁਸਤਾਨ ਦੀ ਸਰਕਾਰ ਨੇ ਢਾਇਆ ਜਿੱਦਾਂ ਕਹਿ ਲਓ। ਉਹ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹਦੇ ਵਿੱਚ ਹਿੰਦੂ ਵੀ ਆਉਂਦੇ ਆ। ਕਾਂਗਰਸ ਹੋਵੇ ਚਾਹੇ ਭਾਜਪਾ ਵੀ ਆਉਂਦੇ। ਤੇ ਉਹਨਾਂ ਨੇ ਜਿੱਦਾਂ ਕਹਿ ਲਓ ਵੀ ਹਾਰਾ ਨਾਰਾ ਨਹੀਂ ਮਾਰਿਆ ਕਿਸੇ ਨੇ ਵੀ ਆਪਾਂ ਇਹੀ ਅਕਾਲੀ ਦਲ ਨੇ ਰੱਟ ਲਾਈ ਰੱਖੀ ਕਿ ਇਹ ਕਾਂਗਰਸ ਨੇ ਅਟੈਕ ਕਰਾਇਆ ਇਹ ਕਾਂਗਰਸ ਨੇ ਕਰਾਇਆ। ਉਹ ਹੁਣ ਉਤਲੀ ਲੌਬੀ ਕਿਹੜਾ ਕੰਮ ਕਰਦੀ ਆ ਤੇ ਇਹਨੂੰ ਕੁਚਲ ਦੇਣ ਦੀ ਗੱਲ ਕੀਤੀ। ਨਸਲਕੁਸ਼ੀ ਸਿੱਖਾਂ ਦੀ ਹੋਈ ਆ ਜਿੱਦਾਂ ਕਹਿ ਲਓ ਬਈ ਇਹ ਵੀ ਸਿੱਖ ਵੀ ਜਿੱਦਾਂ ਕਹਿ ਲਓ ਵੀ ਆਪਣੇ ਆਪ ਨੂੰ ਇਹ ਸਪਸ਼ਟੀਕਰਨ ਨਹੀਂ ਦੇ ਸਕੇ ਕਿ ਜਿਹੜਾ ਇਹਨਾਂ ਦੀ ਧਰਤੀ ਮੱਲੀਓ ਆ ਉਹਨਾਂ ਨੇ ਜਿੰਨਾ ਵੀ ਹੈਗਾ ਮਹਾਰਾਜਾ ਜੀ ਸਿੰਘ ਦਾ ਰਾਜ ਕਾਫੀ ਖਿਲਰਿਆ ਸੀਗਾ ਰਾਜ। ਇਹ ਜਦੋਂ ਪਾਕਿਸਤਾਨ ਬਣਿਆ ਉਦੋਂ ਵੀ ਸਪਸ਼ਟੀਕਰਨ ਨਹੀਂ ਦੇ ਸਕੇ ਕਿ ਆਪਾਂ ਕਿੱਥੇ ਲਈਏ। ਜਿੱਦਾਂ ਵੀ ਸਿੱਖਾਂ ਦੀ ਆਪ ਵੀ ਗਲਤੀ ਆ ਵੀ ਆਪ ਇਹ ਨਹੀਂ ਕੁਛ ਕਰ ਸਕੇ ਵੀ ਆਪ ਇਹ ਨਹੀਂ ਕੁਛ ਜਿਹਦਾ ਨਕਸ਼ਾ ਨਹੀਂ ਦੇ ਸਕੇ ਜਾਂ ਉੱਥੇ ਜਿੱਦਾਂ ਪਾਕਿਸਤਾਨ ਦਾ ਵਿਰੋਧ ਕਰਦੇ ਰਹੇ। ਸ਼ਹੀਦੀਆਂ ਵੀ ਪਾਈਆਂ ਹੁਣ ਵੀ ਸ਼ਹੀਦੀਆਂ ਪਾਈ ਜਾਂਦੇ ਆ ਪਰ ਆਪਣੀ ਜਿਹੜੀ ਉਹ ਧਰਤੀ ਆ ਉਹ ਲੈਣ ਦਾ ਨਹੀਂ ਇਹਨਾਂ ਨੂੰ ਆਇਆ ਬਲ ਵੀ ਨਾ ਉਹ ਜਿਆਦਾ ਵੀ ਪੜ੍ਹੇ ਲਿਖੇ ਹੈਗੇ ਆ ਜ਼ਿਆਦਾ ਵੀ ਜਿਹੜਾ ਆਪਾਂ ਕਹਿ ਦਿੰਦੇ ਵੀ ਬਹੁਤ ਸਾਡੇ ਪੜ੍ਹੇ ਲਿਖੇ ਆ। ਇਹ ਜਿਹੜਾ ਅਟੈਕ ਵੀ ਇਹ ਵੀ ਇੰਦਰਾ ਗਾਂਧੀ ਨੇ ਕਿਹਾ ਸੀਗਾ ਵੀ ਮੁੱਠੀ ਭਰ ਸਿੱਖ ਜਿੱਦਾਂ ਕਹਿ ਲਓ ਕਿ ਆਪਾਂ ਖਤਮ ਕਰ ਦੇਣੇ ਆ ਜਿੱਦਾਂ ਉਹ ਵੀ ਬਾਕੀ ਸਾਰੇ ਗੁਰਦੁਆਰਿਆਂ ਤੇ ਅਟੈਕ ਹੋਇਆ। ਪਰ ਹੁਣ ਮੀਡੀਆ ਦਾ ਕੀ ਜ਼ੋਰ ਲੱਗਾ ਆ ਇੱਥੇ ਜਾਂ ਸਾਰੇ ਮੁਲਕਾਂ ਤੇ ਸੋਸ਼ਲ ਮੀਡੀਆ ਤੇ ਮੈਂ ਦੇਖਦਾ ਉਹ ਕਹਿੰਦੇ ਬੱਬਰ ਖਾਲਸਾ ਜਾਂ ਸੰਤ ਭਿੰਡਰਾਂ ਵਾਲੇ ਦੀ ਬਣਦੀ ਨਹੀਂ ਸੀਗੀ। ਜਿੱਦਾਂ ਕਹਿ ਲਓ ਬਈ ਉਹਨੂੰ ਦੂਜੇ ਪਾਸੇ ਨੂੰ ਤੂਲ ਦੇ ਰਿਹਾ। ਮੀਡੀਆ ਦੀ ਡਿਊਟੀ ਲੱਗੀ ਆ ਵੀ ਇਸ ਚੀਜ਼ ਨੂੰ ਮਿਟਾਇਆ ਜਾਵੇ ਜਾਂ ਹੋਰ ਪਾਸੇ ਧਿਆਨ ਖਿੱਚਿਆ ਜਾਵੇ ਜਿੱਦਾਂ ਮੀਡੀਆ ਦਾ। ਤਾਂ ਇਸ ਕਰਕੇ ਮੈਂ ਕਹਿੰਦਾ ਵੀ ਜਿਹੜੇ ਸੰਤ ਦਾ ਜਿੱਦਾਂ ਸੰਤ ਭਿੰਡਰਾਂ ਵਾਲੇ ਦੀ ਜਿੱਦੀ ਗੱਲ ਕਰੀਏ ਤੇ ਉਹਨੇ ਜਿੱਦਾਂ ਬਹੁਤ ਵੱਡੀ ਕੁਰਬਾਨੀ ਦਿੱਤੀ ਆ। ਪਰ ਕੁਛ ਜਿੱਦਾਂ ਸਿੱਖੀਆਂ ਵੰਡੀਆਂ ਪਈਆਂ ਜਿਹੜੇ ਤਾਂ ਪੁਲਿਸ ਦੇ ਵਿੱਚੋਂ ਆਇਆ
ਆ ਉਹ ਪਿੰਡਰਾਂ ਵਾਲੇ ਦਾ ਉਹ ਵਿਰੋਧ ਕਰਦੇ ਹਨਾ, ਉਹਨੂੰ ਗਾਲਾਂ ਵੀ ਕੱਢਦੇ ਆ। ਤੇ ਕੁਝ ਕਾਮਰੇਡ ਖਿਆਲੀ ਜਿਹੜੇ ਬੰਦੇ ਆ ਉਹ ਵੀ ਮਤਲਬ ਪਿੰਡਰਾਂ ਵਾਲੇ ਨੂੰ ਪਸੰਦ ਨਹੀਂ ਕਰਦੇ, ਜਿੱਦਾਂ ਕਹ ਲਓ ਵੀ ਉਹ ਵੀ ਮਤਲਬ ਇਹੀ ਗੱਲ ਹੀ ਕਰੀ ਜਾਂਦੇ ਆ। ਜਿੱਦਾਂ ਉਹਨਾਂ ਦੀ ਬਹਿਸ ਇਹ ਵੀ ਉਹ ਹਥਿਆਰ ਲੈ ਕੇ ਕਿਉਂ ਗਿਆ, ਆਪਣੇ ਸਿੱਖ ਵੀ ਹਾਲੇ ਕਿ ਅਕਾਲ ਤਖਤ ਦੀ ਮਰਿਆਦਾ ਜਿਹੜੀ ਹਰਗੋਬਿੰਦ ਸਾਹਿਬ ਨੇ ਰੱਖੀ ਸੀਗੀ ਵੀ ਉਹ ਹਥਿਆਰ ਉੱਥੇ ਰੈਸਲਿੰਗ ਵੀ ਹੁੰਦੀ ਸੀ, ਸਾਰਾ ਕੁਝ ਹੁੰਦਾ ਸੀ, ਟ੍ਰੇਨਿੰਗ ਦਿੰਦੇ ਸੀ ਗੁਰੂ ਹਰਗੋਬਿੰਦ ਸਾਹਿਬ, ਕਿਉਂਕਿ ਪਹਿਲਾਂ ਸ਼ਹੀਦੀਆਂ ਪਾ ਚੁੱਕੇ ਸੀ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਨਾਲ। ਤਾਂ ਇਸ ਕਰਕੇ ਹੁਣ ਆਪਣੇ ਆਪ ਹੀ ਸਿੱਖ ਇੱਕ ਦੂਜੇ ਨਾਲ ਵੰਡੀਆਂ ਪੈ ਗਈਆਂ ਆ। ਜਿੱਦਾਂ ਕਹਿ ਲਓ ਵੀ ਉਹ ਵੀ ਕੰਟਰੋਵਰਸੀ ਹੋ ਰਹੀ ਆ ਸੰਤ ਭਿੰਡਰਾਂ ਵਾਲੇ, ਪਰ ਹੋਣਾ ਇੱਕ ਇਕੱਠੇ ਹੋਣਾ ਚਾਹੀਦਾ ਸਾਰਿਆਂ ਨੂੰ। ਤੇ ਪਰ ਮੀਡੀਆ ਜਿਹੜਾ ਆ ਉਹ ਆਹ ਸਾਲ ਜਿਹੜਾ ਮਨਾਇਆ ਗਿਆ ਤੇ ਮੀਡੀਆ ਨੇ ਅਪੋਜਿਟ ਭੂਮਿਕਾ ਨਿਭਾਈ ਆ ਖਿਲਾਫ। ਜਿੱਦਾਂ ਕਹਿ ਲਓ ਸੋਸ਼ਲ ਮੀਡੀਆ ਤੇ ਬਹੁਤ ਕੁਛ ਹੋ ਰਿਹਾ, ਜਿੱਦਾਂ ਕਹਿ ਲਓ ਵੀ ਇਹ ਆਪੋ ਵਿੱਚ ਭਿੜ ਜਾਣ। ਤੇ ਬਾਕੀ ਇਹਦੇ ਵਿੱਚ ਜਿੱਦਾਂ ਹੁਣ ਉਹ ਤਾਂ ਹੋਇਆ ਅਟੈਕ ਸਾਰਾ ਕੁਛ, ਵੀ ਆਪਾਂ ਖੜੇ ਕਿੱਥੇ ਆ, 36 ਸਾਲ ਹੋ ਗਏ ਆ। ਤੇ ਵੀ ਮੈਂ ਇਹਦੇ ਵਿੱਚ ਸਿਮਰਨ ਸਿੰਘ ਮਾਨ ਨੂੰ ਵੀ ਰੱਖਦਾ ਕਿ ਉਹਨੂੰ ਬਲੌਕ ਕੀਤਾ ਪਿਆ, ਜਿੱਦਾਂ ਚਾਹੇ ਉਹਨੂੰ ਸਰਕਾਰ ਮਦਦ ਦਿੰਦੀ ਆ, ਚਾਹੇ ਉਹਦੇ ਕੰਮ ਹੁੰਦੇ ਆ, ਉਹ ਵੀ ਕੁਛ ਨਹੀਂ ਕਰ ਸਕਿਆ। ਉਹ ਪ੍ਰਧਾਨਗੀ ਨੂੰ ਪਿਆ ਆ। ਪਹਿਲਾਂ ਜੋ ਕੁਛ ਆਪਾਂ ਮੰਨਦੇ ਆ ਵੀ ਕੁਰਬਾਨੀ ਦਿੱਤੀ ਆ ਉਹਨੇ, ਪਰ ਹੁਣ ਉਹ ਜਿਹੜੀਆਂ ਦੂਜੇ ਵੀ ਜਥੇਬੰਦੀਆਂ ਆ ਉਹ ਸਾਰਿਆਂ ਨੂੰ ਗੌਰਮੈਂਟ ਨੇ ਕੰਟਰੋਲ 'ਚ ਕਰ ਲਿਆ ਆ ਤੇ ਉਹ ਕੁਛ ਨਹੀਂ ਕਰ ਸਕਦੇ। ਆਪਾਂ ਨੁਮਾਇੰਦੇ ਬਣ ਕੇ ਜ਼ਰੂਰ ਆ ਜਾਂਦੇ ਆ ਮਾਨ ਦੇ ਵੀ ਉਹ ਆਹ ਕਰ ਦੂਗਾ, ਉਹ ਕਰ ਦੂਗਾ। ਉਹਦੇ ਕਾਂਗਰਸ ਨਾਲ ਮੇਲ ਜੋਲ ਵੀ ਲੋਕ ਬਾਹਰ ਖਬਰਾਂ ਆਉਂਦੀਆਂ ਕਿਸੇ ਵੇਲੇ, ਵੈਸੇ ਉਹਨੂੰ ਰੁਝਾਇਆ ਗਿਆ ਆ ਗੌਰਮੈਂਟ ਸੈਂਟਰ ਵੱਲੋਂ ਵੀ ਤੂੰ ਇੰਨਾ ਕੁ ਕਰੀ ਜਾ। ਤੇ ਇਸ ਕਰਕੇ ਮਾਨ ਬਹੁਤ ਵੱਡਾ ਜ਼ਿੰਮੇਵਾਰ ਆ। ਜੇ ਆਪਾਂ ਵੱਧ ਨਹੀਂ ਸਕਦੇ, ਹਰ ਸਾਲ ਦਿਨ ਤਾਂ ਮਨਾ ਸਕਦੇ ਆ। ਤੇ ਜਿੱਦਾਂ ਵੀ ਖੁੱਦੋ ਬਣਾਈ ਹੋਆ ਅਕਾਲੀਆਂ ਨੇ ਤੇ ਕਾਂਗਰਸ ਨੇ, ਜਿੱਦਾਂ ਵੀ ਦਰਬਾਰ ਸਾਹਿਬ ਦਾ ਅਟੈਕ ਵੀ ਉਹ ਕਦੀ ਉਧਰਲੇ ਪਾਸੇ ਕਦੀ ਉਧਰਲੇ ਪਾਸੇ, ਹਰ ਸਾਲ ਕੰਟਰੋਵਰਸੀ ਹੋ ਜਾਂਦੀ ਆ। ਨਾ ਦਰਬਾਰ ਸਾਹਿਬ ਤੇ ਇਕੱਠੇ ਹੀ ਹੁੰਦੇ ਆ, ਪੱਗਾਂ ਲੈਂਦੀਆਂ ਆ, ਗਾਂ ਗੱਲ ਤੁਰਦੀ ਨਹੀਂ। ਜ਼ਿਆਦਾ ਕਸੂਰਕਾਰ ਮੈਂ ਕਹੂੰਗਾ ਸਿਮਰਨਜੀਤ ਸਿੰਘ ਮਾਨ ਆ ਇਸ ਵੇਲੇ ਜੀ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਤੁਸੀਂ ਵੀ ਇੰਨਾ ਨਾ ਕੱਸਦਿਆ ਕਰੋ ਵੀ ਸਾਰਾ ਮਾਨ ਸਾਹਿਬ ਤੇ ਗੱਲ 'ਚ ਪਾ ਕੇ ਕੌਮ ਦੇ ਦੁਸ਼ਮਣ ਜਿਹੜੇ ਨੇ ਉਹਨਾਂ ਨੇ ਤਾਂ ਕਰਨਾ ਹੀ ਹੈ। ਪਰ ਮਾਨ ਸਾਹਿਬ ਨੇ ਕੌਮ ਦੇ ਨਾਲ ਦੁਸ਼ਮਣੀ ਨਹੀਂ ਕੀਤੀ, ਕੋਈ ਲਾਈਨੋਂ ਪਾਰ ਨਹੀਂ ਖੜੇ। ਜਿਹੜਾ ਰਮੇਸ਼ ਇੰਦਰ ਨੂੰ ਹੁਣ ਜਸਟੀਫਾਈ ਕਰ ਰਹੇ ਨੇ ਜੀ, ਉਦੋਂ ਪਹਿਲਾਂ ਲਾ ਗਿਆ ਜੀ, ਉਹ ਇਹ ਆ ਗਿਆ ਜਵਾਬ ਦਿੱਤਾ ਉਹਨੇ। ਇਹ ਤਾਂ ਲੁਕਮਾ ਨਹੀਂ ਹੈ ਨਾ, ਇਹ ਤਾਂ ਕਿਹਾ ਉਹਨੇ। ਜਦ ਬਰਾੜ ਕਹਿੰਦਾ ਗਏ ਤੇ ਆਇਓ, ਕਹਿੰਦਾ ਤੁਹਾਨੂੰ ਨਹੀਂ ਪਤਾ, ਤੁਹਾਡੇ ਤੋਂ ਨਹੀਂ ਲਿਆ ਹੋਣਾ, ਰਹਿਣ ਦਿਓ। ਫਿਰ ਉਹਨੇ ਕਿਹਾ ਵੀ ਮੈਂ ਦਸਤਖਤ ਨਹੀਂ ਕਰਨੇ ਕਰਫਿਊ ਤੇ। ਹੁਣ ਉਹ ਕੋਈ ਜਸਟੀਫਿਕੇਸ਼ਨ ਕਰੀ ਜਾ, ਪਰ ਉਸ ਸਮੇਂ ਹੱਕ ਬਣਦਾ ਸੀ ਵੀ ਐਡੇ ਵੱਡੇ ਅਕਾਲੀ ਦਲ ਦੇ ਲੀਡਰ ਦਾ ਤੇਰਾ ਰਿਸ਼ਤਾ ਹੋਵੇ ਤੇ ਤੂੰ ਤੇਰੇ ਹੁੰਦਿਆਂ ਉੱਥੇ ਜ਼ੁਲਮ ਹੋਵੇ ਤੇ ਤੂੰ ਸ਼ਹਿਰ ਦਾ ਡੀਸੀ ਹੋਵੇਂ। ਧਿਰ ਗਿਆ ਇਹੋ ਜਿਹੇ ਡੀਸੀ ਬਣੇ ਤੋਂ। ਸਰਦਾਰ ਕਸ਼ਮੀਰ ਸਿੰਘ ਜੀ, ਲਾਈਨ ਨੰਬਰ 4। ਸਰਦਾਰ ਹਰਜੀਤ ਸਿੰਘ ਜੀ, ਆਪ ਜੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਆਹ ਹਫ਼ਤੇ ਦੇ ਵਿੱਚ ਬਹੁਤ ਕੁਛ ਸੁਣਨ ਨੂੰ, ਬਹੁਤ ਕੁਛ ਦੇਖਣ ਨੂੰ ਆਉਂਦਾ। ਇੱਕ ਤਾਂ ਉਹ ਸੰਸਥਾ ਹੈਗੀ ਜਿਹੜੇ ਜੰਮੇ ਵੀ ਨਹੀਂ ਸੀ, ਇੱਕ ਉਹ ਸੀ ਜਿਨ੍ਹਾਂ ਨੇ ਪਿੰਡੇ ਦੇ ਹੰਡਾਇਆ, ਇੱਕ ਉਹ ਹਨ ਜਿਹੜੇ ਕਿ ਸੁਣੀਆਂ ਸੁਣਾਈਆਂ ਦੇ ਉੱਤੇ ਤੁਰੇ ਜਾਂਦੇ ਆ, ਇੱਕ ਉਹ ਹੈ ਜਿਹੜੇ ਕਿ ਉਹਨਾਂ ਲੀਡਰਾਂ ਦੇ ਜਾਂ ਉਹਨਾਂ ਉਸ ਵਕਤ ਤੇ ਜਿਹੜੇ ਚਲੋ ਤੁਸੀਂ ਸਿੱਖੀ ਨਾਲ ਜੁੜੇ ਹੋਏ ਲੋਕ ਸੀ, ਉਹਨਾਂ ਦੇ ਧੀਆਂ ਪੋਤੇ ਆ। ਪਤਾ ਨਹੀਂ ਕਿ ਇਹ ਸਾਡੇ ਉੱਤੇ ਐਡਾ ਵੱਡਾ ਨੁਕਸਾਨ ਵਾਪਰਿਆ। ਉਸ ਵਕਤ ਦੇ ਜ਼ਾਲਮਾਂ ਨੇ ਜੋ ਕੁਛ ਕੀਤਾ, ਅਸੀਂ ਮੁਗਲ ਬਾਦਸ਼ਾਹ ਨੂੰ ਕਹਿੰਦੇ ਸੀ ਜਾਂ ਅਸੀਂ ਹੋਰਨਾਂ ਨੂੰ ਕਹਿੰਦੇ ਸੀ, ਉਹਨਾਂ ਨੇ ਹਮਲੇ ਕੀਤੇ। ਪਰ ਇਹਨਾਂ ਨੇ ਉਦੋਂ ਵੀ ਵੱਡੀ ਅੱਤ ਕਰਕੇ ਤੇ ਫਿਰ ਆਪਣੇ ਆਪ ਨੂੰ ਬਹੁਤ ਸੱਚੇ ਸੁੱਚੇ ਕਹਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਦੇ ਦੇਸ਼ ਦੀਆਂ ਫੌਜਾਂ ਹਾਲੇ ਚੜੀਆਂ ਨਹੀਂ ਦੇਸ਼ ਦੇ ਉੱਤੇ, ਹਾਲੇ ਅਨਾਊਂਸ ਹੀ ਕੀਤਾ ਗਿਆ ਪ੍ਰੈਜ਼ੀਡੈਂਟ ਵੱਲੋਂ ਕਿ ਮੈਂ ਉੱਥੇ ਫੌਜਾਂ ਭੇਜ ਦੇਣੀਆਂ। ਤੇ ਜਿਹੜੇ ਫੌਜਾਂ ਦੇ ਜਨਰਲ, ਜਿਹੜੇ ਫੌਜਾਂ ਦੇ ਕੌਂਸਟੀਟਿਊਸ਼ਨ ਨੂੰ ਬਣਾਉਣ ਵਾਲੇ ਲੋਕ, ਉਹ ਸਾਰੇ ਉੱਠ ਖੜੇ ਹੋਏ। ਉਹ ਭਲਿਓ ਲੋਕੋ, ਆਪਣੇ ਦੇਸ਼ ਦੇ ਲੋਕਾਂ ਉੱਤੇ ਫੌਜ ਚੜਾਉਣ ਲੱਗੇ ਆ। ਕਿੱਡਾ ਵੱਡਾ ਇੱਕ ਖੁੱਲ ਦਿਲਾਂ ਨਾਲ ਇੱਕ ਕੰਮ ਕੀਤਾ ਉਹਨਾਂ ਨੇ। ਪਰ ਬਦਕਿਸਮਤੀ ਸਿੱਖਾਂ ਉੱਤੇ ਹੋਏ ਅਤਿਆਚਾਰ ਨੂੰ ਕੁਛ ਇੱਕ ਛਿਲੜਾਂ ਦੀ ਖਾਤਰ, ਕੁਛ ਇੱਕ ਉਹ ਸਫੈਦ ਪੋਛਾਂ ਦੇ ਧੀਆਂ ਪੁੱਤ ਅੱਜ ਵੀ ਉਹੀ ਕੁਛ ਕਰੀ ਜਾ ਰਹੇ ਆ। ਜਸਟੀਫਿਕੇਸ਼ਨ ਕਰਦੇ ਹੈ ਜੀ, ਮੈਂ ਜਸਟੀਫਿਕੇਸ਼ਨ ਕਰਦੇ, ਜਸਟੀਫਿਕੇਸ਼ਨ
ਹਾਂਜੀ ਹਾਂਜੀ ਉਹੀ ਕਹਿ ਰਿਹਾ ਨਾ ਵੀ ਉਹ ਜਸਟੀਫਿਕੇਸ਼ਨ ਦੇ ਰਹੇ ਆ ਵੀ ਨਹੀਂ 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 ਉਹ ਤਾਂ ਬਹੁਤ ਉਹਨਾਂ ਨੇ ਤਾਂ ਬਹੁਤ ਕੁਛ ਸਹਾਰਿਆ ਪਿੰਡਾਂ ਤੇ ਸਹਾਰਿਆ ਪਰ ਇਹ ਨਹੀਂ ਉਹ ਕਹਿੰਦੇ ਵੀ ਲਾਹਨਤ ਆ ਸਾਡੇ ਵਾਸਤੇ ਜੋ ਕੁਛ ਅਸੀਂ ਉਸ ਵੇਲੇ ਦੇਖਿਆ ਜਾਂ ਸੁਣਿਆ। ਪਰ ਹੁਣ ਦੇਖੋ ਦੂਸਰੇ ਪਾਸੇ ਆ ਜਾਂਦੀ ਹਰਜੀਤ ਸਿੰਘ ਜੀ, ਸਾਨੂੰ ਇਹ ਵੀ ਦੇਖਣਾ ਪਊ ਸਾਡੇ ਉਸ ਵੇਲੇ ਸੱਜਣ ਕੌਣ ਸੀ ਦੁਸ਼ਮਣ ਕੌਣ ਸੀ ਜਿਨ੍ਹਾਂ ਨੂੰ ਸਾਡੀ ਕੌਮ ਪਛਾਣ ਹੀ ਨਹੀਂ ਸਕੀ। ਕਿ ਮੈਂ ਕਹਿੰਦਾ ਮੈਂ ਸਿਰ ਨਿਵਾਉਣਾ ਅੱਜ ਜਿਹੜਾ ਸੋਸ਼ਲ ਮੀਡੀਆ ਮੈਂ ਸਿਰ ਨਿਵਾਉਣਾ ਵਿਕੀਲੀਕ ਨੂੰ ਜਿਨ੍ਹਾਂ ਨੇ ਇਹ ਚੀਜ਼ਾਂ ਬਾਹਰ ਕੱਢ ਕੇ ਲਿਆਂਦੀਆਂ ਕਿ ਸਾਨੂੰ ਜਿਹੜੀਆਂ ਚੀਜ਼ਾਂ ਦਾ ਕਦੇ ਜ਼ਿੰਦਗੀ 'ਚ ਪਤਾ ਨਹੀਂ ਸੀ ਲੱਗਣਾ ਉਹ ਵੀ ਸਾਡੇ ਸਾਹਮਣੇ ਆ ਰਹੀਆਂ, ਉਹ ਸਾਨੂੰ ਦਿਸ ਰਿਹਾ ਹੈ ਇਸ ਵੇਲੇ। ਪਰ ਕਈ ਲੋਕ ਉਹ ਆ ਜਿਹੜੇ ਦੇਖ ਕੇ ਅੱਖੋਂ ਪਰੇ ਕਰ ਰਹੇ ਆ, ਕੁਛ ਇੱਕ ਉਹ ਆ ਜਿਹੜੇ ਜਾਣ ਕੇ ਸੁੱਤੇ ਪਏ ਆ, ਜਿਹੜੇ ਇਸ ਚੀਜ਼ ਨੂੰ ਅਪਣਾਉਣਾ ਨਹੀਂ ਚਾਹੁੰਦੇ। ਜਿਹੜਾ ਸਾਨੂੰ ਦੇਖੋ ਤੁਸੀਂ ਮੈਨੂੰ ਇਸ ਗੱਲ ਵਿੱਚ ਨਾ ਦੁਹਰਾਵਾਂ ਦਿਓ, ਮੈਂ ਜਿਹੜਾ ਨਾ ਇੱਕ ਦੇਖਦਾ ਹੈਗਾ ਜਿਹੜਾ ਕਿ ਕਦੇ ਭਗਵਾਨ ਹੋਇਆ ਵੀ ਨਹੀਂ ਦੁਨੀਆ ਦੇ ਉੱਤੇ, ਉਹਦੀਆਂ ਅੱਜ ਤੱਕ ਲੜਾਈਆਂ ਉਹਦੇ ਅੱਜ ਤੱਕ ਤਵਾਰੀਖਾਂ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਤੇ ਸਾਰੀ ਦੁਨੀਆ ਉਹਨੂੰ ਸੱਚ ਮੰਨ ਰਹੀ ਆ, ਉਹਦੀਆਂ ਲੀਲਾ ਇੱਥੇ ਗਾਈਆਂ ਜਾ ਰਹੀਆਂ, ਲੀਲਾ ਦਿਖਾਲੀਆਂ ਜਾ ਰਹੀਆਂ। ਪਰ ਸਾਡੇ ਸਾਹਮਣੇ ਜੋ ਕੁਛ ਸਾਡੇ ਗੁਰੂ ਸਾਹਿਬਾਨ ਨੇ ਕੀਤਾ ਉਹਨਾਂ ਵਾਸਤੇ ਕੀਤਾ, ਪਰ ਉਹੋ ਹੀ ਲੋਕਾਂ ਨੇ ਸਾਨੂੰ ਅਨੰਦਪੁਰ ਸਾਹਿਬ ਗੁਰੂ ਸਾਹਿਬ ਨੂੰ ਛੱਡਣ ਲਈ ਮਜਬੂਰ ਕੀਤਾ। ਉਹੋ ਹੀ ਲੋਕਾਂ ਨੇ ਜਿਨ੍ਹਾਂ ਦੇ ਲਈ ਸੀਸ ਦਿੱਤੇ, ਉਹੀ ਲੋਕਾਂ ਨੇ ਸਭ ਤੋਂ ਵੱਧ ਚੜ੍ਹ ਕੇ ਦੂਸਰੀਆਂ ਸਰਕਾਰਾਂ ਦਾ ਸਾਥ ਦੇ ਕੇ ਗੁਰੂ ਸਾਹਿਬ ਨੂੰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲਿਆ ਹੋਇਆ ਜੱਦੀ ਕਹਿ ਲਓ ਧਰਤੀ ਹੈਗੀ ਆ ਜਿਨ੍ਹਾਂ ਦੀ ਵਸੀਅਤ ਅੱਜ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਆ, ਉਸ ਨੂੰ ਛੱਡਣ ਲਈ ਮਜਬੂਰ ਕਰ ਦਿੱਤਾ ਤੇ ਫਿਰ ਉਹਦੇ ਨਾਲ ਜੋ ਕੁਛ ਹੋਇਆ। ਪਰ ਸਾਨੂੰ ਅੱਜ ਇਹ ਜ਼ਰੂਰ ਕਹਿਣਾ ਪਊਗਾ ਵੀ ਜੋ ਸਨ ਜਰਨੈਲ ਸਿੰਘ ਜੀ ਉਸ ਵਕਤ ਦੇ ਵਿੱਚ ਜੋ ਉਹਨਾਂ ਦੇ ਵਚਨ ਸੀ BBC ਨਾਲ ਉਹਨਾਂ ਨੇ ਜੋ ਕੁਛ ਕੀਤੇ ਅਖੀਰਲੇ ਟਾਈਮ ਤੇ, ਜਾਂ ਜਿਹੜੇ ਉਹਨਾਂ ਦੀ 1 ਤਰੀਕ ਨੂੰ ਛੋਟੀ ਜਿਹੀ ਕਲਿੱਪ ਹੈਗੀ ਆ ਪਈ ਹੁਣ ਸਿੱਖੋ ਕਮਰ ਕੱਸੇ ਬੰਨ ਕੇ ਬੈਠ ਨਾ ਜਾਇਓ ਕਮਰ। ਜਸਵੀਰ ਸਿੰਘ ਜੀ ਲਾਈਨ ਨੰਬਰ 5 ਤੁਸੀਂ ਏਅਰ ਤੇ ਹੋ। ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਕੱਲ ਤੇ ਅੱਜ ਜਿਹੜਾ ਪ੍ਰੋਗਰਾਮ ਰਮਣਾ ਸਾਹਿਬ ਦਾ ਹੋਇਆ ਉਹ ਮੈਨੂੰ ਥੋੜਾ ਜਿਹਾ ਬੜਾ ਦੁੱਖ ਲੱਗਿਆ ਕਿਉਂਕਿ ਮੈਨੂੰ ਲੱਗਿਆ ਜਿਵੇਂ ਇੰਡੀਆ ਗੌਰਮੈਂਟ ਦਾ ਸਪਾਂਸਰਡ ਪ੍ਰੋਗਰਾਮ ਹੀ ਹੁੰਦਾ ਕਈ ਵਾਰੀ ਉਹਦੇ ਵਿੱਚ ਇੰਡੀਆ ਗੌਰਮੈਂਟ ਦਾ ਪੱਖ ਪੇਸ਼ ਕਰਨ ਵਾਲੇ ਬੰਦੇ ਆ ਰਹੇ ਆ ਜੀ। ਕੱਲ ਮੈਂ ਜਿਹੜਾ ਹਰਕੇਸ਼ ਸਿੰਘ ਸਿੱਧੂ ਇਹਨਾਂ ਨੇ ਲਿਆਂਦਾ ਸੀ ਉਹਨੂੰ ਇੱਕ ਕੁਐਸਚਨ ਦਾ ਪੁੱਛਿਆ ਸੀਗਾ ਵੀ ਜਦੋਂ ਬੰਦਾ ਆਪਣੇ ਘਰ ਦੇ ਵਿੱਚ ਰਹਿੰਦਾ ਉਹ ਆਪਣੀ ਰੱਖਿਆ ਵਾਸਤੇ ਆਪਣੇ ਘਰ ਦੀ ਰੱਖਿਆ ਵਾਸਤੇ ਹਥਿਆਰ ਲੈ ਕੇ ਬਹਿ ਸਕਦਾ ਆਪਣੇ ਘਰੇ ਤੇ ਉਹਦੇ ਉੱਤੇ ਜੇ ਕੋਈ ਹੋਰ ਆਉਂਦਾ ਧਾੜ ਵੀ ਕਸੂਰਵਾਰ ਉਹ ਆ ਵੀ ਭਿੰਡਰਾਂ ਵਾਲੇ ਜੇ ਉੱਥੇ ਬਹਿ ਕੇ ਆਪਣਾ ਰੱਖਿਆ ਵਾਸਤੇ ਉੱਥੇ ਬੈਠਿਆ ਗੁਰੂ ਘਰ ਆ ਸਾਰਿਆਂ ਦਾ ਉਹਨਾਂ ਦਾ ਹੈਗਾ। ਉਹਨਾਂ ਨੇ ਜਵਾਬ ਦਿੱਤਾ ਇਸ ਗੱਲ ਦਾ, ਉਹ ਕਹਿੰਦਾ ਉਹਦੀ ਪ੍ਰਾਪਰਟੀ ਸੀਗੀ, ਉਹ ਪ੍ਰਾਪਰਟੀ ਉਹਨਾਂ ਦੀ ਨਹੀਂ ਸੀ, ਉਹ ਸਿੱਖ ਦੂਜੇ ਫੌਜ ਦੀ ਵੀ ਨਹੀਂ ਸੀਗੀ ਜਾਂ ਇੰਡੀਆ ਗੌਰਮੈਂਟ ਦੀ ਨਾ ਡਿਸਪਿਊਟਰ ਸੀਗੀ। ਉਹ ਕਿਉਂ ਆਏ ਉੱਥੇ ਚੱਲ ਕੇ? ਮੈਂ ਕਿਹਾ ਫਿਰ ਦੱਸੋ ਵੀ ਉੱਥੇ ਕੋਈ ਬੰਦਾ ਇਹੋ ਜਿਹਾ ਸੀਗਾ ਜਿਹੜਾ ਉਹਨਾਂ ਨੂੰ ਲੜੀਂਦਾ ਸੀਗਾ, ਕੋਈ ਕੇਸ ਕਿਸੇ ਦੇ ਦਰਜ ਹੋ ਗਿਆ ਕਿਸੇ ਦੀ ਨੌ ਤੁਸੀਂ ਲਾਇਆ ਹੋਵੇ ਇਸ਼ਤਿਹਾਰ ਵੀ ਆਹ ਬੰਦਾ ਸਾਨੂੰ ਲੜੀਂਦਾ, ਉਹ ਅੰਦਰ ਬੈਠਾ ਠੀਕ ਹੈ ਨਾ। ਉਹ ਜਦੋਂ ਇਹ ਸਾਰੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਬਸ ਆਹ ਗੱਲ ਕਹਿ ਕੇ ਚੁੱਪ ਗਏ ਨਹੀਂ ਤੇ ਸਰ ਕੱਲ੍ਹ ਬੜਾ ਦੁੱਖ ਲੱਗਿਆ ਵੀ ਇਹ ਜਿਹੜੇ ਦਿਨ ਚੱਲਦੇ ਆ ਬੜੇ ਅਫਸੋਸ ਵਾਲੇ ਚੱਲਦੇ ਆ। ਸਿੱਖਾਂ ਦੇ ਤਾਂ ਜ਼ਖਮ ਅੱਗੇ ਬੜੇ ਹੱਲੇ ਨੇ ਹਾਲੇ ਇਹ ਹੋਰ ਨੂਣ ਭੁੱਕਣ ਲੱਗੇ ਜੀ। ਮੈਨੂੰ ਬੜਾ ਦੁੱਖ ਹੋਇਆ ਕੱਲ੍ਹ ਦਾ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਬੰਦਾ ਲਿਆ ਰਿਹਾ ਨਾ ਇਹ ਬੜਾ ਔਖਾ ਸੁਣਨਾ। ਧੰਨਵਾਦ ਜੀ। ਥੈਂਕ ਯੂ ਜੀ। ਐਨੀਵੇਜ਼ ਮੈਂ ਅੱਗੇ ਵੀ ਬੇਨਤੀ ਕੀਤੀ ਤੁਹਾਡੇ ਆਪਣੇ ਇਹ ਬਲਬਲੇ ਨੇ, ਮੈਂ ਚਾਹੁੰਦਾ ਨਹੀਂ ਵੀ ਤੁਹਾਨੂੰ ਮੈਂ ਰੋਕਾਂ ਪਰ ਮੈਂ ਅੱਗੇ ਬੇਨਤੀ ਕੀਤੀ ਵੀ ਕਿਸੇ ਦੇ ਪ੍ਰੋਗਰਾਮ ਦੀ ਮੇਰੇ ਗੱਲ ਨਾ ਕਰਿਆ ਕਰੋ। ਹਾਂ ਇਹ ਗੱਲ ਤੋਰੀ ਹੈ ਸਿੱਧੂ ਹੋਣਾ ਨੇ ਪ੍ਰੋੜਤਾ ਕੀਤੀ, ਹੁਣ ਉਹਦੇ ਜਵਾਬ 'ਚ ਜਸਵੀਰ ਸਿੰਘ ਹੋਣੀ ਆ ਗਏ। ਮੇਰੇ ਪ੍ਰੋਗਰਾਮ ਦੇ ਵਿੱਚ ਕਿਸੇ ਦੀ ਗੱਲ ਨਾ ਕਰੋ ਪਲੀਜ਼, ਤੇ ਮੇਰੀ ਵੀ ਕਿਸੇ ਦੇ ਨਾ ਕਰੋ ਤੇ ਕਿਸੇ ਦੀ ਮੇਰੇ 'ਚ ਨਾ ਕਰੋ। ਮੈਨੂੰ ਆਪਣਾ ਕਰਨ ਦਿਓ, ਕੋਈ ਜਿਵੇਂ ਮਰਜ਼ੀ ਆਪਣੀ ਡੱਫ ਖੜਕਾਵੇ ਤੇ ਜਿਹੇ ਜੀ ਮੇਰੇ ਤੋਂ ਖੜਕਦੀ ਹੈ ਮੈਂ ਖੜਕਾਉਣਾ। ਹਰਜੀਤ ਸਿੰਘ ਜੀ ਲਾਈਨ ਨੰਬਰ 2। ਹੈਲੋ ਸਤਿ ਸ਼੍ਰੀ ਅਕਾਲ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਵੀਰ ਜੀ। ਹਰਜੀਤ ਸਿੰਘ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। 3-4 ਦਿਨ ਤੋਂ ਇਹਦੇ ਬਾਰੇ ਬਹੁਤ ਨਵੀਆਂ ਮਤਲਬ ਗੱਲਾਂ ਸਾਹਮਣੇ ਆ ਰਹੀਆਂ ਨੇ। ਜਿਹੜੀ ਆਹ ਗੱਲ ਹੁਣ ਸਾਹਮਣੇ ਆ ਰਹੀ ਆ ਆਪਣੇ ਕੱਲ ਦੇ ਉਹ ਆਪਦੀਆਂ ਸਫਾਈਆਂ ਦੇ ਰਹੇ ਨੇ ਇਹਦੇ ਵਿੱਚ ਦੇਖੋ ਤੁਸੀਂ ਕਲੀਅਰ ਤਾਂ ਕੀਤਾ। ਇਹਦੇ ਵਿੱਚ ਇਹ ਵੀ ਦੇਖਣ ਵਾਲੀ ਗੱਲ ਆ ਚਲੋ ਉਹਨਾਂ ਨੂੰ ਛੁੱਟੀ ਭੇਜਦਾ, ਚਲੋ ਇਹ ਮਤਲਬ ਕੋਈ ਜਾਣ ਬੁੱਝ ਕੇ ਨਹੀਂ ਲਿਆਂਦੇ ਆਪ ਆ ਗਏ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ ਸਿੱਖਾਂ ਦੀ ਜਿਹੜੀ ਰਹਿਨਮਾਈ ਕਰਦੇ ਹਾਂ ਅਸੀਂ ਪੰਥ ਦੇ ਪਾਰਟੀ ਦੀਆਂ,
ਤੇ ਦੂਜੇ ਉਹਨਾਂ ਦੀ ਰਿਸ਼ਤੇਦਾਰੀ ਦਾ ਕਲੀਅਰ ਹੈ ਨਾ। ਜਦੋਂ ਇਹ ਗੱਲ ਆਈ ਤੇ ਉਹਨਾਂ ਨੇ ਕਿਉਂ ਨਾ ਸਾਫ਼ ਜਵਾਬ ਦਿੱਤਾ ਵੀ ਮੈਨੂੰ ਨਹੀਂ ਡੀਸੀ ਦੀ ਪੋਸਟ ਚਾਹੀਦੀ, ਜੇ ਸਾਡਾ ਤੁਸੀਂ ਗੁਰੂ ਘਰ ਢਾਉਂਦੇ ਹੋ ਤੇ ਉਹਦਾ ਨਹੀਂ ਕੋਈ ਫਰਜ਼ ਬਣਦਾ ਸੀ? ਕਿਉਂ ਨਹੀਂ ਉਹਨੇ ਲੱਤ ਮਾਰੀ ਵੀ ਚੱਲ ਤੂੰ ਹੈਗਾ ਸੀ, ਚਲੋ ਤੁਹਾਨੂੰ ਜਾਣ ਕੇ ਨਹੀਂ ਲੈਂਦਾ, ਫਿਰ ਤੇਰਾ ਫਰਜ਼ ਨਹੀਂ ਸੀ ਬਣਦਾ ਜਾਂ ਤੇਰਾ ਵੀ ਡੀਸੀ ਆਪਣੇ ਤਾਕਤ ਨੂੰ ਢਾਉਣ ਆਇਆ ਤੇ ਡੀਸੀ ਦੀ ਇੱਕ ਪੋਸਟ ਉਹਦੇ ਮੂਹਰੇ ਕੀ ਚੀਜ਼ ਆ? ਉਹਨੇ ਕਿਉਂ ਨਾ ਜਵਾਬ ਦਿੱਤਾ? ਦੂਜੀ ਗੱਲ ਇੱਕ ਗੱਲ ਕਹਿੰਦੇ ਉਹ ਇਨਸਾਫ ਹੈ, ਉਹ ਕਦੋਂ ਵੀ ਚੋਰ ਕਦੇ ਮੰਨਦਾ ਹੁੰਦਾ ਮੈਂ ਚੋਰੀ ਕੀਤੀ, ਉਹ ਕਿਵੇਂ ਕਹਿ ਦੂਗਾ ਵੀ ਹਾਂ ਮੈਂ ਐਂ ਕੀਤਾ? ਉਹਦਾ ਦੂਜਾ ਪੱਖ ਦੇਖੇ ਤੇ ਫੇਰ ਪਤਾ ਲੱਗੂਗਾ, ਜਿਹੜਾ ਦੂਜਾ ਬੰਦਾ ਆ ਕੇ ਦੱਸੂਗਾ। ਦੂਜੀ ਗੱਲ ਇੱਕ ਇਹ ਬੜੀ ਪ੍ਰਚਾਰ ਕੀਤਾ ਰਿਹਾ ਹਿੰਦੂਆਂ ਨੂੰ ਨਾ ਤੁਸੀਂ ਬਲੇਮ ਕਰੋ, ਸਾਰੇ ਹਿੰਦੂ ਆਪਾਂ ਮੰਨਦੇ ਹਾਂ ਵੀ ਸਾਰੇ ਹਿੰਦੂ ਇਹਦੇ ਵਿੱਚ ਨਹੀਂ ਸ਼ਾਮਲ ਸੀ, ਪਰ ਇਹ ਵੀ ਗੱਲ ਮੰਨਣ ਵਾਲੀ ਹੈ ਕਿ ਬਹੁਤ ਗਿਣਤੀ ਹਿੰਦੂ ਇਹਦੇ ਵਿੱਚ ਸ਼ਾਮਲ ਸੀ। ਉਹਦਾ ਕਾਰਨ ਇਹ ਆ ਕਿ ਜੇ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੁੰਦਾ, ਇਸ ਗੱਲ ਦਾ ਉਹਨਾਂ ਨੂੰ ਗੁੱਸਾ ਹੁੰਦਾ ਤਾਂ ਉਹ ਇੰਡੀਆ ਦੀ ਹਿਸਟਰੀ ਵਿੱਚ ਜਿੰਨੀਆਂ ਸੀਟਾਂ ਕਾਂਗਰਸ ਨੂੰ ਜਿਤਾਈਆਂ ਉਹ ਇਸੇ ਇਨਾਮ ਦੇ ਵਿੱਚ ਜਿਤਾਈਆਂ ਕਿ ਉਹਨਾਂ ਨੇ ਇਹ ਕਾਰਾ ਕੀਤਾ। ਜੇ ਉਹਨਾਂ ਨੂੰ ਦੁੱਖ ਹੁੰਦਾ, ਉਹਨਾਂ ਨੇ ਇਸ ਦਾ ਰੋਸ ਪ੍ਰਗਟ ਕਰਨਾ ਹੁੰਦਾ, ਉਹਨੂੰ ਮਤਲਬ ਤਾਕਤ ਤੋਂ ਲਾ ਕੇ ਇਹਦਾ ਮਤਲਬ ਰੋਸ ਵੀ ਪ੍ਰਗਟ ਕਰਦਾ ਸੀ। ਇਹਦੇ ਵਿੱਚ ਇਹ ਆਪਾਂ ਬਿਲਕੁਲ ਇਹ ਕਹਿ ਨਹੀਂ ਸਕਦੇ ਵੀ ਉਹਨਾਂ ਦੀ ਸਹਿਮਤੀ ਨਹੀਂ ਸੀ, ਉਹ ਬਿਲਕੁਲ ਖੁਸ਼ ਸੀਗੇ ਉਹ ਤੋਂ ਜੋ ਉਹਨਾਂ ਨੇ ਕੀਤਾ ਸੀ ਕਿ ਉਹਦੇ ਵਿੱਚ ਉਹ ਭਾਗੀਦਾਰ ਬਣਦੇ ਆ ਜੇ ਉਹਨਾਂ ਨੇ ਮਤਲਬ ਐਡੀ ਵੱਡੀ ਗਿਣਤੀ ਵਿੱਚ ਜਿਤਾ ਕੇ ਇਹਨਾਂ ਨੂੰ ਮਤਲਬ ਤਾਕਤ ਤੇ ਬਿਠਾਇਆ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਹੁਣ ਗੱਲ ਪਤਾ ਕਿੱਥੋਂ ਚੱਲ ਰਹੀ ਹੈ? ਇਹ ਬਾਬੂ ਸ਼ਾਹੀ ਤੇ ਗੱਲਾਂ ਚੱਲ ਰਹੀਆਂ ਨੇ ਬਈ ਕਿਵੇਂ ਜੀ ਅੰਮ੍ਰਿਤਸਰੋਂ ਬਾਬੂ ਸ਼ਾਹੀ ਤੋਂ ਅੱਗੇ ਫਿਰ ਪੈੜਾ ਬਾਬੂ ਸ਼ਾਹੀ ਦਾ ਲੋਕਾਂ ਨੂੰ ਪਤਾ ਹੀ ਹੈ ਵੀ ਬਾਬੂ ਸ਼ਾਹੀ ਕਿੱਥੇ ਖੜੀ ਹੈ। ਰਮੇਸ਼ ਚੰਦਰ ਉਹਨਾਂ ਨੇ ਅੱਜ 36 ਸਾਲਾਂ ਬਾਅਦ ਬਾਬੂ ਸ਼ਾਹੀ 'ਚ ਕਿਹਾ ਮੈਂ ਕਹਿੰਦੇ ਵੈਸਟ ਬੰਗਾਲ ਦਾ ਲੀਡਰ ਦਾ IAS ਸੀ, ਪਰ 78 'ਚ ਮੈਂ ADC ਫਰੀਦਕੋਟ ਦਾ ਸੀ ਕਿਉਂਕਿ ਜੀਜਾ ਜੀ ਦੀ ਸਰਕਾਰ ਸੀ, ਇੱਧਰ ਲੈ ਆਉਂਦੇ ਹੋਣਗੇ ਤੇ ਫਿਰ ਮੈਨੂੰ ਇੰਸਟਰਕਸ਼ਨਾਂ ਦਿੱਤੀਆਂ। ਜਿਹੜੀ ਹੁਣ ਮੈਂ ਗੁਰਦੇਵ ਸਿੰਘ ਬਰਾੜ ਉਹਨਾਂ ਬਾਰੇ ਪਤਾ ਕੀਤਾ, ਉਹਨਾਂ ਦੇ ਅਜੇਪਾਲ ਸਿੰਘ ਬਰਾੜ ਹੋਣੀ ਜਿਹੜੇ ਆਏ ਸੀ ਉਹਨਾਂ ਦੇ ਪੁੱਤਰ ਦੇ ਨਾਲ ਉਹ ਪੜ੍ਹਦੇ ਰਹੇ ਗੁਰਦੇਵ ਸਿੰਘ ਬਰਾੜ ਦੇ। ਉਹ ਕਹਿੰਦੇ ਵੀ ਦਸਤਕਾਂ ਦੀ ਕਿਸੇ ਦੀ ਲੋੜ ਨਹੀਂ ਸੀ ਕਿਉਂਕਿ ਪੰਜਾਬ ਆਲਰੇਡੀ ਮਿਲਟਰੀ ਦੇ ਅੰਡਰ ਸੀ, ਕਿਸੇ ਦਸਤਕਾਂ ਦੀ ਲੋੜ ਨਹੀਂ ਸੀ। ਗੜਬੜ ਵਾਲਾ ਇਲਾਕਾ ਕਰਾਰ ਉਹ ਦੇਤਾ ਸੀ ਤੇ ਦਿਆਲ ਆ ਕੇ ਰਾਜਪਾਲ ਦੀ ਜਗ੍ਹਾ ਬਹਿ ਗਿਆ ਸੀ। ਗੁਰਦੇਵ ਸਿੰਘ ਬਰਾੜ ਅਨਕੰਫਰਟੇਬਲ ਸੀ ਮਿਲਟਰੀ ਦੇ ਅਟੈਕ ਦੇ ਲਈ ਤੇ ਪ੍ਰੋ ਸੰਤ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਦੀ ਆਈਡੀਓਲੋਜੀ ਸੀ। ਇਹਦੇ ਕਰਕੇ ਜਦ ਉਹਨਾਂ ਨੇ ਇੱਕ ਵਾਰ ਉਹਨੂੰ ਕੁਲਦੀਪ ਬਰਾੜ ਨੂੰ ਕਹਿਤਾ ਵੀ ਤੁਸੀਂ ਇਹ ਨਾ ਕਰੋ, ਤੁਹਾਨੂੰ ਨਹੀਂ ਪਤਾ, ਆਈ ਡੋਂਟ ਥਿੰਕ ਸੋ। ਉਹ ਕਹਿੰਦਾ ਬਸ ਗਏ ਅੰਦਰ ਤੇ ਬਸ ਆਏ ਵੀ ਉਹ ਸਰੈਂਡਰ ਕਰੂ। ਉਹ ਕਹਿੰਦਾ ਬਈ ਜਦ ਟੈਂਕ ਜਿਹੜੇ ਝੰਗਿਆੜਾ ਮਾਰਦੇ ਆ ਤੇ ਹੈਲੀਕਾਪਟਰ ਉੱਡਦੇ ਆ, ਵੱਡੇ ਦੀਆਂ ਲੱਤਾਂ ਜਿਹੜੀਆਂ ਪੈਂਟ 'ਚ ਹਿਲਦੀਆਂ ਨੇ, ਗੁਰਦੇਵ ਸਿੰਘ ਬਰਾੜ ਨੇ ਕਹਿਤਾ ਆਈ ਡੋਂਟ ਥਿੰਕ ਸੋ। ਇਹਦੇ ਕਰਕੇ ਉਹਨਾਂ ਨੂੰ ਕਿਹਾ ਬਈ ਇਹ ਗੱਲ ਕੀਤੀ ਤੇ ਰਣਜੀਤ ਸਿੰਘ ਦਿਆਲ ਸਲਾਹਕਾਰ ਲਾ ਕੇ, ਸਲਾਹਕਾਰ ਕੀ ਉਹਨਾਂ ਦੇ ਅੰਡਰ ਸੀ, ਉਹ ਕਹਿੰਦਾ ਵੀ ਮੈਂ ਇੱਥੇ ਕੰਫਰਟੇਬਲ ਨਹੀਂ। ਫਿਰ ਉਹਨੂੰ ਕ੍ਰੀਏਟ ਤਾਂ ਕਰਨਾ ਹੀ ਸੀ ਨਾ ਕਿਤੇ ਨੂੰ ਬਈ ਇਹ ਅਮਰੀਕਾ ਚੱਲੇ ਨੇ ਜੀ, ਇਹ ਚੱਲੇ ਨੇ। ਸੱਚ ਇਹ ਹੈ ਕਿ ਜਿਹੜਾ ਸਿੰਬੋਲਿਕ ਹੀ ਕਹਿਣਾ, ਇੱਕ ਬੰਦੇ ਤੁਸੀਂ ਪ੍ਰੋ ਮਿਲਟਰੀ ਦੇ ਹੱਕ 'ਚ ਆ ਕੇ ਬਹਿਨੇ ਉਸ ਗੱਦੀ ਤੇ, ਇੱਕ ਬੰਦਾ ਉਹ ਆ ਜਿਸ ਨੇ ਉਹਦੇ ਅਗੇਂਸਟ ਗੱਲ ਕੀਤੀ। ਸਿੰਪਲ ਇਹ ਗੱਲ ਹੈ। ਹੁਣ ਮੇਰੇ ਨਾਲ ਹਰਿੰਦਰ ਸਿੰਘ ਸਿੱਖ ਰਿਸਰਚ ਇੰਸਟੀਚਿਊਟ ਤੋਂ, ਜਿਹਨਾਂ ਨੂੰ ਹਰਿੰਦਰ ਸਿੰਘ ਜੀ ਟੈਕਸਸ ਕਰਕੇ ਵੀ ਆਪਾਂ ਜਾਣਦੇ ਹਾਂ, ਅਕਸਰ ਵਕਤ ਦਰ ਵਕਤ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਗੁਰੂ ਫਤਿਹ ਜੀ। ਧੰਨਵਾਦ ਤੁਹਾਡੇ ਸਮੇਂ ਲਈ ਜੀ। ਪਿਛਲੇ 3-4 ਦਿਨ ਤੋਂ ਆਪਾਂ ਲਗਾਤਾਰ ਇਸ ਘੱਲੂਘਾਰੇ ਦੇ ਅਲੱਗ-ਅਲੱਗ ਪਹਿਲੂਆਂ ਤੇ ਗੱਲਬਾਤ ਕਰ ਰਹੇ ਹਾਂ ਜੀ ਤੇ ਮਹਿਮਾਨ ਵੀ ਮਨਧੀਰ ਸਿੰਘ ਹੋਣੀ, ਜਸਪਾਲ ਸਿੰਘ ਸਿੱਧੂ ਤੇ ਅਜੇਪਾਲ ਸਿੰਘ ਬਰਾੜ, ਉਹਨਾਂ ਨਾਲ ਗੱਲ ਕੀਤੀ। ਅੱਜ ਆਖਰੀ ਦਿਨ ਇਸ ਨੂੰ ਮੈਂ ਸਮ ਅਪ ਕਰਨ ਲਈ ਤੁਹਾਨੂੰ ਬੇਨਤੀ ਕੀਤੀ ਸੀ। ਇਸ ਘੱਲੂਘਾਰੇ ਦੇ ਬਹੁਤ ਪਹਿਲੂ ਨੇ ਤੇ ਜਿਹੜੇ ਬਹੁਤ ਪਹਿਲੂ ਉਜਾਗਰ ਹੋਏ ਨੇ ਪਿਛਲੇ 10-12 ਸਾਲਾਂ ਤੋਂ ਜਦ ਦਾ ਸੋਸ਼ਲ ਮੀਡੀਆ ਆਇਆ। ਤੇ ਇਸ ਘੱਲੂਘਾਰੇ ਦੀ ਮਹੱਤਤਾ ਤੇ ਮੈਂ ਗੱਲ ਕਰਨੀ ਹੈ ਕਿ ਘੱਲੂਘਾਰੇ ਜਿਹੜੇ ਨੇ ਕੌਮਾਂ ਦੀ ਜਾਨ ਕਿਵੇਂ ਹੁੰਦੇ ਨੇ, ਘੱਲੂਘਾਰੇ ਜਿਹੜੇ ਕੌਮ ਨੂੰ ਰਚਨਾ ਕੇ ਰਾਹ ਕਿਵੇਂ ਜਾਂਦੇ ਨੇ, ਐਗਜ਼ਿਸਟੈਂਸ ਕਿਵੇਂ, ਜਿਵੇਂ ਮੁਗਲ ਬਾਦਸ਼ਾਹ ਆ ਕੇ ਆਪਣੀ ਥਰੋਨ ਤੇ ਹਰ ਰੋਜ਼ ਕਿਲੇ ਤੋਂ ਸ਼ਕਲ ਦਿਖਾਉਂਦਾ ਤੇ ਆਪਣੀ ਜਿਹੜੀ ਪ੍ਰਾਈਡ ਹੈ ਇੱਕ ਲਾਇਨ ਦੀ, ਉਹ ਆਪਣੀ ਟੈਰੀਟਰੀ ਦੇ ਵਿੱਚ ਸਵੇਰੇ ਬੱਬਾ ਉੱਠ ਕੇ ਮਾਰਦਾ ਮੈਂ ਜਿਉਂਦਾ। ਇਸ ਤਰ੍ਹਾਂ ਹੀ ਘੱਲੂਘਾਰੇ ਨੇ ਜਿਹੜੇ ਐਗਜ਼ਿਸਟੈਂਸ ਆ ਕੌਮ ਦੀ, ਜਿਹੜੀ ਦੱਸਦੀ ਹੈ ਵੀ 18ਵੀਂ ਸਦੀ ਨਹੀਂ, ਇਹ 20ਵੀਂ ਸਦੀ 'ਚ ਵੀ ਐਗਜ਼ਿਸਟੈਂਸ ਹੈ, 21ਵੀਂ ਸਦੀ 'ਚ ਵੀ ਐਗਜ਼ਿਸਟੈਂਸ ਹੈ। ਸੋ ਘੱਲੂਘਾਰੇ ਨੂੰ ਜੇ ਸਮਝਿਆ ਜਾਵੇ, ਉਹਦੀ ਮਹੱਤਤਾ ਦੀ ਆਪਾਂ ਗੱਲ ਕਰੀਏ, 1984 ਦੇ ਤੀਸਰੇ ਘੱਲੂਘਾਰੇ ਦੀ,
ਉੱਥੋਂ ਮੈਂ ਸ਼ੁਰੂ ਕਰਨਾ ਚਾਹੁੰਦਾ ਜੀ। ਜ਼ਰੂਰ ਜੀ। ਤੇ ਮੈਂ ਇਸ ਗੱਲ ਦੇ ਨਾਲ ਬੜਾ ਖੁਸ਼ ਹਾਂ ਕਿ ਅਸੀਂ ਘੱਲੂਘਾਰਾ ਟਰਮ ਵਰਤ ਰਹੇ ਹਾਂ, ਕਿਉਂਕਿ ਅਦਰਵਾਈਜ਼ ਹੁੰਦਾ ਕੀ ਆ ਕਿ ਦੁਨੀਆ ਦੇ ਵਿੱਚ ਜਿਹੜੀ ਆਦਿ ਕਾਲ ਤੋਂ ਜਿਹੜੀ ਲੜਾਈ ਚੱਲ ਰਹੀ ਆ ਨਾ, ਇੱਕ ਤਾਂ ਫਿਜ਼ੀਕਲ ਲੜਾਈ ਹੁੰਦੀ ਆ ਜਿਹਨੂੰ ਆਪਾਂ ਯੁੱਧ ਕਹਿੰਦੇ ਆ ਜਾਂ ਜੰਗ ਲੱਗਣਾ, ਦੂਸਰੀ ਹੁੰਦੀ ਆ ਜਿਹੜੀ ਅਸੀਂ ਕਹਿੰਦੇ ਆ ਨਜ਼ਰੀਏ ਦੀ, ਜਿਹਨੂੰ ਆਪਾਂ ਨੈਰੇਟਿਵ ਕਹਿੰਦੇ ਆ ਅੱਜ ਕੱਲ੍ਹ, ਕਿ ਦਾਸਤਾਨ ਕੀ ਆ ਸਾਡੀ। ਉਹ ਜੇ ਦਾਸਤਾਨ ਦੇ ਲੈਵਲ ਤੋਂ ਗੱਲ ਕੀਤੀ ਜਾਂਦੀ ਹੈ ਨਾ, ਉਹੀ ਗੱਲ ਫੈਲਾਈ ਜਾਂਦੀ ਹੈ ਤੇ ਉਹੀ ਗੱਲ ਫੈਲਦੀ ਆ, ਜਾਂ ਉਹ ਸਰਕਾਰਾਂ ਫੈਲਾਉਂਦੀਆਂ ਨੇ ਜਾਂ ਜਿਹੜੇ ਉਹਦੇ ਰੈਸਿਪੀਐਂਟ ਹੁੰਦੇ ਨੇ, ਮਤਲਬ ਜਿਹੜੇ ਸਰਕਾਰ ਦੇ ਖਿਲਾਫ ਲੜ ਰਹੇ ਹੁੰਦੇ ਨੇ, ਜਾਂ ਉਹ ਆਪਣੀ ਦਾਸਤਾਨ ਕਰਕੇ ਸੁਣਾਉਂਦੇ ਨੇ। ਮੈਂ ਇਹਨੂੰ ਗੱਲ ਜੋੜਦਾ ਸਿੱਧੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਪਹਿਲਾਂ। ਹੁਣ ਜਦ ਆਪਾਂ ਜ਼ਫਰਨਾਮੇ ਦੀ ਗੱਲ ਕਰਦੇ ਆ, ਆਪਾਂ ਇਹ ਨਹੀਂ ਕਹਿੰਦੇ ਕਿ ਔਰੰਗਜ਼ੇਬ ਉਸ ਵੇਲੇ ਦਾ ਇਕੱਲਾ ਬਾਦਸ਼ਾਹ ਸੀ ਜਾਂ ਔਰੰਗਜ਼ੇਬ ਨੇ ਇਹ ਆਰਡਰ ਦਿੱਤੇ। ਅਸੀਂ ਇਹ ਗੱਲ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਜ਼ਰੀਆ ਔਰੰਗਜ਼ੇਬ ਦੇ ਪ੍ਰਤੀ ਕੀ ਸੀ, ਔਰੰਗਜ਼ੇਬ ਦੀ ਨੀਤੀ ਪ੍ਰਤੀ ਕੀ ਸੀ, ਤੇ ਉਹਦੇ ਉੱਤੇ ਉਹ ਕਿਵੇਂ ਜੇਤੂ ਨੇ। ਸਿਮਿਲਰਲੀ ਜਦ ਅਸੀਂ ਘੱਲੂਘਾਰੇ ਦੀ ਗੱਲ ਕਰਦੇ ਹਾਂ, ਜੇ ਅਸੀਂ ਹਰ ਗੱਲ ਨੂੰ ਗਵਰਨਮੈਂਟ ਦਾ ਵਾਈਟ ਪੇਪਰ ਕੀ ਕਹਿੰਦਾ, ਜਿਵੇਂ 84 ਦੀ ਗੱਲ ਕਰੀਏ, ਕੁਲਦੀਪ ਸਿੰਘ ਬਰਾੜ ਜਿਹੜਾ ਉਸ ਵੇਲੇ ਦਾ ਜਨਰਲ ਆ ਉਹ ਕੀ ਕਹਿੰਦਾ, ਇੰਦਰਾ ਗਾਂਧੀ ਕੀ ਕਹਿੰਦੀ, ਬ੍ਰੌਡਕਾਸਟਿੰਗ ਮਿਨਿਸਟਰ HKL ਭਗਤ ਕੀ ਕਹਿੰਦਾ, ਜੇ ਉਹ ਹਵਾਲਿਆਂ ਨਾਲ ਗੱਲ ਕਰਾਂਗੇ ਉਹ ਤਾਂ ਇੱਕ ਪ੍ਰੋਪੇਗੈਂਡਾ ਨੂੰ ਹੀ ਅੱਗੇ ਕਰਨਾ ਹੋ ਗਿਆ। ਜੇ ਅਸੀਂ ਸਿੱਖ ਨਜ਼ਰੀਏ ਤੋਂ ਗੱਲ ਕਰਾਂਗੇ, ਫਿਰ ਉਹ ਘੱਲੂਘਾਰੇ ਦਾ ਮਤਲਬ ਇਹ ਬਣੂ ਕਿ ਜਿਹੜੇ ਉਸ ਵੇਲੇ ਉੱਥੇ ਯਾਤਰੀ ਸੀ, ਜਿਹੜੇ ਉਸ ਵੇਲੇ SGPC ਦੇ ਵਰਕਰ ਸੀ, ਜਿਹੜੇ ਉਸ ਵੇਲੇ ਭਿੰਡਰਾਂਵਾੜੇ ਦੇ ਸਾਥੀ ਸੀ, ਜਿਹੜੇ ਉਸ ਵੇਲੇ ਦੇ ਚਸ਼ਮਦੀਦ ਗਵਾਹ ਨੇ, ਜਿਹੜੇ ਉਸ ਵੇਲੇ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਉਸ ਵੇਲੇ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀ ਰੱਖਿਆ ਕੀਤੀ, ਉਹ ਨਜ਼ਰੀਆ ਦੇਣਾ ਸਾਡਾ ਬਣਦਾ। ਸੋ ਘੱਲੂਘਾਰਾ ਇੱਕ ਆਲ ਇਨਕਲੂਸਿਵ ਟਰਮ ਆ ਸਿੱਖੀ ਦਾ, ਜਿਹੜਾ 18ਵੀਂ ਸ਼ਤਾਬਦੀ ਦੇ ਵਿੱਚ ਪੈਦਾ ਹੋਇਆ, ਤੇ ਉਹ ਪੈਦਾ ਹੋਇਆ ਜਿਹਦੇ ਵਿੱਚ ਅਸੀਂ ਡਿਫਰੈਂਸ਼ੀਏਟ ਨਹੀਂ ਕਰਦੇ ਕਿ ਕਿਹੜੇ ਸਿੱਖ ਨੇ ਕੀ ਕੀਤਾ। ਘੱਲੂਘਾਰੇ ਵਿੱਚ ਉਹ ਸਾਰੇ ਸਿੱਖ ਆ ਜਾਂਦੇ ਨੇ, ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਬਾਇਸਟੈਂਡਰ ਕਹਿੰਦੇ ਆ, ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਵਿਕਟਮ ਕਹਿੰਦੇ ਆ, ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਡਿਫੈਂਡਰਸ ਜਾਂ ਰੈਜ਼ਿਸਟੈਂਸ ਜਾਂ ਮਿਲੀਟੈਂਟ ਫਾਈਟਰਸ ਕਹਿੰਦੇ ਆ, ਉਹ ਸਾਰੇ ਆ ਜਾਂਦੇ ਨੇ। ਸੋ ਇਹ ਬਹੁਤ ਇੰਪੋਰਟੈਂਟ ਗੱਲ ਆ ਕਿ ਅਸੀਂ ਜਿਹੜੀਆਂ ਡਿਫਰੈਂਸ਼ੀਏਸ਼ਨ ਕਈ ਵਾਰੀ ਅੱਜ ਕੱਲ੍ਹ ਕਰਨੀਆਂ ਸ਼ੁਰੂ ਕਰਤੀਆਂ ਨੇ, ਉਹ ਘੱਲੂਘਾਰਾ ਉਹਨੂੰ ਨੈਗੇਟ ਕਰਦਾ। ਸੋ ਘੱਲੂਘਾਰੇ ਦਾ ਸਾਡਾ ਟ੍ਰੈਡੀਸ਼ਨ ਕੀ ਆ? ਦੇਖੋ ਟ੍ਰੈਡੀਸ਼ਨ ਬੜਾ ਕਲੀਅਰ ਆ। 18ਵੀਂ ਸ਼ਤਾਬਦੀ ਦੇ ਵਿੱਚ ਦੋ ਵੱਡੇ ਘੱਲੂਘਾਰੇ ਹੋਏ ਨੇ। ਘੱਲੂਘਾਰੇ ਸਾਡੇ ਨਾਲ ਕਈ ਹੋਏ ਨੇ, ਬਟ ਜੋ ਉਹਦੀ ਜਿਹਨੂੰ ਅਸੀਂ ਜੈਨੋਸਾਈਡਲ ਕੈਂਪੇਨ ਵਰਡ ਯੂਜ਼ ਕਰ ਸਕਦੇ ਹਾਂ, ਇਹ ਬੰਦਾ ਸਿੰਘ ਬਹਾਦਰ ਪੀਰੀਅਡ ਤੋਂ ਬਾਅਦ ਇੱਕਦਮ ਸ਼ੁਰੂ ਹੋ ਗਿਆ ਸੀ, ਜਦੋਂ ਉਸ ਵੇਲੇ ਦੀ ਸਰਕਾਰ ਨੇ ਐਲਾਨ ਕਰਤਾ ਸੀ ਇੱਕ ਵੀ ਸਿੱਖ ਨਹੀਂ ਰਿਹਾ। ਗਰਜਾ ਸਿੰਘ ਬੋਤਾ ਸਿੰਘ ਵੇਲੇ ਵੀ ਇਹ ਹੋਇਆ। ਬਟ ਜਦ ਉਹ ਇੱਕ ਵੱਡੇ ਤਾਇਨਾਤ ਤੇ ਕੀਤਾ ਜਾਂਦਾ, ਮਤਲਬ ਕਿਸੇ ਇੱਕ ਖਾਸ ਕਿਸਮ ਦੇ ਸਿੱਖ ਜਾਂ ਇੱਕ ਖਾਸ ਇਲਾਕੇ ਦੇ ਸਿੱਖ ਨੂੰ ਕਰਕੇ ਕਰਦੇ ਸੀ, ਉਹ ਨਹੀਂ ਘੱਲੂਘਾਰਾ। ਜਦ ਸਮੁੱਚੇ ਸਿੱਖ ਜਗਤ ਦੇ ਉੱਤੇ ਅਟੈਕ ਆ, ਉਹ ਘੱਲੂਘਾਰਾ। ਸਿਮਿਲਰਲੀ 84 ਵਿੱਚ ਇਹ ਅਪਲਾਈ ਹੁੰਦਾ, ਕਿਉਂਕਿ 18ਵੀਂ ਸ਼ਤਾਬਦੀ ਵਿੱਚ ਵੀ ਇਸੇ ਤਰ੍ਹਾਂ ਅਪਲਾਈ ਹੋਇਆ ਸੀ। ਮੇਨ ਮਕਸਦ ਘੱਲੂਘਾਰੇ ਦਾ ਜਿਹੜਾ ਇੱਕ ਨਜ਼ਰੀਆ ਮੈਂ ਸ਼ੁਰੂ 'ਚ ਕਹਿ ਦਵਾਂ, ਫਿਰ ਅਗਲਾ ਕੁਐਸਚਨ ਲੈਂਦੇ ਆ। ਘੱਲੂਘਾਰੇ ਦੇ ਵਿੱਚ ਵਿਕਟਮ ਮੈਂਟੈਲਿਟੀ ਨਹੀਂ ਹੁੰਦੀ। ਘੱਲੂਘਾਰੇ ਵਿੱਚ ਇਹ ਨਹੀਂ ਕਿਹਾ ਜਾਂਦਾ ਕਿ ਸਰਕਾਰ ਕੀ ਕਰ ਰਹੀ ਆ ਜਾਂ ਜਿਹੜਾ ਸਰਕਾਰ ਦੇ ਪ੍ਰਤੀਨਿਧ ਕਰ ਰਹੇ ਨੇ। ਅਰਲੀਅਰ ਵੀ ਪ੍ਰਤੀਨਿਧ, ਤੁਹਾਨੂੰ ਪਤਾ, ਜਿਹੜਾ ਪੋਲੀਟੀਕਲ ਲੀਡਰ ਹੁੰਦਾ ਸੀ ਉਹੀ ਜਨਰਲੀ ਮਿਲਟਰੀ ਲੀਡਰ ਵੀ ਹੁੰਦੇ ਸੀ ਪਹਿਲਾਂ ਵੀ। ਹੁਣ ਉਹ ਡਿਫਰੈਂਸ਼ੀਏਸ਼ਨ ਆ ਗਈ ਆ। ਉਸ ਵੇਲੇ ਫਿਰ ਇਹ ਨਹੀਂ ਕਿਹਾ ਜਾਂਦਾ ਸੀ ਕਿ ਇਹ ਸਾਰੇ ਇਦਾਂ ਦੇ ਕਿਉਂ ਨੇ। ਉਸ ਵੇਲੇ ਇਹ ਕਿਹਾ ਜਾਂਦਾ ਸੀ ਕਿ ਇਹ ਨੀਤੀ ਕਿਸ ਨੀਤੀ ਦੇ ਖਿਲਾਫ ਆ ਕੇ ਕਰ ਰਹੇ ਨੇ, ਅਸੀਂ ਉਹਦੇ ਨਾਲ ਕਿਵੇਂ ਨਜਿੱਠਣਾ। ਸੋ ਅਸੀਂ ਜਦ 84 ਤੇ ਵੀ ਇਹ ਅਪਲਾਈ ਕਰੀਏ, ਜਿਵੇਂ ਇੱਕ ਨਾਮ ਮੈਂ ਇੱਥੇ ਲਵਾਂਗਾ, ਜੱਸਾ ਸਿੰਘ ਆਹਲੂਵਾਲੀਆ। ਇੱਕ ਉਹ ਸ਼ਖਸੀਅਤ ਆ ਸਾਡੀ ਸਿੱਖ ਇਤਿਹਾਸ ਦੀ, ਜਿਹੜੇ ਦੋਵੇਂ 18ਵੀਂ ਸ਼ਤਾਬਦੀ ਦੇ ਘੱਲੂਘਾਰੇ ਉਹਨਾਂ ਨੇ ਆਈ ਵਿਟਨੈਸ ਕੀਤੇ। ਉਹਨਾਂ ਦੀ ਟ੍ਰੇਨਿੰਗ ਹੋਈ ਬਾਣੀ ਦੀ ਤੇ ਸ਼ਸਤਰਾਂ ਦੀ, ਤੇ ਉਹਨਾਂ ਨੇ ਇਹਦੇ ਵਿੱਚੋਂ ਨਿਕਲਦੇ ਹੋਏ, ਇਹ ਚੀਜ਼ਾਂ ਦਾ ਸਾਹਮਣਾ ਕਰਦੇ ਹੋਏ, ਪੰਜਾਬ ਨੂੰ 700 ਸਾਲਾਂ ਦੀ ਐਨਸਲੇਵਮੈਂਟ ਤੋਂ ਖਤਮ ਕੀਤਾ, ਜਦ 1765 ਦੇ ਵਿੱਚ ਲਾਹੌਰ ਦੇ ਵਿੱਚ ਰਾਜ ਸਥਾਪਿਤ ਕਰ ਲਿਆ। ਮਤਲਬ ਇਹ ਨਹੀਂ ਕਿਹਾ ਜਾਂਦਾ ਕਿ ਇਹ ਕਿਉਂ ਕਰ ਰਹੀ ਹੈ ਸਰਕਾਰ, ਇਹ ਕਿਹਾ ਜਾਂਦਾ ਕਿ ਇਹ ਕਰੀ ਜਾਣ। ਜਿਵੇਂ ਮੀਰ ਬੰਨੂ ਵੇੜੀ ਵੀ ਅਸੀਂ ਆਖਦੇ ਸੀ ਕਿ ਅਸੀਂ ਦੂਨ ਸਵਾਏ ਹੋਏ, ਇਹ ਕਰੀ ਜਾਣ ਜੋ ਇਹਨਾਂ ਨੇ ਕਰਨਾ। ਸਾਨੂੰ ਆਪਣਾ ਸੁਰਤ ਬੜੀ ਕਲੀਅਰ ਰੱਖਣੀ ਪੈਣੀ ਆ, ਤੇ ਅਸੀਂ ਇਹਦੇ ਵਿੱਚ ਸਰਕਾਰ ਜੋ ਮਰਜ਼ੀ ਕਰੇ, ਬਟ ਸਾਡਾ ਨਿਸ਼ਾਨਾ, ਸਾਡਾ ਕੰਮ ਕਰਨ ਦਾ ਤਰੀਕਾ, ਮੁੱਖ ਤੇ ਹਰ ਚਿਤਮੈ ਯੁੱਧ ਵਿਚਾਰੇ ਦਾ ਤਰੀਕਾ, ਇਹ ਸਭ ਸਾਡੇ ਸਿਸਟਮ ਦੇ ਵਿੱਚ ਆ ਕੇ ਅਸੀਂ ਨਾਮ ਦੇ ਕਲਚਰ ਨੂੰ ਐਸਟੈਬਲਿਸ਼ ਰੱਖਣ ਲਈ ਅਸੀਂ ਇਹ ਕਰਦੇ ਹਾਂ। ਕਾਰਨ ਬਿਲਕੁਲ, ਜਦ ਜਸਪਤ ਦਾ ਸਿਰ ਵੱਢ ਕੇ ਸਿੰਘ ਬਸੌਲੀ ਦੀਆਂ ਪਹਾੜੀਆਂ ਨੂੰ ਚੜ੍ਹ ਕੇ ਤਾਂ ਛੋਟਾ ਘੱਲੂਘਾਰਾ ਹੋਇਆ, ਯਹੀਆ ਖਾਨ ਆ ਗਿਆ ਇੱਕ ਬੰਨਿਓ, ਤੇ ਉਹਦੇ ਵਿੱਚ 1.5 ਫੁੱਟ ਦੀ ਲੜਾਈ ਲੜ ਕੇ
ਸਿੰਘ ਵਿੱਚੋਂ ਲੰਘਲੇ, ਰਾਵੀ ਲੰਘੇ, ਬਿਆਸ ਲੰਘੇ ਤੇ ਸਤਲੁਜ ਲੰਘ ਕੇ ਮਾਲ ਵਿੱਚ ਆ ਗਏ। ਵੱਡੇ ਘੱਲੂਘਾਰੇ ਦੇ ਵਿੱਚ ਜਦ ਗੁਰਮਤਾ ਹੋ ਗਿਆ ਵੀ ਹੁਣ ਚੌਧਰੀ ਠੋਕਣੇ, ਚੌਧਰੀਆਂ ਨੇ ਮੋਤੀ ਜਿਹੜੀ ਅਕਲੀਏ ਨੇ ਭਜਾਈ ਤੇ ਭੇਜੀ ਲਾਹੌਰ ਕੋਲ, ਤੇ ਲਾਹੌਰ ਵਾਲਿਆਂ ਨੇ ਅਬਦਾਲੀ ਨੂੰ ਕਿਹਾ, ਅਬਦਾਲੀ ਆ ਕੇ ਦੂਜੇ ਘੱਲੂਘਾਰੇ ਦੇ ਵਿੱਚ ਵੱਡੇ ਘੱਲੂਘਾਰੇ ਚ ਅੱਧੀ ਕੌਮ ਨੂੰ ਜਿਹੜਾ ਸ਼ਹੀਦ ਕਰਦਾ, ਤੇ ਸਭ ਤੋਂ ਵੱਧ ਸ਼ਹੀਦੀ ਉੱਥੇ ਹੋਈ ਜਿੱਥੇ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਸਰੂਪ ਸਨ। ਸੋ ਇਸ ਘੱਲੂਘਾਰੇ ਨੂੰ ਜਾਂ ਤੀਸਰੇ ਨੂੰ ਜਾਂਦੇ ਆ, ਇੱਕ ਗੱਲ ਚੱਲ ਰਹੀ ਹੈ ਜਿਹੜੀ 1920 ਤੋਂ ਸ਼ੁਰੂ ਹੋ ਗਈ, 78 ਤੇ ਆ ਗਈ। ਮੈਂ 78 ਤੋਂ ਲੈ ਕੇ ਜੇ ਚੱਲਾਂ ਖੂਨੀ ਵਿਸਾਖੀ ਤੋਂ ਜਦ ਅੱਗੇ ਦਾ ਜਿਹੜਾ ਸਮਾਂ 84 ਤੱਕ, ਉਹ ਡਰਾਮੈਟਿਕਲੀ ਕਿਵੇਂ ਜਿਹੜਾ ਉਹ ਬਦਲਿਆ। ਤੇ 1977 ਦੇ ਵਿੱਚ ਸੰਤ ਕਰਤਾਰ ਸਿੰਘ ਜੀ ਖਾਲਸਾ ਸੁਰਗਪੁਰੀ ਬਿਆਨਾ ਕਰ ਗਏ, ਸੰਤ ਜਰਨੈਲ ਸਿੰਘ ਜੀ ਖਾਲਸਾ ਆਉਂਦੇ ਨੇ, ਤੇ ਉਹਨਾਂ ਤੋਂ ਕੁਝ ਮਹੀਨੇ ਬਾਅਦ ਹੀ ਅਪ੍ਰੈਲ 'ਚ 7-8 ਮਹੀਨਿਆਂ ਤੋਂ ਬਾਅਦ ਨਰੋਲ ਇੱਕ ਧਾਰਮਿਕ ਸ਼ਖਸੀਅਤ ਸਿੱਧੀ ਸਿਪਾਹੀ ਦੇ ਰੂਪ 'ਚ ਆਉਂਦੀ ਆ। ਉਹਦੀ ਤਰਜਮਾਨੀ ਕਿਵੇਂ ਕਰਦੇ ਹੋ ਜੀ? ਜ਼ਰੂਰ ਜੀ, ਇਹ ਬੜਾ ਅਹਿਮ ਸਵਾਲ ਆ, ਕਿਉਂਕਿ ਜਦ ਕੋਈ ਵੀ 18ਵੀਂ ਸ਼ਤਾਬਦੀ ਦੇ ਜਿਵੇਂ ਤੁਸੀਂ ਨਾਂ ਲਏ ਨੇ, ਜਿੱਥੇ ਯਹੀਆ ਖਾਂ ਖੜਾ ਹੈਗਾ ਉੱਥੇ ਲਖਪਤ ਰਾਏ ਵੀ ਖੜਿਆ, ਤੇ ਉਹਨਾਂ ਦਾ ਟੱਕਰਾ ਕਰਨ ਵਾਲੇ ਵੀ ਜੱਸਾ ਸਿੰਘ ਆਹਲੂਵਾਲੀਆ ਵਰਗੇ ਵੀ ਤਿਆਰ ਹੋ ਰਹੇ ਨੇ, ਤੇ ਜਦ ਨਵਾਬ ਕਪੂਰ ਸਿੰਘ ਵੀ ਟ੍ਰੇਨਿੰਗ ਦੇ ਰਹੇ ਨੇ। ਸੋ ਹਰ ਵੇਲੇ ਕਦੇ ਵੀ ਜਦ ਸਟੇਟ ਦੀ ਤੇ ਐਂਟੀ ਸਟੇਟ ਦੀ ਲੜਾਈ ਹੁੰਦੀ ਆ, ਉਹਦੇ ਵਿੱਚ ਇੱਕ ਲੀਡਰਸ਼ਿਪ ਹੁੰਦੀ ਆ। ਹੁਣ ਸਿਮਿਲਰਲੀ 84 ਆ ਸਾਡੇ ਕੋਲ, 84 ਦੇ ਵਿੱਚ ਉਸ ਵੇਲੇ ਦੀ ਸਟੇਟ ਹਿੰਦੁਸਤਾਨ ਦੀ ਸਰਕਾਰ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਆ, ਉਹਦੇ ਸਲਾਹਕਾਰਾਂ ਵਿੱਚੋਂ ਈਵਨ ਜਿਨ੍ਹਾਂ ਨੇ ਇਹਦੀ ਸਾਰੀ ਪਲੈਨਿੰਗ ਕੀਤੀ। ਅੱਜ ਵੀ BBC ਹਿੰਦੀ ਨਿਊਜ਼ ਇਹ ਲਾ ਰਹੀ ਹੈ ਕਿ KS ਬਰਾੜ ਦਾ ਵਰਜਨ ਦੱਸ ਰਹੀ ਆ, ਅੱਜ ਦੀ BBC ਹਿੰਦੀ ਨਿਊਜ਼ ਦੀ ਮੈਂ ਗੱਲ ਕਰ ਰਿਹਾ, ਬਟ ਅਜੇ ਵੀ ਉਹ ਇਹ ਗੱਲ ਨਹੀਂ ਦੱਸਣਾ ਚਾਹੁੰਦੇ ਕਿ ਸਿੱਖਾਂ ਦਾ ਨਜ਼ਰੀਆ ਕੀ ਆ। ਉਹ KS ਬਰਾੜ ਦੀ ਗੱਲ ਕਰ ਰਹੇ ਨੇ ਜਿਹਨੇ ਪਲੈਨਿੰਗ ਨਹੀਂ ਕੀਤੀ। ਉਹ KS ਬਰਾੜ ਨੂੰ ਤਾਂ ਟ੍ਰੇਨਿੰਗ ਦੇਣ ਵਾਲੇ ਵੀ ਜਨਰਲ ਸ਼ਬੇਗ ਸਿੰਘ ਸੀਗੇ, ਲੈਫਟੀਨੈਂਟ ਜਨਰਲ। ਜਦ ਲੈਫਟੀਨੈਂਟ ਜਨਰਲ ਇੰਡੀਅਨ ਅਕੈਡਮੀ, ਜਿੱਥੇ ਆਰਮੀ ਦੀ ਐਲੀਟ ਅਕੈਡਮੀ ਵਿੱਚ ਟ੍ਰੇਨਿੰਗ ਦੇਣ ਲਈ ਬੁਲਾਏ ਗਏ ਸੀ, ਕਿਉਂਕਿ ਉਹਨਾਂ ਨੇ 47 ਤੋਂ ਪਹਿਲਾਂ ਬ੍ਰਿਟਿਸ਼ ਆਰਮੀ ਦੇ ਵਿੱਚ ਲੜੇ। ਉਸ ਤੋਂ ਬਾਅਦ ਇੰਡੀਅਨ ਆਰਮੀ ਦੇ ਵਿੱਚ ਆ ਕੇ ਚਾਈਨੀਜ਼ ਦੇ ਖਿਲਾਫ, ਪਾਕਿਸਤਾਨੀਆਂ ਦੇ ਖਿਲਾਫ, ਬੰਗਲਾਦੇਸ਼ ਦੀ ਲਿਬਰੇਸ਼ਨ ਕਰਾਈ। ਉਹ ਸਾਰੀਆਂ ਚੀਜ਼ਾਂ ਤੋਂ ਨਿਕਲਦੇ ਹੋਏ ਇੱਕ ਡੈਕੋਰੇਟਿਡ ਆਫੀਸਰ ਸੀ। ਉਹਨਾਂ ਨੂੰ ਜਿਨ੍ਹਾਂ ਨੇ ਟ੍ਰੇਨ ਕੀਤਾ, ਉਹ ਜਿਹਦਾ ਵਰਜਨ ਇੰਡੀਅਨ ਡਿਫੈਂਸ ਰਿਵਿਊ ਵੀ ਨਹੀਂ ਮੰਨਦਾ ਕਿ KS ਬਰਾੜ ਝੂਠ ਬੋਲ ਰਿਹਾ, ਅੱਜ ਵੀ ਉਹਦਾ ਵਰਜਨ BBC ਹਿੰਦੀ ਦੇ ਰਹੀ ਆ। ਮਤਲਬ ਕਿ ਉਸ ਵੇਲੇ ਦੇ ਜਿਹੜੀ ਇੰਦਰਾ ਗਾਂਧੀ ਦਾ ਵਰਜਨ ਆ, ਉਸ ਵੇਲੇ ਦਾ ਜਿਹੜਾ ਲੈਫਟੀਨੈਂਟ ਜਨਰਲ SK ਸਿਨਹਾ, ਜਿਹਨੂੰ ਅਸੀਂ ਇੰਡੀਆ 'ਚ ਲੈਫਟੀਨੈਂਟ ਜਨਰਲ ਕਹਿੰਦੇ ਆ, ਉਹਦਾ ਵਰਜਨ ਨਹੀਂ ਦੱਸਿਆ ਜਾ ਰਿਹਾ, ਜਿਹੜਾ ਕਹਿ ਰਿਹਾ ਕਿ ਭਿੰਡਰਾਂਵਾਲੇ ਨੇ ਬਿਲਕੁਲ ਠੀਕ ਕੀਤਾ। ਕਹਿੰਦਾ ਮੈਂ ਸ਼ਪਥ ਓਥ ਲਈ ਆ ਕੰਟਰੀ ਦੇ ਐਨੀਮੀਜ਼ ਨੂੰ ਮਾਰਨ ਲਈ, ਆਪਣੇ ਕੰਟਰੀਮੈਨ ਨੂੰ ਮਾਰਨ ਲਈ ਨਹੀਂ ਦਿੱਤੀ। ਤੇ ਇੱਥੇ ਮੈਨੂੰ ਦੱਸਿਆ ਜਾ ਰਿਹਾ ਤੇ ਮੈਨੂੰ ਪੁੱਛਿਆ ਜਾ ਰਿਹਾ ਕਿ ਜਿਹੜੇ ਜਰਨੈਲ ਸਿੰਘ ਭਿੰਡਰਾਂਵਾਲੇ ਸੰਤ ਨੇ, ਕਿ ਇਹਨਾਂ ਨੇ ਉੱਥੇ ਰਹਿ ਕੇ ਠੀਕ ਕੀਤਾ, ਕਿਉਂਕਿ ਅੱਜ ਵੀ ਇਹ ਸਵਾਲ ਉੱਠਦਾ। ਕਹਿੰਦੇ ਬਿਲਕੁਲ ਠੀਕ ਕੀਤਾ। ਮੇਰੇ ਘਰ ਤੇ ਕੋਈ ਅਟੈਕ ਕਰਨ ਆਵੇ ਤੇ ਮੈਂ ਉੱਥੇ ਰੁਕ ਕੇ ਉਹਦੀ ਰਾਖੀ ਨਾ ਕਰਾਂ, ਤੇ ਇੱਥੇ ਤਾਂ ਉਹਨਾਂ ਦਾ ਆਪਣਾ ਘਰ ਵੀ ਹੈ ਨਹੀਂ, ਇਹ ਤਾਂ ਸਮੁੱਚੀ ਕੌਮ ਦਾ ਘਰ ਆ। ਬਿਲਕੁਲ ਠੀਕ ਕੀਤਾ ਸੀ ਸੰਤਾਂ ਨੇ। ਇਹ ਉਹ ਬੰਦਾ ਕਹਿ ਰਿਹਾ ਜਿਹਨੇ ਅਟੈਕ ਦੀ ਤਿਆਰੀ ਕੀਤੀ 18 ਮਹੀਨੇ ਪਹਿਲਾਂ। ਸੋ ਉਸ ਵੇਲੇ ਦੇ ਪਲੇਅਰ, ਉਹਨਾਂ ਨੂੰ ਹਟਾ ਕੇ AS ਵੈਦਿਆ ਨੂੰ ਲਿਆਇਆ ਜਾਂਦਾ, ਜਿਹੜਾ ਯੈਸਮੈਨ ਆ। ਈਵਨ ਇੰਡੀਆ ਨੇ ਆਪਣੇ ਲਾਅ ਤਿੱਕਰ ਫੋਲੋ ਨਹੀਂ ਕੀਤੇ, ਕਿਉਂਕਿ ਇੰਡੀਆ ਦੇ ਵਿੱਚ ਆਰਮੀ ਦਾ ਕਮਾਂਡਰ ਇਨ ਚੀਫ ਪ੍ਰੈਜ਼ੀਡੈਂਟ ਆ, ਉਹਨੂੰ ਵੀ ਬਾਈਪਾਸ ਕੀਤਾ ਗਿਆ ਕਿਉਂਕਿ ਜ਼ੈਲ ਸਿੰਘ ਨੇ ਸਾਈਨ ਨਹੀਂ ਕੀਤੇ। ਸੋ ਟੈਕਨੀਕਲੀ ਇੰਡੀਆ ਨੇ ਲੀਗਲ ਆਪਣੇ ਸਿਸਟਮ ਫੋਲੋ ਨਹੀਂ ਕੀਤੇ। ਇਹ ਇੱਕ ਡਿਕਟੇਟੋਰੀਅਲ ਸਿਸਟਮ ਦੇ ਵਿੱਚ ਆ ਕੇ ਯੈਸਮੈਨ ਵਾਲੇ ਜਨਰਲਸ ਨੂੰ ਇਕੱਠਾ ਕਰਕੇ ਉਹਨਾਂ ਨੂੰ ਇਕੱਠਾ ਕਰਕੇ ਅਟੈਕ ਕਰਾਇਆ। ਤੇ ਇੱਧਰਲੇ ਪਾਸੇ ਕੌਣ ਆ? ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਥੇਦਾਰ ਦੇ ਰੂਪ ਵਿੱਚ ਨੇ। ਤੇ ਜਦੋਂ ਉਹਨਾਂ ਦੇ ਅੱਗੇ ਵਰਡ ਸੰਤ ਲੱਗ ਗਿਆ, ਸੰਤ ਦਾ ਮਤਲਬ ਹੁੰਦਾ ਜਿਹੜਾ ਸੱਤ ਬੋਲਦਾ ਨਹੀਂ ਕੱਲਾ, ਜਿਹੜਾ ਸੱਚ ਨੂੰ ਜੀ ਰਿਹਾ। ਉਹ ਸੱਚ ਨੂੰ ਜੀ ਰਹੇ ਸੀ। ਤੇ ਸ਼ਬੇਗ ਸਿੰਘ ਨੂੰ ਜਦ 76 ਦੇ ਵਿੱਚ ਵਿਦਆਊਟ ਟਰਾਇਲ ਉਹਨਾਂ ਨੇ ਕੋਰਟ ਮਾਰਸ਼ਲ ਕਰਕੇ ਕੱਢਿਆ, ਪੋਲਿਟਿਕਸ ਵਿੱਚ ਲਿਆ ਕੇ ਕਿ ਇਹ ਫੁੱਲ ਜਨਰਲ ਦਾ ਬਣ ਜਾਵੇ। ਉਸ ਵੇਲੇ ਜਦੋਂ ਅੰਮ੍ਰਿਤਸਰ ਆਏ, ਜਿਹੜਾ ਉਹਨਾਂ ਦਾ 8 ਸਾਲ ਦਾ ਸਫ਼ਰ ਆ 76 ਤੋਂ ਲੈ ਕੇ 84 ਦਾ, ਲੈਫਟੀਨੈਂਟ ਮੇਜਰ ਜਨਰਲ ਸ਼ਬੇਗ ਸਿੰਘ ਦਾ, ਉਹਨਾਂ ਦਾ ਐਕਚੁਅਲੀ ਨਾਂ ਸ਼ਾਬੇਗ ਸਿੰਘ ਆ। ਉਹ ਕਹਿੰਦੇ ਕਿ ਮੈਂ ਅੰਮ੍ਰਿਤਸਰ ਆ ਕੇ ਦੇਖਿਆ ਕਿ ਕਿਹੜਾ ਦਮ ਵਾਲਾ ਬੰਦਾ। ਕਹਿੰਦੇ ਇੱਕੋ ਬੰਦਾ ਸੱਚ ਬੋਲਦਾ ਸੀ, ਨਾ ਉਹ ਲੋਂਗੋਵਾਲ ਸੀ, ਨਾ ਉਹ ਤੋੜਾ ਸੀ, ਨਾ ਉਹ ਬਾਦਲ ਸੀ, ਉਹ ਭਿੰਡਰਾਂਵਾਲਾ ਸੀ। ਇਸੇ ਕਰਕੇ ਉਹ ਜਰਨੈਲਾਂ ਦੇ ਜਰਨੈਲ ਲਿਖਾਏ ਨੇ, ਨਾ ਵੀ ਉਹਨਾਂ ਦਾ ਜਰਨੈਲ ਸਿੰਘ ਆ, ਕਿਉਂਕਿ ਇੰਡੀਆ ਦੇ ਮੋਸਟ ਡੈਕੋਰੇਟਿਡ ਸੋਲਜਰ, ਜਿਨ੍ਹਾਂ ਨੇ ਇੰਡੀਆ ਨੂੰ ਸਰਵ ਕਰਨ ਲਈ ਆਪਣੇ ਕੇਸ ਸਿੱਕਰ ਕਤਲ ਕੀਤੇ। ਸ਼ਬੇਗ ਸਿੰਘ ਦੀ ਗੱਲ ਕਰ ਰਹੇ ਹਾਂ, ਜਿਹੜੇ ਕਹਿੰਦੇ ਮੇਰੀ ਮਾਂ ਨੇ ਜਪਜੀ ਸਾਹਿਬ ਪੜ੍ਹ ਕੇ ਮੈਨੂੰ ਸਿਖਾਇਆ ਸੀ ਕਿ ਸਿੱਖੀ ਕੀ ਆ। ਕਹਿੰਦੇ ਮੈਂ ਦੇਖਿਆ ਇਹਨਾਂ ਲਈ ਸਭ ਕੁਝ ਕੀਤਾ,
ਬਟ ਇਹਦੇ ਨਾਲ ਸਾਡੀ ਡਿਸਕ੍ਰਿਮੀਨੇਸ਼ਨ ਜਾਰੀ ਆ। ਇਹ 76 ਦੀ ਗੱਲ ਦੱਸ ਰਿਹਾ ਮੈਂ। ਡਿਸਕ੍ਰਿਮੀਨੇਸ਼ਨ ਉਸ ਤੋਂ ਪਹਿਲਾਂ ਦੀ ਚੱਲ ਰਹੀ ਆ। ਫਿਰ ਇੱਕ ਪੋਲੀਟੀਕਲ ਹਾਲਾਤ ਬਣਦੇ ਨੇ, ਉਹਨਾਂ ਹਾਲਾਤਾਂ ਦੇ ਵਿੱਚ ਇਧਰਲੀ ਸਾਈਡ ਤੇ ਅਕਾਲ ਤਖਤ ਦੇ ਨਿਯਮ ਨੂੰ, ਜਿਵੇਂ ਤੁਸੀਂ ਕਿਹਾ ਅਬਦਾਲੀ ਨੇ ਅਟੈਕ ਕੀਤਾ, ਅਬਦਾਲੀ ਦੇ 6ਵੇਂ ਅਟੈਕ ਵੇਲੇ ਬਾਬਾ ਗੁਰਬਖਸ਼ ਸਿੰਘ ਨਿਹੰਗ ਆਪਣੇ ਸਾਥੀਆਂ ਨਾਲ ਖੜ ਕੇ ਦਰਬਾਰ ਸਾਹਿਬ ਨੂੰ ਡਿਫੈਂਡ ਕਰਦੇ ਨੇ ਤੇ ਸ਼ਹਾਦਤ ਦੀ ਦਾਤ ਪ੍ਰਾਪਤ ਕਰਦੇ ਨੇ। ਇਸੇ ਤਰੀਕੇ ਨਾਲ ਸਿੱਖ ਨਜ਼ਰੀਏ ਤੋਂ 84 ਦੇ ਵਿੱਚ ਜੋ ਕੀਤਾ ਗਿਆ ਉਹ ਇਲੀਗਲ ਐਕਟ ਸੀਗਾ। ਇੰਡੀਅਨ ਡਿਫੈਂਸ ਰਿਵਿਊ ਨੇ ਆਪ ਕਿਹਾ ਕਿ ਇਹਦੇ ਵਿੱਚ ਕੋਈ ਆਪਰੇਸ਼ਨਲ ਸਕਸੈਸ ਨਹੀਂ ਹੈਗੀ, ਤੇ ਉਸ ਨਜ਼ਰੀਏ ਨੂੰ ਵੀ ਦੇਖੋਗੇ ਤਾਂ ਵੀ ਫੇਲੀਅਰ ਹੈ। ਜੇ ਸਿੱਖ ਨਜ਼ਰੀਏ ਤੋਂ ਦੇਖੋਗੇ, ਨਾ ਤੁਸੀਂ ਤੇ ਨਾ ਮੈਂ ਨਾ ਕਿਸੇ ਹੋਰ ਨੇ ਅੱਜ ਗੱਲ ਕਰਨੀ ਸੀ ਉਹਨਾਂ ਦੀ ਜੇ ਉੱਥੇ ਖੜ ਕੇ ਕਿਸੇ ਨੇ ਡਿਫੈਂਸ ਨਹੀਂ ਕਰਨੀ ਸੀ, ਤੇ ਇਹਨਾਂ ਨੇ ਪੂਰੀ ਡਿਫੈਂਸ ਦਿੱਤੀ ਆ ਤੇ ਆਪਣੀ ਸ਼ਹਾਦਤ ਦਾ ਜਾਮ ਪੀਤਾ। ਇਹ ਲਾੜੇ ਬਣੇ ਨੇ। ਇਹ ਪ੍ਰੋਫੈਸਰ ਪੂਰਨ ਸਿੰਘ ਵੀ ਇਹੀ ਆਖਦੇ ਨੇ ਕਿ ਡੈਥ ਇਜ਼ ਦਾ ਬਰਾਈਡ ਆਫ ਦਾ ਬਰੇਵ। ਇਹ ਸੂਰਮ ਗਤੀ ਵਾਲੇ ਲੋਕ ਨੇ। ਇਹਨਾਂ ਦੇ ਬਾਰੇ ਹੁਣ ਸਤਿੰਦਰ ਸਰਤਾਜ ਵਰਗੇ ਵੀ ਗਾਣੇ ਗਾਉਂਦੇ ਨੇ। ਇਸੇ ਕਰਕੇ ਸਾਡੀ ਦਾਸਤਾਨ ਜਾਰੀ ਹੈ ਤੇ ਦਾਸਤਾਨ ਜਾਰੀ ਰਹੂਗੀ। ਇਹ ਇੱਕ ਸਿੱਖ ਨਜ਼ਰੀਆ ਘੱਲੂਘਾਰਿਆਂ ਦਾ। 12:28 ਹੋ ਗਏ ਤੇ ਮੇਰੇ ਨਾਲ ਗੱਲਬਾਤ ਕਰ ਰਹੇ ਨੇ ਹਰਿੰਦਰ ਸਿੰਘ। ਅੱਛਾ ਭਾਈ ਸਾਹਿਬ, ਹੁਣ ਇਹ ਜਦ ਘਟਨਾਵਾਂ ਅਨਫੋਲਡ ਹੁੰਦੀਆਂ ਨੇ, ਤਿੰਨ ਧਿਰੀ ਗੱਲ ਚੱਲ ਰਹੀ ਹੈ। ਸੰਤ ਜਰਨੈਲ ਸਿੰਘ ਖਾਲਸਾ ਨੇ ਆਪਣੀ ਵਿਰਾਸਤ ਸਾਂਭ ਲਈ, ਸੰਤ ਕਰਤਾਰ ਸਿੰਘ ਖਾਲਸਾ ਦੀ, ਜਾਂ 18ਵੀਂ ਸਦੀ ਜਾਂ 1699 ਤੋਂ ਹੀ ਜਦ ਤੋਂ ਕੌਮ ਸਾਜੀ ਹੈ, ਜਦ ਕੋਈ ਵੀ ਸਮਾਜਿਕ ਤੇ ਮਾਨਸਿਕ ਗੁਲਾਮ ਕਰਨ ਦੀ ਕੋਸ਼ਿਸ਼ ਕਰਦਾ ਮਨੁੱਖਤਾ ਨੂੰ, ਤਾਂ ਕੌਮ ਇੰਟਰਵੀਨ ਕਰਦੀ ਹੈ। ਈਬਨ ਬਹਾਦਰ ਸ਼ਾਹ ਦੇ ਨਾਲ ਸੰਤ ਦਸਵੇਂ ਪਾਤਸ਼ਾਹ ਜਦ ਗੱਲ ਕਰ ਰਹੇ ਨੇ, ਉਹ ਜਦ ਕਹਿੰਦਾ ਵੀ ਮੇਰੇ ਤੋਂ ਰਾਜ ਪ੍ਰਬੰਧ ਨਹੀਂ ਬਦਲ ਹੋਣਾ, ਤਾਂ ਬਾਬਾ ਬੰਦਾ ਸਿੰਘ ਬਹਾਦਰ ਆਉਂਦਾ। ਰਵਾਲਸਰ ਦੀ ਮੀਟਿੰਗ ਪਹਾੜੀ ਰਾਜਿਆਂ ਦੇ ਨਾਲ ਕਲੀਅਰ ਸਾਈਨ ਆ ਵੀ ਤੁਸੀਂ ਇਕੱਠੇ ਹੋਵੋ, ਇਹ ਧੱਕਾ ਹੋ ਰਿਹਾ। ਇਸੇ ਤਰ੍ਹਾਂ 18ਵੀਂ ਸਦੀ 'ਚ ਅਬਦਾਲੀ ਉਹਨਾਂ ਦਾ ਨਾਂ ਲਿਆ। ਅਬਦਾਲੀ ਸਾਨੂੰ ਸਿੱਧਾ ਕੁਛ ਨਹੀਂ ਸੀ ਕਹਿੰਦਾ। ਅਬਦਾਲੀ ਜਦ ਜ਼ੁਲਮ ਕਰਕੇ ਮੁੜਦਾ ਉਹਨੂੰ ਫਿਰ ਉਹਦਾ ਵਜ਼ਨ ਹਲਕਾ ਕਰਦੇ। ਇਹ ਵੀ ਆ ਗਈ ਗੱਲ ਵੀ ਇੱਕ ਬੰਨੇ ਸੰਤ ਜਰਨੈਲ ਸਿੰਘ ਨੇ ਜਿਹੜੇ ਕਹਿੰਦੇ ਨੇ ਵੀ ਜਿਨ੍ਹਾਂ ਨੇ ਭਾਂਪ ਲਿਆ ਕਿ ਗੁਲਾਮ ਹੈ, ਅਸੀਂ ਗੁਲਾਮੀ ਗਲੋਂ ਲਾਉਣੀ ਹੈ। ਇੱਕ ਬੰਨੇ ਅਕਾਲੀ ਲੀਡਰਸ਼ਿਪ ਹੈ ਜਿਹੜੀ ਗੱਲ ਇਹ ਕਰ ਰਹੀ ਹੈ ਵੀ ਨਹੀਂ ਸਰਕਾਰ ਚੇਂਜ ਕਰ ਦਿਓ, ਅਸੀਂ ਹੋ ਗਏ ਤਾਂ ਅਸੀਂ ਇਹਨੂੰ ਠੀਕ ਕਰ ਦਾਂਗੇ। 78 ਦੇ ਵਿੱਚ ਜਦ ਇਹ ਸਾਕਾ ਵਰਤਦਾ ਆਪਣਾ ਅਪ੍ਰੈਲ ਦਾ, ਉਸ ਸਮੇਂ ਮੁੱਖ ਮੰਤਰੀ ਬਾਦਲ ਹੋਣੀ। ਉਧਰੋਂ ਇੰਦਰਾ ਜਾਦੇ ਦੇ ਵਿੱਚ ਛਲ ਕਪਟ ਕਰ ਰਹੀ ਹੈ। ਨਾਲ ਤੀਜਾ ਇੱਕ ਸਟੇਸ਼ਨ ਮਾਸ਼ਾ ਪ੍ਰੈਸ ਦਾ, ਜਿਹੜੇ ਪ੍ਰੋ ਨਿਰੰਕਾਰੀ ਆਈਡੀਓਲੋਜੀ ਤੇ ਜਿਹਨੇ 70,000 ਤੋਂ ਆਪਣੀ ਪਬਲੀਕੇਸ਼ਨ 2.5 ਲੱਖ ਕਰ ਲਈ 2 ਸਾਲਾਂ 'ਚ, ਉਹ ਪੁਣ ਕੇ ਮਸਾਲਾ ਲਾਉਂਦਾ ਕੌਮ ਦੇ ਜ਼ਖਮਾਂ ਤੇ ਇਹ ਗੱਲ ਜਦ ਚੱਲਦੀ ਹੈ ਕਿ ਇੰਦਰਾ ਇੱਕ ਬੰਨੇ ਡਾਇਲੌਗ ਕਰ ਰਹੀ ਹੈ ਅੰਦਰ ਮਿਲਟਰੀ ਫੜੇ ਹੋਏ ਆਪਣੇ ਅਕਾਲੀ ਲੀਡਰਸ਼ਿਪ ਨਾਲ, ਇੱਕ ਬੰਨੇ ਸੰਤਾਂ ਨਾਲ ਸਿੱਧਾ ਉਹ ਸੰਤ ਉਸ ਨੂੰ ਸਿੱਧਾ ਕਹਿ ਰਹੇ ਨੇ ਤੂੰ ਇਹ ਧੱਕਾ ਕਰਦੀ ਹੈ। ਤੇ ਇਹ ਜਿਹੜਾ ਧਰਮਯੁੱਧ ਮੋਰਚਾ ਸ਼ੁਰੂ ਹੋ ਗਿਆ ਕਪੂਰੀ ਤੋਂ, ਸੰਤਾਂ ਨੇ ਜਦ ਸ਼ੁਰੂ ਕਰ ਦਿੱਤਾ, ਅਮਰੀਕ ਸਿੰਘ 18 ਸਿੰਘ ਦੀ ਜਿਹੜੀ 51 ਦੇ ਜਥੇ ਜਾਣੇ ਲੱਗ ਗਏ ਤੇ ਬਾਕੀ ਜਥੇ ਨਾਲ ਬਾਕੀ ਦਲ ਨਾਲ ਆ ਕੇ ਸਾਂਝਾ ਧਰਮਯੁੱਧ ਮੋਰਚਾ ਸ਼ੁਰੂ ਹੋ ਜਾਂਦਾ। ਉਹ ਜਿਹੜਾ ਡਾਇਲੌਗ ਹੈ ਇਹ ਸਾਨੂੰ ਸਮਝਾਇਓ ਕਿ ਜਿਹੜੀ ਅਕਾਲੀ ਲੀਡਰਸ਼ਿਪ ਮਿਲ ਰਹੀ ਹੈ ਸੈਂਟਰ ਦੇ ਨਾਲ, ਕੀ ਉਹ ਬਦਖੋਈ ਚੋਂ ਮਿਲ ਰਹੀ ਹੈ ਜਾਂ ਉਹ ਲੀਡਰਸ਼ਿਪ ਇਸ ਤੌਰ ਤੇ ਮਿਲ ਰਹੀ ਹੈ ਵੀ ਅਸੀਂ ਕਿਵੇਂ ਨਾ ਕਿਵੇਂ ਇਸ ਨੂੰ ਡੀ ਐਸਕਲੇਟ ਕਰਦੀ, ਤੇ ਜਾਂ ਉਹ ਇਸ ਗੱਲ ਤੇ ਬੈਠੀ ਹੈ ਕਿ ਸੰਤਾਂ ਨੂੰ ਮਨਫੀ ਕਿਵੇਂ ਕਰੀ। ਉਹ ਜਿਹੜਾ ਸਾਮ ਦਾਮ ਦੰਡ ਭੇਦ ਸ਼ਸਤਰ ਤੇ ਸ਼ਸਤਰ ਦੀ ਵਿਧੀ ਹੈ ਜਿਹੜੀ ਉਸ ਪਟਰਾਣੀ ਦੀ, ਉਹਨੂੰ ਸਮਝਾਇਓ ਵੀ ਉਸਨੇ 84 ਤੱਕ ਇਸ ਨੂੰ ਫਿਰ ਲੈ ਕੇ ਕਿਵੇਂ ਜਾਂਦਾ। ਜ਼ਰੂਰ ਜੀ। ਆਈ ਥਿੰਕ ਬੇਸਿਕਲੀ ਹੁਣ ਅਸੀਂ ਇਹ ਗੱਲ ਆ ਰਹੀ ਆ ਕਿ ਜਿਹੜੀ ਸਿੱਖ ਲੀਡਰਸ਼ਿਪ ਹੈਗੀ ਆ, ਪੋਲੀਟੀਕਲ ਲੀਡਰਸ਼ਿਪ, ਜਾਂ ਜਿਹੜੀ ਨੋਮੀਨੇਟਿਵ ਹੈ ਜਾਂ ਇਲੈਕਟਿਡ ਰਿਗਾਰਡਲੈਸ, ਉਹਦਾ ਕੀ ਰੋਲ ਰਿਹਾ ਇਸ ਸੰਤਾਪ ਨੂੰ ਜਾਂ ਇਸ ਘੱਲੂਘਾਰੇ ਨੂੰ, ਉਹਦੇ ਨਾਲ ਕਿਵੇਂ ਨਜਿੱਠਣ ਦੀ ਲੋੜ ਹੈ ਤੇ ਅੱਜ ਦੇ ਉਹਦੇ ਲੈਸਨ ਕੀ ਨੇ। ਮੈਂ ਤਿੰਨਾਂ ਚੀਜ਼ਾਂ ਵੱਲ ਇਸ਼ਾਰਾ ਕਰਾਂਗਾ। ਸੋ ਇਹਦੇ 'ਚ ਹਿਸਟੋਰੀਕਲ ਗੱਲ ਕਰੀਏ ਪਹਿਲਾਂ। ਦੇਖੋ ਹਿਸਟੋਰੀਕਲ ਬੜੀ ਕਲੀਅਰ ਗੱਲ ਆ, ਉਹ ਅੱਜ ਵੀ ਇਦਾਂ ਹੀ ਹੋਊ ਕਿ ਜਿਹੜੀ ਵੀ ਐਡਮਿਨਿਸਟ੍ਰੇਟਿਵ ਜਾਂ ਸਿਵਲ ਜਾਂ ਇਲੈਕਟਿਡ ਲੀਡਰਸ਼ਿਪ ਹੁੰਦੀ ਆ ਨਾ, ਉਹਦਾ ਹੀ ਕੰਮ ਹੁੰਦਾ ਕਿ ਉਹ ਗਵਰਨੈਂਸ ਨੂੰ ਠੀਕ ਤਰ੍ਹਾਂ ਚਲਾਵੇ। ਜਦ ਉਹ ਠੀਕ ਤਰ੍ਹਾਂ ਨਹੀਂ ਚਲਾ ਰਹੀ ਹੁੰਦੀ ਤੇ ਜਦ ਉਹਦੀ ਅੱਤ ਹੋ ਜਾਂਦੀ ਆ, ਜਦ ਉਹਦੀ ਹਿਪੋਕ੍ਰੇਸੀ 1 ਜਾਂ 2 ਜਾਂ 3 ਨਹੀਂ ਚੀਜ਼ਾਂ ਵਿੱਚ ਬਟ ਕਈ ਦਹਾਕਿਆਂ ਵਿੱਚ ਸਾਹਮਣੇ ਆ ਜਾਂਦੀ ਆ, ਫਿਰ ਜਿਹੜਾ ਇੱਕ ਸਿੱਖ ਮਾਈਂਡਡ ਮੈਂ ਕਿਉਂ ਕਹਿ ਰਿਹਾ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਨੇ ਹੀ ਇਹ ਕੰਪਲੈਕਸ ਬਣਾਇਆ ਸੀ ਤੇ ਉਹਨਾਂ ਨੇ ਹੀ ਦੱਸਿਆ, ਸ਼ਬਦ ਦੇ ਨਜ਼ਰ ਹੇਠ ਅਸੀਂ ਦੇਖਣਾ ਕਿ ਕਿਸ ਤਰ੍ਹਾਂ ਇਹ ਗੱਲ ਨੂੰ ਦੇਖੀਏ। ਉਹਨਾਂ ਨੇ ਦੱਸਿਆ ਕਿ ਭਗਤਾ ਤੇ ਸਹਿਸਾਰੀਆ ਜੋੜ ਕਦੇ ਨਾ ਆਇਆ।
ਇਹ ਗੱਲ ਬਹੁਤ ਸਮਝਣ ਵਾਲੀ ਹੈ ਕਿ ਜਿਹੜਾ ਭਗਤ ਆ, ਮਤਲਬ ਜਿਹੜਾ ਭਗਤੀ ਵਿੱਚ ਕਰ ਰਿਹਾ, ਡਿਵੋਸ਼ਨ ਦੇ ਵਿੱਚ ਆ, ਉਹਦੇ ਪਿਆਰ ਦੇ ਵਿੱਚ ਆ ਰੱਬ ਦੇ, ਵਾਹਿਗੁਰੂ ਦੇ, ਏਕ ਓੰਕਾਰ ਦੇ, ਤੇ ਜਿਹੜਾ ਸੈਸਾਰੀ ਹੈਗਾ ਜਿਹੜਾ ਵਰਲਡਲੀ ਆ। ਹੁਣ ਵਰਲਡਲੀ ਬੰਦਾ ਗੇਮ ਬੜੇ ਖੇਡਦਾ, ਤੁਸੀਂ ਤੇ ਮੈਂ ਵੀ ਖੇਡਦੇ ਆ, ਤੇ ਪੋਲੀਟੀਸ਼ੀਅਨ ਕਿਸੇ ਹੋਰ ਲੈਵਲ ਤੇ ਖੇਡਦੇ ਆ। ਕਹਿੰਦੇ ਇਹ ਜਿਹੜੇ ਦੋ ਸ਼ਖਸੀਅਤਾਂ ਨੇ, ਦੋ ਪਰਸਨੈਲਿਟੀਜ਼ ਨੇ, ਇਹ ਕਦੇ ਇਕੱਠੀਆਂ ਨਹੀਂ ਹੋ ਸਕਦੀਆਂ ਇਹਨਾਂ ਦੇ, ਕਿਉਂਕਿ ਇਹਨਾਂ ਦੀ ਫਿਤਰਤ ਵੱਖਰੀ ਆ। ਫਿਰ ਉਹ ਗੁਰੂ ਅਰਜਨ ਸਾਹਿਬ ਉਹਦੇ 'ਚ ਦੱਸ ਰਹੇ ਨੇ, ਕਹਿੰਦੇ ਉਹ ਕਿਉਂ ਹੈ? ਕਹਿੰਦੇ ਕਿਉਂਕਿ ਜਿਹੜਾ ਭਗਤ ਹੈਗਾ ਨਾ, ਉਹਨੇ ਸੱਚ ਤੇ ਪਹਿਰਾ ਦੇਣਾ। ਸੱਚ ਦਾ ਮਤਲਬ ਸਿਰਫ ਸੱਚ ਬੋਲਣਾ ਨਹੀਂ ਹੁੰਦਾ। ਸੱਚ ਦਾ ਜਿਵੇਂ ਆਪਾਂ ਸਤਨਾਮ ਵਿੱਚ ਆਖਦੇ ਆ ਨਾ, ਮਤਲਬ ਉਹਨੇ ਇਟਰਨਲ ਗੱਲ ਕਰਨੀ ਆ। ਉਹਨੇ ਇਹ ਨਹੀਂ ਦੇਖਣਾ ਕਿ ਇਹਦੇ 'ਚ ਨਫਾ ਜਾਂ ਨੁਕਸਾਨ ਆ। ਠੀਕ ਹੈ ਜੀ। ਤੇ ਜਿਹੜਾ ਸੈਸਾਰੀ ਆ, ਉਹ ਕਿਸ ਗੱਲ ਤੇ ਖੜਾ? ਗੁਰੂ ਅਰਜਨ ਪਾਤਸ਼ਾਹ ਕਹਿੰਦੇ ਉਹ ਕੂੜ ਬੋਲਣ ਤੇ ਖੜਾ। ਉਹਨੇ ਟਰੈਸ਼ ਗੱਲਾਂ ਕਰਨੀਆਂ। ਕੂੜ ਦਾ ਮਤਲਬ ਲਿਟਰਲੀ ਟਰੈਸ਼ ਹੁੰਦਾ, ਤੇ ਕੂੜ ਦਾ ਫਿਗਰੇਟਿਵ ਮੀਨਿੰਗ ਹੁੰਦਾ ਝੂਠ ਤੇ, ਮਤਲਬ ਲਾਈਜ਼ ਦੇ ਉੱਤੇ ਖੜਾ। ਕਿਉਂਕਿ ਜਦ ਅਸੀਂ ਗੇਮਾਂ ਖੇਡਦੇ ਆ, ਅਸੀਂ ਘਰਾਂ ਦੇ ਵਿੱਚ ਤੇ ਆਪਣੀ ਜਥੇਬੰਦੀਆਂ ਵਿੱਚ ਵੀ ਕਰਦੇ ਆ, ਤੇ ਸਰਕਾਰਾਂ ਤਾਂ ਕਰਦੀਆਂ ਨੇ। ਹੁਣ ਗੁਰੂ ਅਰਜਨ ਸਾਹਿਬ ਇਹ ਦੱਸ ਰਹੇ ਨੇ ਕਿ ਇਹਨਾਂ ਦਾ ਕਦੇ ਮੇਲ ਨਹੀਂ ਆਉਂਦਾ। ਤੇ ਜਿਹੜਾ ਭਗਤ ਹੁੰਦਾ ਉਹ ਕੀ ਕਰਦਾ? ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਦੱਸਿਆ ਸਾਨੂੰ, ਭਗਤਾ ਕੀ ਚਾਲ ਨਿਰਾਲੀ। ਉਹ ਨਿਰਾਲੀ ਚਾਲ ਕੀ ਆ? ਕਿ ਜਦ ਸਿਸਟਮਸ ਦਾ ਬ੍ਰੇਕਡਾਊਨ ਹੋ ਜਾਵੇ, ਜਦ ਅੱਤ ਹੋ ਜਾਵੇ, ਫਿਰ ਜਿਨ੍ਹਾਂ ਨੂੰ ਅੱਜ ਅਸੀਂ ਐਕਟਿਵਿਸਟ ਕਾਈਂਡ ਕਹਿੰਦੇ ਆ, ਉਹ ਜਿਹੜੇ ਆਊਟਸਾਈਡ ਤੋਂ ਆਉਂਦੇ ਨੇ, ਆਊਟਸਾਈਡ ਤੋਂ ਆ ਕੇ, ਕਿਉਂਕਿ ਗਵਰਨੈਂਸ ਇੰਨੀ ਖਰਾਬ ਹੋ ਗਈ ਹੈ, ਕੋਈ ਵੀ ਸੱਚ ਤੇ ਪੈਰਾ ਨਹੀਂ ਦੇ ਰਿਹਾ। ਫਿਰ ਉਹ ਸੰਤ ਦੇ ਰੂਪ ਵਿੱਚ, ਅਸਲੀ ਅੱਜ ਵਾਲੇ ਸੰਤ ਨਹੀਂ, ਗੁਰਬਾਣੀ ਵਾਲੇ ਸੰਤ, ਬਨਾਰਸ ਕੇ ਠੱਗ ਵਾਲੇ ਨਹੀਂ, ਜਿਹੜੇ ਸਿਰਫ ਬੋਲਦੇ ਨਹੀਂ ਸੱਚ, ਬਟ ਲੋਕੀ ਵੀ ਦੇਖ ਰਹੇ ਨੇ ਕਿ ਇਹ ਸੱਚ ਜੀ ਰਹੇ ਨੇ। ਫਿਰ ਉਹ ਆਉਂਦੇ ਨੇ। ਇਸੇ ਤਰੀਕੇ ਨਾਲ ਜੇ ਅਸੀਂ ਦੇਖਾਂਗੇ, ਜਿਹੜੀ 70s ਤੇ 80s ਦੀ ਪੰਜਾਬ ਵਰਸਸ ਸੈਂਟਰ ਰਿਲੇਸ਼ਨਸ਼ਿਪ ਆ, 70s ਤੇ 80s ਦੀ ਜਿਹੜੀ ਸਿੱਖ ਲੀਡਰਸ਼ਿਪ ਆ, ਉਹਦੇ ਵਿੱਚ ਇਨਕਲੂਡਿੰਗ 84 ਦੇ ਵਿੱਚ ਵੀ, ਜਿਹੜੇ ਉਸ ਵੇਲੇ ਕਾਂਗਰਸ ਦੇ ਇਨਸਾਈਡਰਸ ਵੀ ਹੈਗੇ ਨੇ, ਜਿਨ੍ਹਾਂ ਨੂੰ ਅਸੀਂ ਜ਼ੈਲ ਸਿੰਘ ਆਖਦੇ ਆ, ਤਰਲੋਚਨ ਸਿੰਘ ਅਜੇ ਵੀ ਜਿੰਦੇ ਨੇ, ਬੂਟਾ ਸਿੰਘ ਵੀ ਆ, ਇਹਨਾਂ ਦੇ ਕੀ ਰੋਲ ਰਹੇ ਨੇ। ਨਾਲ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਤੋੜਾ, ਜਗਦੇਵ ਸਿੰਘ ਤਲਵੰਡੀ, ਰਾਮੂ ਵਾਲੀਆ, ਕੈਪਟਨ ਅਮਰਿੰਦਰ ਸਿੰਘ, ਇਹ ਵੀ ਉਸ ਵੇਲੇ ਸੀਗੇ। ਇਹਨਾਂ ਦੇ ਕੀ ਰੋਲ ਰਹੇ ਨੇ? ਇਨਫੈਕਟ ਇਸ ਵੇਲੇ ਦੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ, ਹੀ ਇਜ਼ ਔਨ ਰੈਕਰਡ, ਉਹਨਾਂ ਨੇ ਰਿਜ਼ਾਈਨ ਕੀਤਾ 84 'ਚ। ਹੀ ਇਜ਼ ਔਨ ਰੈਕਰਡ ਸੇਇੰਗ ਕਿ ਮੈਂ ਭਿੰਡਰਾਂਵਾੜੇ ਦੀ ਮੀਟਿੰਗ ਰਾਜੀਵ ਗਾਂਧੀ ਨਾਲ ਸੈੱਟ ਕੀਤੀ, ਰਾਜੀਵ ਗਾਂਧੀ ਆਪ ਨਹੀਂ ਆਇਆ। ਮਤਲਬ ਇਹ ਕਿ ਸੰਤ ਤਾਂ ਹਰ ਵੇਲੇ ਡਾਇਲੌਗ ਕਰਨ ਲਈ ਤਿਆਰ ਆ, ਬਟ ਜਿਹਦੇ ਵਿੱਚ ਸੱਚ ਦਾ ਤੇ ਸੰਤ ਦਾ ਕੈਰੈਕਟਰ ਨਹੀਂ ਆ, ਪਰਸਨੈਲਿਟੀ ਹੈ ਨਹੀਂ, ਉਹ ਆਪਣੀਆਂ ਗੇਮਾਂ ਖੇਡਦੇ ਨੇ। ਨਾ ਉਹ ਸਿੱਖਾਂ ਲਈ ਡਿਲੀਵਰੀ ਕਰਾ ਰਹੇ ਨੇ, ਨਾ ਉਹ ਪੰਜਾਬ ਲਈ ਡਿਲੀਵਰੀ ਕਰਾ ਰਹੇ ਸੀ। ਇਸ ਕਰਕੇ ਪੰਜਾਬ ਦਾ ਪਿੰਡੂ ਤੇ ਪੰਜਾਬ ਦਾ ਸ਼ਹਿਰੀ, ਇੰਡੀਆ ਦੇ IPS, IAS ਤੇ IFS, ਤੇ ਜਿਹੜੇ ਅਨਪੜ੍ਹ ਸੀ ਤੇ ਪੜ੍ਹੇ ਲਿਖੇ ਸੀ, ਸਾਰਿਆਂ ਨੇ ਦੇਖਿਆ ਕਿ ਜਿਹੜਾ ਇਹ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂਪ ਵਿੱਚ ਜਥੇਦਾਰ ਬਣ ਕੇ ਬਾਹਰ ਆਏ ਨੇ, ਆਰਗੈਨਿਕਲੀ ਆਏ ਨੇ, ਪੰਥ ਦੇ ਵਿੱਚ ਨਹੀਂ ਉਹ ਥਾਪੇ ਗਏ ਸੀ, ਸਿਰਫ ਦਮਦਮੀ ਟਕਸਾਲ ਦੇ ਥਾਪੇ ਗਏ ਸੀ। ਸਾਰੇ ਸਿੱਖਾਂ ਨੇ ਦੇਖਿਆ ਕਿ ਇਹ ਸੱਚ ਬੋਲਦੇ ਨੇ, ਇਸ ਕਰਕੇ ਉਹਨਾਂ ਨੇ ਉਹਨਾਂ ਦੀ ਗੱਲ ਮੰਨੀ ਤੇ ਉਹਨਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ। ਦਿਸ ਇਜ਼ ਦ ਡਿਫਰੈਂਸ ਬਿਟਵੀਨ ਹਿਮ। ਇਹ ਅੱਜ ਦਾ ਵਾਅਦਾ ਵੇ। ਮਹਾਵਾਕ ਹੁਕਮ ਵੀ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ। ਸ੍ਰੀ ਹਰਿਮੰਦਰ ਸਾਹਿਬ ਦਾ ਅੱਜ ਦਾ ਹੁਕਮ ਆ, ਨਾਨਕ ਜੇ ਵਿੱਚ ਰੁਪਾ ਹੋਏ, ਖਰਾ ਖਰਾ ਆਖਿਆ ਸਭ ਕੋਏ। ਕਿਉਂਕਿ ਪਹਿਲਾਂ ਤੁਹਾਨੂੰ ਪਤਾ ਰੁਪਿਆਂ ਦੇ ਵਿੱਚ, ਕੋਇਨਸ ਦੇ ਵਿੱਚ ਸਿਲਵਰ ਹੁੰਦੀ ਸੀ। ਕਹਿੰਦੇ ਜੇ ਖਰਾ ਕਿਉਂ ਆਖ ਰਹੇ ਨੇ? ਕਿਉਂਕਿ ਇਹਦੇ ਵਿੱਚ ਰੁਪਾ ਸੀ, ਇਹ ਅਸਲੀ ਬੰਦਾ ਜਿਹਨੂੰ ਆਪਾਂ ਕਹਿੰਦੇ ਇਹਦੇ ਵਿੱਚ ਜ਼ੋਰ ਆ। ਜਿਵੇਂ ਜਨਰਲ ਮੇਜਰ ਜਨਰਲ ਸ਼ਾਬੇਗ ਸਿੰਘ ਨੇ ਕਿਹਾ ਕਿ ਇਹ ਬੰਦੇ ਵਿੱਚ ਜੁਰਤ ਨਹੀਂ ਕੱਲੀ, ਇਹ ਸੱਚ ਵੀ ਬੋਲਦਾ। ਇਹੀ ਗੁਰਬਾਣੀ ਦੇ ਲਫ਼ਜ਼ ਨੇ। ਇਸੇ ਕਰਕੇ 84 ਤੋਂ ਬਾਅਦ ਭਾਵੇਂ 3 ਦਹਾਕੇ ਨਿਕਲ ਗਏ, ਬਟ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ 1984 ਦਾ ਮੈਮੋਰੀਅਲ ਲੱਗਿਆ, ਉਹ ਸਾਰੇ ਸਿੱਖਾਂ ਦੇ ਬਿਹਾਫ ਤੇ ਲੱਗਿਆ। ਤੇ ਉਹਦੇ ਵਿੱਚ ਦੱਸਿਆ ਗਿਆ ਕਿ ਜਿਵੇਂ 6ਵੇਂ ਅਬਦਾਲੀ ਦੇ ਅਟੈਕ ਨੂੰ ਕਾਊਂਟਰ ਕਰਨ ਲਈ ਸ਼ਹਾਦਤ ਪ੍ਰਾਪਤ ਜਥੇਦਾਰ ਕੌਣ ਸੀਗੇ? ਬਾਬਾ ਗੁਰਬਖਸ਼ ਸਿੰਘ ਨਿਹੰਗ। ਇਸੇ ਤਰੀਕੇ ਨਾਲ 84 ਦੇ ਜਿਹੜੇ ਸੀਗੇ, ਉਹਨਾਂ ਦੇ ਉਸ ਵੇਲੇ ਦੇ ਜਥੇਦਾਰ ਸੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ। ਸੋ ਜਿਹੜੇ ਉਹ 70s ਤੇ 80s ਦੀ ਐਕਚੁਅਲ ਪੋਲੀਟੀਕਲ ਤੇ ਐਡਮਿਨਿਸਟ੍ਰੇਟਿਵ ਲੀਡਰਸ਼ਿਪ ਆ ਸਿੱਖਾਂ ਦੀ, ਉਹਦਾ ਇੱਕ ਬੜਾ ਜ਼ਬਰਦਸਤ ਫੇਲੀਅਰ ਸੀ। ਉਸ ਫੇਲੀਅਰ ਨੂੰ ਕਾਊਂਟਰ ਕਰਨ ਲਈ, ਐਡਰੈਸ ਕਰਾਉਣ ਲਈ, ਸੱਚ ਤੇ ਪੈਰਾ ਦੇਣ ਲਈ, ਤੇ ਜਿਹੜੇ ਬਾਕੀ ਅਖੌਤੀ ਸੰਤ ਸੀ ਉਹਨਾਂ ਨੂੰ ਐਡਰੈਸ ਕਰਨ ਲਈ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਆਰਗੈਨਿਕ ਲੀਡਰਸ਼ਿਪ ਪੰਥ ਵਿੱਚ ਆਈ।
ਅੱਛਾ, ਇੱਕ ਭਾਈ ਸਾਹਿਬ, ਇੱਕ ਤਾਂ ਇੰਦਰਾ ਦੀ ਪਰਸਨੈਲਿਟੀ ਨੂੰ ਵੀ ਤੁਸੀਂ ਵਾਚ ਜੇ ਕਰਦੇ ਹੋ ਵੀ ਕਿਵੇਂ ਉਹ ਜਵਾਹਰ ਲਾਲ ਨਹਿਰੂ ਦੇ ਸੋਨੇ ਦਾ ਚਮਚਾ ਮੂੰਹ ਦੇ ਵਿੱਚ ਲੈ ਕੇ ਜੰਮੀ ਤੇ ਹੰਕਾਰ ਉਹਦੇ ਸਿਰ ਤੇ ਹੈ। ਸੰਜੇ ਗਾਂਧੀ ਦਾ ਮਰਨਾ ਤੇ ਪਿਓ ਦੇ ਮਰਨ ਤੋਂ ਬਾਅਦ ਉਹਦਾ ਕੁਰਸੀ ਤੱਕ ਪਹੁੰਚਣ ਦੇ ਲਈ ਬਹੁਤ ਵਿਸ਼ੇਸ਼ ਰੋਲ ਰਹਿਣਾ ਤੇ ਧਰਮ ਪਰਿਵਰਤਨ ਕਰਕੇ ਮੁਸਲਮਾਨ ਦੇ ਨਾਲ ਇੱਕ ਨਾਲ ਵਿਆਹ ਕਰਾਉਣਾ ਤੇ ਇੱਕ ਬਲੱਡ ਲਾਈਨ ਵੀ ਹੈ ਜੇ ਗੰਗੂ ਨਾਲ ਆਪਾਂ ਜੋੜਦੇ ਹਾਂ ਐਥੈਂਟਿਸਿਟੀ ਜੇ ਉਹਦੀ ਮਿਲ ਜਵੇ। ਇੱਕ ਉਹ ਸੀ, ਇੱਕ ਜਿਹੜਾ ਰਾਸ਼ਟਰਵਾਦ ਦਾ ਹੰਕਾਰ ਸਿਰ ਤੇ ਚੜ ਕੇ ਬੋਲਿਆ, ਕਿਉਂਕਿ ਜੇ ਤਾਂ ਵੱਧ ਅਧਿਕਾਰਾਂ ਦੀ ਗੱਲ ਕੋਈ ਕੇਰਲਾ ਦੇ ਵਿੱਚ ਤਾਮਿਲਨਾਡੂ 'ਚ ਚੱਲਦੀ ਹੈ, ਬੰਗਾਲ 'ਚ ਚੱਲਦੀ ਹੈ, ਕਮਿਊਨਿਸਟ ਕਰਦੇ ਨੇ ਤਾਂ ਲੈਫਟਿਸਟ ਉਹਦੇ ਹੱਕ 'ਚ ਨੇ। ਪੰਜਾਬ ਦੇ ਵਿੱਚ ਸਾਰੀਆਂ ਧਰਾਵਾਂ ਇਸ ਸੱਚ ਦੇ ਖਿਲਾਫ ਖੜ ਗਈਆਂ। ਮਹਾਸ਼ਿਆਂ ਨੇ ਤਾਂ ਖੜਨਾ ਹੀ ਖੜਨਾ ਸੀ। ਲੋਟੂ ਟੋਲਾ, ਲੋਟੂ ਬਾਣੀਆ ਜਿਹੜਾ ਸਾਮਰਾਜ ਸੀ ਉਹਨੇ ਤਾਂ ਖੜਨਾ ਹੀ ਖੜਨਾ, ਜਿਹੜਾ ਸਮਾਜਿਕ ਲੁੱਟ ਕਰਦਾ ਸੀ। ਪਰ ਉਹ ਧਿਰਾਂ ਜਿਹੜੀਆਂ ਸੱਚ ਦੇ ਬੁਰਜੂਆ ਤਾਣੇ ਬਾਣੇ ਦੇ ਖਿਲਾਫ ਬੋਲਦੀਆਂ ਸੀ, ਉਹ ਵੀ ਕਾਮਰੇਡ ਮਲਹੋਤਰੇ ਵਰਗੇ ਨੇ ਪਟਿਆਲੇ ਦੀ ਕਾਨਫਰੰਸ ਕਹਿਤਾ ਵੀ ਨਾ ਅਸੀਂ ਤਾਂ ਇੰਦਰਾ ਨਾਲ ਆ। ਤੇ ਰਾਈਟ ਵਿੰਗ ਆਈਡੀਓਲੋਜੀ ਵੀ ਨਾਲ ਆ ਕੇ ਖੜ ਗਈ। ਵਾਜਪਾਈ ਤੇ ਚੌਧਰੀ ਚਰਨ ਸਿੰਘ ਤੇ ਸਭ ਇਕੱਠੇ ਹੋ ਗਏ। ਜੋਗਿੰਦਰ ਸ਼ਰਮਾ ਇੱਕ ਚਿੱਠੀ ਲਿਖ ਕੇ ਲੈ ਕੇ ਜਾਂਦਾ ਹੈ ਇੰਦਰਾ ਵੱਲੋਂ ਆਂਦਰੀ ਪੋਪ ਦੇ ਨਾਲ, ਰਾਸ਼ਟਰਪਤੀ US ਨਾਲ। KGB ਨਾਲ ਖੜ ਗਈ। ਨਿਤਖ ਨੇ ਜਾ ਕੇ UK 'ਚ ਦੱਸਦਾ ਆਰਕਾਈਵਿਸਟ ਨੇ ਵੀ ਕੀ KGB 'ਚ ਹੋਇਆ। ਤੇ ਇੰਗਲੈਂਡ ਦਾ ਸਾਮਰਾਜ ਨਾਲ ਖੜ ਗਿਆ। ਇਹ ਜਿਹੜੀਆਂ ਸੌਫਟ ਪਾਵਰਸ ਵੀ ਨਾਲ ਖੜ ਗਈਆਂ। ਇਸ ਸਾਰੇ ਇੱਕ ਇਕੱਠਿਆਂ ਨੇ ਜਦ ਉਹਨੂੰ ਦੋਗਾ ਦਾ ਰੂਪ ਦੇਤਾ ਤਾਂ ਉਹ ਰਸਤੇ ਚੜ ਕੇ ਅੰਮ੍ਰਿਤਸਰ ਨੂੰ ਤੁਰਿਆ। ਇਸ ਨੂੰ ਜਦ ਕ੍ਰੀਏਸ਼ਨ ਸਾਰੀ ਹੋਈ, ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਤੁਹਾਡਾ ਕੀ ਇਹਦੇ ਤੇ ਆ ਵੀ ਆਮ ਸਹਿਮਤੀ ਕਿਵੇਂ ਹੋਈ? ਬਹੁਤ ਜ਼ਬਰਦਸਤ ਸਵਾਲ ਹੈ ਆਪ ਜੀ ਦਾ, ਥੈਂਕ ਯੂ ਫॉर ਆਸਕਿੰਗ ਦਿਸ। ਕਿਉਂਕਿ ਇੱਥੇ ਹੁਣ ਆਪਾਂ ਜਦ ਅਸੀਂ ਇੰਦਰਾ ਗਾਂਧੀ ਦੀ ਗੱਲ ਕਰਨੀ ਆ ਤੇ ਉਹਦੇ ਦੇ ਕਾਊਂਟਰ ਕਰਨ ਲਈ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕੀਤੀ, ਕਿਉਂਕਿ ਉਹ ਦੋ ਲੀਡਰਸ਼ਿਪਸ ਖੜੀਆਂ ਉਸ ਵੇਲੇ ਦੀਆਂ। ਤੇ ਜਰਨੈਲ ਸਿੰਘ ਭਿੰਡਰਾਂਵਾਲੇ ਵਿੱਚ ਇੱਕ ਮਿਲਟਰੀ ਲੀਡਰਸ਼ਿਪ ਵੀ ਆ ਜਿਹਨੂੰ ਅਸੀਂ ਮੀਰੀ ਪੀਰੀ ਕਹਿੰਦੇ ਆ, ਤੇ ਉਹਦੇ ਵਿੱਚ ਇੱਕ ਸਪਿਰਿਚੁਅਲ ਲੀਡਰਸ਼ਿਪ ਵੀ ਆ। ਸੋ ਇੰਦਰਾ ਗਾਂਧੀ ਨੂੰ ਸਮਝਣਾ ਵੀ ਇਸੇ ਕਰਕੇ ਜ਼ਰੂਰੀ ਆ। ਦੇਖੋ, ਇੰਦਰਾ ਗਾਂਧੀ ਦੇ ਬਾਰੇ ਜਦ ਮੈਂ ਨਹਿਰੂ ਤੋਂ ਜੇ ਦੇਖਾਂ, ਨਹਿਰੂ ਨੇ ਨਾ ਲੈਟਰਸ ਲਿਖੇ ਸੀ ਇੰਦਰਾ ਗਾਂਧੀ ਨੂੰ ਜਦ ਉਹ ਆਕਸਫੋਰਡ ਅਟੈਂਡ ਕਰਦੀ ਸੀ। ਸ਼ੀ ਨੈਵਰ ਗ੍ਰੈਜੂਏਟਡ ਫਰਮ ਦੇਅਰ ਬਾਏ ਦਾ ਵੇ, ਸ਼ੀ ਫਲੰਕਡ ਲੈਟਿਨ ਕਿਉਂਕਿ ਉਸ ਵੇਲੇ ਰਿਕੁਆਇਰਮੈਂਟ ਹੁੰਦਾ ਸੀ। ਸੋ ਉਹਨਾਂ ਦੇ ਨਾਂ 'ਚ ਨਾ ਉਹ ਲੈਟਰ ਲਿਖਦੇ ਹੁੰਦੇ ਸੀ ਇੰਦਰਾ ਗਾਂਧੀ ਨੂੰ, ਉਹਨੂੰ ਤਿਆਰ ਕਰ ਰਹੇ ਸੀ। ਉਹ ਰਾਜੀਵ ਗਾਂਧੀ ਫਾਊਂਡੇਸ਼ਨ ਅੱਜ ਵੀ ਛਾਪਦੀ ਹੈ ਕਿਤਾਬ ਗਲਿੰਪਸਸ ਆਫ ਇੰਡੀਆ। ਉਹਦੇ ਵਿੱਚ ਨਾ ਪਹਿਲੇ 20 ਪੇਜਸ ਵਿੱਚ ਹੀ ਉਹਨਾਂ ਨੇ ਸੰਸਕ੍ਰਿਤ ਦਾ ਇੱਕ ਸ਼ਲੋਕ ਰੈਫਰੈਂਸ ਦਿੱਤਾ, ਜਿਹਦੇ ਵਿੱਚ ਮੈਂ ਬਹੁਤ ਜ਼ਰੂਰੀ ਗੱਲ ਹੈ ਕਿ ਕਿਹੜੀ ਸਾਈਕੀ ਉਹਦੇ ਵਿੱਚ ਪਾਈ ਜਾ ਰਹੀ ਹੈ ਇੰਦਰਾ ਗਾਂਧੀ। ਹਾਲਾਂਕਿ ਉਹਨੇ ਬਗਾਵਤ ਕੀਤੀ ਸੀ ਘਰ ਦੇ ਲੈਵਲ ਤੇ, ਪਰ ਉਹਦੇ ਦਿਮਾਗ ਵਿੱਚ ਕੀ ਪਾਇਆ ਜਾ ਰਿਹਾ। ਤੇ ਉਹਦੇ ਵਿੱਚ ਉਹ ਸ਼ਲੋਕ ਇੱਕ ਲਿਖਦੇ ਨੇ ਕਿ ਇੱਕ ਟੱਬਰ ਨੂੰ ਬਚਾਉਣ ਲਈ ਇੱਕ ਬੰਦੇ ਨੂੰ ਸ਼ਹੀਦ ਕੀਤਾ ਜਾ ਸਕਦਾ, ਇੱਕ ਕਮਿਊਨਿਟੀ ਨੂੰ ਬਚਾਉਣ ਲਈ ਇੱਕ ਪਰਿਵਾਰ ਕੀਤਾ ਜਾ ਸਕਦਾ, ਤੇ ਇੱਕ ਦੇਸ਼ ਨੂੰ ਬਚਾਉਣ ਲਈ ਇੱਕ ਕਮਿਊਨਿਟੀ ਵੀ ਕੀਤੀ ਜਾ ਸਕਦੀ ਹੈ। ਹੁਣ ਇਹ ਸਿਖਾਇਆ ਜਾ ਰਿਹਾ ਉਹਨੂੰ। ਉੱਥੋਂ ਸ਼ੁਰੂ ਕਰੋ। 70s ਵਿੱਚ ਟ੍ਰਿਬਿਊਨ ਪੇਪਰ ਦੇ ਰੈਫਰੈਂਸਿਸ ਦੇ ਵਿੱਚ ਲਿਖਿਆ ਇੰਦਰਾ ਗਾਂਧੀ ਮੰਨ ਰਹੀ ਆ ਕਿ ਪੰਜਾਬੀ ਸੂਬਾ ਦੇ ਵਿੱਚ ਜੋ ਸਰਕਾਰ ਬੋਲ ਰਹੀ ਆ ਹਿੰਦੁਸਤਾਨ ਦੀ ਉਹ ਗਲਤ ਆ, ਲੇਕਿਨ ਇਹਨਾਂ ਨੂੰ ਇਹੀ ਮਾਫਕ ਹੈ ਇਸ ਕਰਕੇ ਇਹ ਗਲਤ ਲਿਖ ਰਹੀ ਆ ਪੰਜਾਬੀ ਸੂਬਾ ਮੂਵਮੈਂਟ ਬਾਰੇ। ਉਹ ਇਹ ਸਭ ਕੁਝ ਆਬਜ਼ਰਵ ਕਰ ਰਹੀ ਆ। ਫਿਰ ਉਹਦਾ ਇੱਕ ਆਪਣਾ ਪਰਸਨਲ ਇਸ਼ੂ ਚੱਲ ਰਿਹਾ, ਉਹਦੇ ਨਾਲ ਉਹ ਡੀਲ ਕਰ ਰਹੀ ਹੈ, ਜਿਹਨੂੰ ਅਸੀਂ ਕਹਾਂਗੇ ਫੈਮਿਲੀ ਰਿਲੇਸ਼ਨਸ਼ਿਪਸ। ਮੈਂ ਇਨਫੈਕਟ ਕਾਲਜ ਡੇਜ਼ ਤੋਂ ਬਾਅਦ ਇੱਕ ਉਹਦੀ ਬਾਇਓਗ੍ਰਾਫੀ ਪੜ੍ਹੀ ਆ, ਨਾਨ ਇੰਡੀਅਨ ਨੇ ਲਿਖੀ ਸੀ, ਕੈਥਰੀਨ ਫਰੈਂਕ ਨੇ। ਜਦ ਮੈਂ ਉਹ ਪੜ੍ਹ ਲਈ ਨਾ ਇੰਦਰਾ ਗਾਂਧੀ ਦੀ, ਆਈ ਫੈਲਟ ਐਕਚੁਅਲੀ ਸੌਰੀ ਫॉर ਹਰ। ਮੈਂ ਸਮਝਦਾ ਜਦ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਉਹਨੂੰ ਸਤਿਕਾਰ ਨਾਲ ਹੀ ਬੋਲਦੇ ਸੀ, ਕਈ ਵਾਰੀ ਸਰਕੈਸਟਿਕਲੀ ਵੀ ਬੋਲਦੇ ਸੀ, ਪਰ ਗਾਲ ਨਹੀਂ ਕਦੇ ਬਕੀ। ਸਾਨੂੰ ਵੀ ਇਹ ਤਰੀਕੇ ਅਪਣਾਉਣੇ ਚਾਹੀਦੇ ਨੇ। ਗੁਰਬਾਣੀ ਦਾ ਤਰੀਕਾ ਇਹ ਆ, ਅਸੀਂ ਫਰਮ ਸਟੈਂਡ ਲੈ ਸਕਦੇ ਹਾਂ, ਅਸੀਂ ਸਖਤ ਬੋਲ ਸਕਦੇ ਹਾਂ, ਬਟ ਅਸੀਂ ਗਾਲਾਂ ਨਹੀਂ ਬਕਦੇ ਕਿਸੇ ਨੂੰ। ਆਈ ਐਕਚੁਅਲੀ ਫੀਲ ਸੌਰੀ ਫॉर ਹਰ। ਬਟ ਜਦ ਉਹਨੇ ਐਮਰਜੈਂਸੀ ਵਿੱਚ ਆਪਣੀ ਪਾਵਰ ਜਦ ਅਸੂਮ ਕਰ ਲਈ, ਜਿਹਦੇ ਵੱਲ ਤੁਸੀਂ ਇਸ਼ਾਰਾ ਕੀਤਾ, ਦੇਖੋ ਜਦ ਕਿਸੇ ਦੀ ਸਾਈਕੋਲੋਜੀਕਲ ਅਪਬ੍ਰਿੰਗਿੰਗ ਹੋਵੇ, ਡਿਸਟਰਬਡ ਹੋਵੇ, ਤੇ ਜਿਹਨੂੰ ਇਹ ਸਿਖਾਇਆ ਜਾ ਰਿਹਾ ਕਿ ਇਹ ਸਾਰੀਆਂ ਚੀਜ਼ਾਂ ਜਾਇਜ਼ ਨੇ ਤੁਹਾਡੇ ਕਲਚਰਲ ਸਿਸਟਮ ਦੇ ਵਿੱਚ, ਤੁਹਾਡੇ ਰਿਲੀਜੀਅਸ ਸਿਸਟਮ ਦੇ ਵਿੱਚ, ਉਹਨੇ ਆ ਕੇ ਉਹ ਸਭ ਕੁਝ ਕੀਤਾ। ਉਹਨੇ ਦੇਖਿਆ ਪੂਰੇ ਹਿੰਦੁਸਤਾਨ ਦੇ ਵਿੱਚ ਪਾਰਟੀ ਲੈਵਲ ਤੇ ਮੈਨੂੰ ਕੋਈ ਆਬਜੈਕਟ ਨਹੀਂ ਕਰਦਾ, ਤੇ ਅਕਾਲੀ ਜੇਲ੍ਹ ਭਰ ਕੇ ਆਪਣੇ ਡੱਕੀ ਜਾਂਦੇ ਨੇ। ਉਹਨੂੰ ਐਮਰਜੈਂਸੀ ਸਾਰੀ ਯਾਦ ਸੀ। ਉਹ ਜਿਹੜਾ ਵਾਈ ਦਾ ਕੁਐਸਚਨ ਹੈ ਨਾ, ਉਹਨੇ ਕਿਉਂ ਕੀਤਾ? ਉਹਨੇ ਦੇਖਿਆ ਕਿ ਕੌਮੀ ਲੈਵਲ ਤੇ, ਯੂਨੀਅਨ ਦੇ ਲੈਵਲ ਤੇ ਲੋਕਾਂ ਨੇ ਆਬਜੈਕਟ ਕੀਤਾ, ਕੁਝ ਹੋਰਾਂ ਨੇ ਵੀ ਆਬਜੈਕਟ ਕੀਤਾ, ਜਿਹੜੇ ਇਸ ਵੇਲੇ ਦੇ
ਹਿੰਦੁਸਤਾਨ ਦਾ ਰਾਜ ਚਲਾ ਰਹੇ ਨੇ, ਉਹ ਸਿੱਖ ਬਣ ਕੇ ਦਰਬਾਰ ਸਾਹਿਬ ਦੇ ਵਿੱਚ ਪਨਾਹ ਵੀ ਲਈ ਉਹਨਾਂ ਨੇ, ਬਟ ਐਟ ਦ ਸੇਮ ਟਾਈਮ ਉਹਨਾਂ ਸਾਰਿਆਂ ਨੇ ਪਾਰਟੀ ਦੇ ਲੈਵਲ ਤੇ ਸਿੱਖਾਂ ਨੂੰ ਆਬਜੈਕਟ ਵੀ ਕੀਤਾ। ਸੋ ਜੋ ਅੱਜ ਹਿੰਦੁਸਤਾਨ ਵਿੱਚ ਹੋ ਰਿਹਾ ਅੱਜ, ਉਹ ਐਗਜ਼ੈਕਟਲੀ ਸੇਮ ਮਾਡਲ ਆ ਜਿਹਨੂੰ ਅੱਜ ਅਸੀਂ ਹਿੰਦੂਤਵਾ ਕਹਿੰਦੇ ਆ। ਉਹ ਇੰਦਰਾ ਗਾਂਧੀ ਦਾ ਸੌਫਟ ਹਿੰਦੂਤਵਾ ਸੀ ਤੇ ਨਹਿਰੂਵੀਅਨ ਪੋਲਿਟਿਕਸ ਦੇ ਵਿੱਚ ਵੀ ਉਹ ਸੌਫਟ ਸੀਗਾ। ਉਹਨਾਂ ਨੇ ਕਦੇ ਵੀ ਇੰਡੀਆ ਦੀ ਹਿਸਟਰੀ ਲਿਖੀ ਨਹਿਰੂ ਨੇ, ਤੇ ਗੁਰੂ ਨਾਨਕ ਸਾਹਿਬ ਵਰਡ ਉਹਦੀ ਪੂਰੀ ਕਿਤਾਬ 'ਚ ਹੈ ਨਹੀਂ, 2000 ਪੇਜ ਦੀ ਕਿਤਾਬ ਆ, ਸਿੱਖਾਂ ਦਾ ਨਾਂ ਹੀ ਹੈ ਨਹੀਂ ਉਹਦੇ 'ਚ। ਉਹਨਾਂ ਨੇ ਸਾਨੂੰ ਕਦੇ ਰੈਕਗਨਾਈਜ਼ ਕੀਤਾ ਹੀ ਨਹੀਂ ਆ। ਉਹਨਾਂ ਨੇ ਸਾਨੂੰ ਸਿਰਫ ਪ੍ਰੋਮਿਸਿਸ ਆਪਣੇ ਵਿੱਚ ਰਲਾਉਣ ਲਈ ਕੀਤੇ ਨੇ। ਇੰਦਰਾ ਗਾਂਧੀ ਨੂੰ ਇਹ ਸਾਰੀ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ। ਇੰਦਰਾ ਗਾਂਧੀ ਇਸ ਚੀਜ਼ ਨੂੰ ਕਨਫਰੰਟ ਕਰ ਰਹੀ ਆ ਐਮਰਜੈਂਸੀ ਦੇ ਵੇਲੇ। ਉਸ ਤੋਂ ਬਾਅਦ ਉਹ ਜੋ 77 to 84 ਹੁੰਦਾ, ਉਹੀ ਚੀਜ਼ ਜੋ ਸਿੱਖਾਂ ਨਾਲ ਕੀਤੀ, ਉਹਦੇ ਅਗਲੇ ਰੂਪ ਹੁਣ ਹਾਰਡ ਹਿੰਦੂਤਵਾ ਕਰ ਰਹੀ ਆ, ਜੋ ਇੰਦਰਾ ਗਾਂਧੀ ਨੇ ਐਜ਼ ਏ ਆਟੋਕ੍ਰੈਟਿਕ ਲੀਡਰ ਸੌਫਟ ਹਿੰਦੂਤਵਾ ਨੇ ਕੀਤਾ ਸੀ। ਅੱਛਾ ਜੀ, ਹੁਣ ਇਸ ਨੂੰ ਆਪਾਂ ਜੇ 84 ਤੋਂ ਬਾਅਦ ਦੇ ਅੱਜ ਅਜੋਕੀ ਸਥਿਤੀ ਦੀ ਗੱਲ ਕਰੀਏ, ਵੀ ਅੱਜ ਅਸੀਂ ਕਿੱਥੇ ਖੜੇ ਆ। ਡਾਕਟਰ ਗੁਰਭਗਤ ਸਿੰਘ ਦੀ ਵੀ ਜ਼ਖਮ ਨੂੰ ਸੂਰਜ ਬਣਾਉਣ ਦੀ ਗੱਲ ਆ। ਅੱਜ ਜਿਹੜਾ ਅਸੀਂ ਘੱਲੂ ਘਾਰੇ ਦੇ ਵਿੱਚ ਇੱਕ ਵਿਕਟਰੀਅਸ ਮੈਂ ਮਾਣ ਦੇ ਨਾਲ ਉਹਨਾਂ ਯੋਧਿਆਂ ਦੀ ਅੱਜ ਮੈਂ ਗੱਲ ਕਰ ਰਿਹਾ, ਸਵੇਰ ਦਾ ਸਮਾਂ ਅੰਮ੍ਰਿਤ ਵੇਲਾ ਹੋਣ ਜਾ ਰਿਹਾ, ਉੱਥੇ ਸ਼ਹੀਦੀ ਸੰਤਾਂ ਦੀ ਹੁਣ ਤੋਂ ਕੁਝ ਘੰਟਿਆਂ ਨੂੰ ਹੋਣੀ ਆ। ਜਿਵੇਂ ਮੇਰੇ 2 ਘੱਲੂ ਘਾਰੇ ਨੇ ਕੌਮ ਦੇ, ਉਸ ਤਰ੍ਹਾਂ ਹੀ ਇਹ ਘੱਲੂ ਘਾਰੇ ਨੇ। ਇਹਦੇ ਵਿੱਚ ਅਸੀਂ ਵਿਕਟਮ ਨਹੀਂ ਹੈ, ਅਸੀਂ ਬਰਾਬਰ ਦੀ ਲੜਾਈ ਲੜੀ 72 ਘੰਟੇ ਐਲੀਟ ਫੋਰਸ ਦੇ ਨਾਲ, ਤੇ 303 ਦੇ ਨਾਲ ਵਿਜੇਤਾ ਟੈਂਕਾਂ ਦਾ ਕੋਈ ਮੁਕਾਬਲਾ ਨਹੀਂ। ਅਖੀਰ ਰਣ ਤੱਤੇ ਦੇ ਵਿੱਚ ਜੂਝਦੇ ਉਹ ਸ਼ਹੀਦ ਹੋਏ, ਤੇ ਅੱਜ ਤੱਕ ਕੌਮ ਦੇ ਉਸ ਜਰਨੈਲ ਦੀ ਫੋਟੋ ਤੋਂ ਉਹ ਸਰਕਾਰ ਡਰਦੀ ਹੈ ਜਿਹੜੀ ਨਿਊਕਲੀਅਰ ਵੈਪਨ ਦੀ ਮਾਲਕ। ਅੱਜ ਅਸੀਂ ਕਿੱਥੇ ਖੜੇ ਹਾਂ? ਸਿੱਖ ਕੌਮ ਦੁਨੀਆ ਦੇ ਵਿੱਚ ਅਸੀਂ ਉੱਜੜ ਗਏ, ਉੱਥੋਂ ਉਸ ਧਰਤੀ ਛੱਡ ਕੇ ਆ ਗਏ, ਪਰ ਅਸੀਂ ਅੱਜ ਗੱਲ ਕਰ ਰਹੇ ਹਾਂ ਦੁਨੀਆ ਦੇ ਵਿੱਚ। ਸਾਡੀ ਹਰ ਜਗ੍ਹਾ ਤੇ ਗੱਲ ਹੋ ਰਹੀ ਹੈ। ਹਾਂ, ਸਾਡੇ ਡਿਫਰੈਂਸਿਸ ਨੇ, ਕੋਈ ਕਿਸੇ ਨੂੰ ਕਹਿੰਦਾ, ਕੋਈ ਕੁਛ ਕਹਿੰਦਾ, ਪਰ ਗੱਲ ਇੱਕ ਹੈ, ਇਹਦੀ ਜਸਟੀਫਿਕੇਸ਼ਨ ਕੋਈ ਸਿੱਖ ਨਹੀਂ ਕਰ ਸਕਦਾ। ਜਸ ਟੁੱਕੜ ਬੋਝ ਕੋਈ ਕਰ ਸਕਦਾ, ਪਰ 1984 ਦੇ ਇਸ ਘੱਲੂ ਘਾਰੇ ਦੀ ਕੋਈ ਓਪਨਲੀ ਅੱਜ ਕਹੇਗਾ ਨਾ ਵੀ ਸਰੀ ਦੇ ਕਿਸੇ ਜਗ੍ਹਾ ਤੇ ਜਾ ਕੇ ਮੈਂ ਇਸ ਦੇ ਹੱਕ 'ਚ ਬੋਲ ਸਕਦਾ, ਨਿਊਯਾਰਕ ਦੇ ਕਿਸੇ ਸਕੇਅਰ ਦੇ ਹੱਕ 'ਚ ਬੋਲ ਸਕਦਾ, ਨਹੀਂ ਬੋਲ ਸਕਦੇ। ਇਹ ਜਗ੍ਹਾ ਤੇ ਅਸੀਂ ਖੜੇ ਹਾਂ। ਅੱਜ ਦੱਸੋ ਸਾਡੀ ਸਥਿਤੀ ਕੀ ਹੈ, ਤੇ ਸਿੱਖਾਂ ਦਾ ਅਗਲਾ ਪੈਂਤੜਾ ਕੀ ਚਾਹੀਦਾ? ਬਿਲਕੁਲ ਠੀਕ ਜੀ ਗੱਲ। ਇਹਦੇ ਬਾਰੇ ਇੱਕ ਹਿਸਟੋਰੀਕਲ ਗੱਲ ਹੋਰ ਕਰ ਲਾਂ ਕਿ ਦੇਖੋ ਜੋ 84 ਦੇ ਵਿੱਚ ਹੋਇਆ, ਇਹ ਗੱਲ ਖਿਆਲ ਰੱਖੋ ਕਿ ਉਹ ਕਿਸੇ ਪੋਲੀਟੀਕਲ ਮੂਵਮੈਂਟ ਜਾਂ ਇੱਕ ਬੰਦੇ ਤੇ ਅਟੈਕ ਨਹੀਂ ਸੀ, ਉਹ ਸਮੁੱਚੇ ਸਿੱਖ ਜਗਤ ਤੇ ਅਟੈਕ ਸੀ। ਇਹ ਸਮਝਣਾ ਬਹੁਤ ਜ਼ਰੂਰੀ ਆ ਕਿ ਉਸ ਵੇਲੇ ਦੇ ਖੁਸ਼ਵੰਤ ਸਿੰਘ ਵਰਗਿਆਂ ਨੇ ਵੀ ਆਪਣੇ ਮੈਡਲ ਵਾਪਸ ਕਰਤੇ ਸੀ, ਹਾਲਾਂਕਿ ਬਾਅਦ 'ਚ ਜਾ ਕੇ ਉਹਨਾਂ ਨੇ ਸਰਕਾਰ ਦੀਆਂ ਗੱਲਾਂ ਹੀ ਕੀਤੀਆਂ। ਉਸ ਵੇਲੇ ਗੰਡਾ ਸਿੰਘ ਨੇ ਵੀ ਆਪਣੇ ਮੈਡਲ ਵਾਪਸ ਕਰਤੇ ਸੀਗੇ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਸਤੀਫਾ ਦਿੱਤਾ ਸੀ। ਮੈਂ ਜਾਣ ਕੇ ਨਾਂ ਲੈ ਰਿਹਾ ਕਿਉਂਕਿ ਅਸੀਂ ਇਹ ਚੀਜ਼ਾਂ ਵੀ ਭੁੱਲ ਜਾਂਦੇ ਹਾਂ। ਮਤਲਬ ਇਹ ਕੋਈ ਸਿੱਖ ਨਹੀਂ ਸੀ ਜਿਹੜਾ ਕਹਿੰਦਾ ਸੀ ਇਹ ਠੀਕ ਹੋਇਆ। ਹੁਣ ਉਹ ਸੀ 84। ਹਿੰਦੁਸਤਾਨ ਨੂੰ ਟ੍ਰਾਂਸਫਰ ਆਫ ਪਾਵਰ 47 ਤੋਂ ਲੈ ਕੇ ਹੁਣ ਤੱਕ 72 ਸਾਲ ਤੋਂ ਪੂਰੇ ਹੋ ਗਏ ਨੇ। 36 ਸਾਲ 1984 ਨੂੰ ਹੋ ਗਏ। ਮਤਲਬ ਅੱਧਾ ਟਾਈਮ ਇੰਡੀਆ ਨੇ ਆਪਣਾ ਇੱਕ ਵਾਟਰਸ਼ੈਡ ਮੂਵਮੈਂਟ ਆਇਆ ਸੀ ਸਿੱਖਾਂ ਕਰਕੇ ਇੰਡੀਆ ਦੇ ਵਿੱਚ। ਠੀਕ ਹੈ ਜੀ, ਮੈਂ ਤਾਂ ਇਸ ਤਰ੍ਹਾਂ ਜੋੜ ਰਿਹਾ ਗੱਲ ਨੂੰ ਕਿ 50% ਟਾਈਮ ਨਿਕਲ ਗਿਆ ਇੰਡੀਆ ਦਾ ਜਦ ਇੰਡੀਆ ਹਿਲਾਤਾ ਸੀਗਾ, ਜਿਹੜਾ 5 ਸਦੀਆਂ ਦਾ ਵੈਰ ਜਿਹਨੂੰ ਅਸੀਂ ਆਖਦੇ ਹਾਂ ਰੰਧਾਵਾ ਸਾਹਿਬ ਦੀ ਕਵਿਤਾ ਦੇ ਰਾਹੀਂ। ਹੁਣ ਉਹ ਜਦ ਹੋਇਆ, ਕਈ ਸਿੱਖ ਹਣ ਵੀ ਕਹਿੰਦੇ ਜੀ ਸਾਨੂੰ ਇਨਸਾਫ ਨਹੀਂ ਮਿਲਿਆ। ਮੈਂ ਇਹਦੇ ਬਾਰੇ ਗੱਲ ਕਰਾਂਗਾ। ਦੇਖੋ, ਜਾਂ ਤਾਂ ਤੁਸੀਂ ਵਿਕਟਮ ਬਣ ਜਾਓ, ਜਾਂ ਤੁਸੀਂ ਜੋ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਸਾਡੀ ਤਾਂ ਜਿਹੜੀ ਪ੍ਰੇਅਰ ਆ ਨਾ, ਸਾਡੀ ਤਾਂ ਅਰਦਾਸ ਵੀ ਆਫ ਦਾ ਵਿਕਟੋਰੀਅਸ ਪੀਪਲ। ਕਿਵੇਂ ਨਹੀਂ ਹੋਇਆ? ਦੇਖੋ, ਕੋਈ ਚੀਜ਼ਾਂ ਹੁੰਦੀਆਂ ਨੇ ਲੀਗਲੀ ਜਿੱਤ ਕੇ, ਕਈ ਚੀਜ਼ਾਂ ਹੁੰਦੀਆਂ ਮਿਲੀਟਰੀਲੀ ਜਿੱਤ ਕੇ, ਕਈ ਚੀਜ਼ਾਂ ਹੁੰਦੀਆਂ ਮਾਫ ਕਰਕੇ। ਹੁਣ ਜੋ 84 ਜੂਨ ਤੋਂ ਲੈ ਕੇ ਅਗਲੇ 2 ਸਾਲ ਦੇਖ ਲਓ, ਮਿਸਿਸ ਗਾਂਧੀ ਇਸ ਦੁਨੀਆ ਤੇ ਨਹੀਂ ਰਹੇ, ਜਨਰਲ ਵੈਦਿਆ ਇਸ ਦੁਨੀਆ ਤੇ ਨਹੀਂ ਰਹੇ, ਉਸ ਤੋਂ ਬਾਅਦ ਜਿਹੜੇ ਦਿੱਲੀ ਦੇ ਕਤਲੇਆਮ ਕਰਨ ਵਾਲੇ ਕਈ ਜਿਹੜੇ ਨਹੀਂ ਰਹੇ। ਸਿੱਖ ਕਦੇ ਵੀ ਸਾਰਿਆਂ ਦੇ ਪਿੱਛੇ ਨਹੀਂ ਜਾਂਦੇ। ਸਿੱਖ ਜਿਹੜੀ ਲੀਡਰਸ਼ਿਪ ਹੁੰਦੀ ਆ ਉਹਦੇ ਨਾਲ ਡੀਲ ਕਰਦੇ ਨੇ। ਅਸੀਂ ਆਮ ਬੰਦੇ ਜਿਹਨਾਂ ਦੇ ਆਰਡਰ ਫੋਲੋ ਕਰਨੇ ਉਹਨਾਂ ਦੇ ਪਿੱਛੇ ਨਹੀਂ ਜਾਂਦੇ। ਇਹ ਸਾਡਾ ਇਤਿਹਾਸ ਹੈਗਾ, ਇਹ ਸਮਝਣ ਦੀ ਲੋੜ ਆ। ਉਸ ਤੋਂ ਬਾਅਦ ਸਾਡਾ ਇੱਕ ਮੂਵਮੈਂਟ ਚੱਲਿਆ ਜਿਨ੍ਹਾਂ ਨੇ, ਕਿਉਂਕਿ ਸੰਤਾਂ ਨੇ ਆਪ ਕਿਹਾ ਸੀਗਾ ਕਿ ਖਾਲਿਸਤਾਨ ਦੀ ਨਹੀਂ ਰੱਖੀ ਜਾਊਗੀ, ਉਦੋਂ ਮੈਂ ਮੰਗਦਾ ਨਹੀਂ ਆ, ਬਟ 47 ਵਾਲੀ ਗਲਤੀ ਵੀ ਨਹੀਂ ਕਰਾਂਗਾ, ਬਟ ਜੇ ਫੌਜ ਆਈ ਤਾਂ ਨਹੀਂ ਰੱਖੀ ਜਾਊ।
ਫਿਰ ਉਹ ਮੂਵਮੈਂਟ ਵੀ ਚੱਲਿਆ ਖਾਲਿਸਤਾਨ ਲਈ, ਜਿਹੜਾ 90s ਦੇ ਦਹਾਕੇ ਦੇ ਵਿੱਚ ਆ ਕੇ ਖਤਮ ਹੋ ਗਿਆ ਹਿਊਮਨ ਰਾਈਟਸ ਦੀਆਂ ਜ਼ਬਰਦਸਤ ਵਾਇਲੇਸ਼ਨ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰਕੇ। ਕਹਿਣ ਦਾ ਭਾਵ ਕਿ ਸਰਕਾਰ ਨੇ ਜਿੰਨਾ ਕਰਨਾ ਸੀ ਕਰਤਾ, ਬਟ ਉਸ ਤੋਂ ਬਾਅਦ ਲੀਗਲ ਦੌਰ ਚੱਲਿਆ। ਉਹ ਲੀਗਲ ਦੌਰ ਦੇ ਵਿੱਚ ਵੀ ਪਿਛਲੇ 2 ਸਾਲਾਂ ਵਿੱਚ ਦਿੱਲੀ ਦੀਆਂ ਕੋਰਟਸ ਨੇ ਕਹਿਤਾ, ਉਹਨਾਂ ਨੇ ਐਕਚੁਅਲ ਵਰਡ ਯੂਜ਼ ਕੀਤਾ ਜੈਨੋਸਾਈਡ ਤੇ ਕ੍ਰਾਈਮਸ ਅਗੇਂਸਟ ਹਿਊਮੈਨਿਟੀ। ਇਹ ਬਹੁਤ ਵੱਡੀ ਪ੍ਰਾਪਤੀ ਆ, ਕਿਉਂਕਿ ਦੁਨੀਆ ਦੀ ਕੋਈ ਕੋਰਟ ਇਹ ਕਹਿ ਕੇ ਰਾਜੀ ਨਹੀਂ, ਅਜੇ ਵੀ ਆਰਮੀਨੀਅਨ ਜੈਨੋਸਾਈਡ ਰੈਕਗਨਾਈਜ਼ ਨਹੀਂ ਹੋ ਰਿਹਾ। ਇਹ ਆਪਣੇ ਆਪ 'ਚ ਇੱਕ ਪ੍ਰਾਪਤੀ ਹੋ ਗਈ। ਸੋ ਕੁਝ ਲੀਗਲ ਵਿਕਟਰੀਜ਼ ਹੋਈਆਂ, ਕੁਝ ਮਿਲਟਰੀ ਵਾਲੀਆਂ ਜਿਹਨੂੰ ਅਸੀਂ ਸੋਧਾ ਲਾਉਣ ਦੀਆਂ ਵਿਕਟਰੀਜ਼ ਹੋਈਆਂ, ਕੁਝ ਸਾਨੂੰ ਮਾਫ ਕਰਨ ਦੀ ਲੋੜ ਆ, ਉਹ ਅਸੀਂ ਕੀਤੀਆਂ ਵੀ ਨੇ। ਕੁਝ ਕਨਵਰਸੇਸ਼ਨ ਉਸ ਤਰ੍ਹਾਂ ਦੀਆਂ ਸ਼ੁਰੂ ਵੀ ਹੋਈਆਂ ਨੇ। ਸੋ ਇਹ ਜਸਟ ਮੈਂ ਫॉर ਅ ਰੈਕਡ ਕਹਿਣਾ ਚਾਹੁੰਦਾ ਸੀ, ਇਹ ਕਹਿਣਾ ਬੰਦ ਕਰ ਦਿਓ ਸਾਰਾ ਕੁਝ ਸਰਕਾਰਾਂ ਨਹੀਂ ਕਰਦੀਆਂ ਹੁੰਦੀਆਂ। ਸਾਡੀ ਜ਼ਿੰਮੇਵਾਰੀ ਜਿੱਥੇ ਆ ਉਹ ਹੈਗਾ ਕਿ ਸਿੱਖ ਦਾਸਤਾਨ ਯਾਦ ਰੱਖਣੀ। ਸਿੱਖ ਦਾਸਤਾਨ ਯਾਦ ਰੱਖਣ ਵਿੱਚ ਹੈਗਾ ਕਿ ਜਿਹੜਾ ਸਾਡਾ ਮੈਮਰੀ ਤੇ ਜਿਹੜੀ ਸਾਡੀ ਟਰਾਮਾ ਦੇ ਇਸ਼ੂਜ਼ ਨੇ ਅਸੀਂ ਉਹਨਾਂ ਨਾਲ ਵੀ ਡੀਲ ਕਰੀਏ, ਹਨਾ। ਉਹਨਾਂ ਨਾਲ ਅਸੀਂ ਡੀਲ ਨਹੀਂ ਕਰ ਰਹੇ ਹਾਂ ਕਿਉਂਕਿ ਸਾਡੀ ਲਾਈਫ ਦੇ ਵਿੱਚ ਸ਼ਬਦ ਨਹੀਂ ਆ। ਸ਼ਬਦ ਇਹ ਚੀਜ਼ਾਂ ਨਾਲ ਡੀਲ ਕਰਨਾ ਸਿਖਾਉਂਦਾ। ਸ਼ਬਦ ਸਾਡੇ ਮੂੰਹ ਤਿੱਕਰ ਕਿਉਂ ਰਹਿ ਜਾਂਦਾ, ਸਮਾਗਮਾਂ ਤਿੱਕਰ ਕਿਉਂ ਰਹਿ ਜਾਂਦਾ, ਹਨਾ, ਇੰਟਰਫੇਥ ਮੀਟਿੰਗਾਂ ਤਿੱਕਰ ਕਿਉਂ ਰਹਿ ਜਾਂਦਾ। ਸ਼ਬਦ ਤਾਂ ਸਾਡੀ ਸੁਰਤ ਵਿੱਚ ਜਾਣਾ ਚਾਹੀਦਾ ਤਾਂ ਕਿ ਅਸੀਂ ਜਿਹੜੀ ਵੀ ਕੋਈ ਸਟੇਟਮੈਂਟ ਕੋਈ ਬੋਲ ਦੇਵੇ ਅਸੀਂ ਉਹਦੇ ਨਾਲ ਨਜਿੱਠਣ ਲਈ ਤਿਆਰ ਹੋਈਏ, ਉਹਨੂੰ ਗਾਲਾਂ ਬਕਣ ਲਈ ਜਾਂ ਉਹਨੂੰ ਕੋਸਣ ਤੇ ਨਾ ਆ ਜਾਈਏ ਸਿਰਫ। ਇਹ ਗੱਲ। ਦੂਸਰੀ ਗੱਲ, ਹੁਣ 2020 ਆ, ਇਸ ਗੱਲ ਨੂੰ 36 ਸਾਲ ਹੋ ਗਏ, ਹੁਣ ਕੀ ਕਰੀਏ? ਦੇਖੋ ਇੱਥੇ ਗੱਲ ਹੈਗੀ ਬੜੀ ਸਿੰਪਲ। ਜੇ ਅਸੀਂ ਕਰਨੀ ਆ, ਕਿਉਂਕਿ ਸਿੰਪਲ ਕੰਮ ਹੁੰਦੀ ਹੈ ਬਹੁਤ ਔਖਾ ਕਰਨਾ, ਜਿਹੜਾ ਕੰਪਲਿਕੇਟਡ ਆਨਸਰ ਉਹ ਪਤਾ ਹੀ ਨਹੀਂ ਲੱਗਦਾ, ਇਸ ਕਰਕੇ ਕਦੇ ਹੁੰਦਾ ਹੀ ਨਹੀਂ। ਸਿੰਪਲ ਗੱਲ ਇਹ ਆ ਕਿ ਜੋ 84 ਚ ਹੋਇਆ ਸੀ, ਜੋ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ 1973 ਚ ਹੋਇਆ ਸੀ, ਉਸ ਤੋਂ ਬਾਅਦ ਖਾਲਿਸਤਾਨ ਦਾ ਐਲਾਨ 86 ਚ ਹੋਇਆ ਸੀ, ਅੰਮ੍ਰਿਤਸਰ ਐਲਾਨਨਾਮਾ 90s ਵਿੱਚ ਹੋਇਆ ਸੀ, ਉਸ ਤੋਂ ਬਾਅਦ ਉਹ ਕਿਸੇ ਕੁਝ ਨਹੀਂ ਹੋਇਆ। ਹੁਣ ਜੇ ਜੱਸਾ ਸਿੰਘ ਆਹਲੂਵਾਲੀਆ ਲੜਾਈ ਲੜ ਰਿਹਾ ਸੀ, ਉਹਨੇ ਇਹ ਥੋੜੀ ਕਿਹਾ ਸੀ ਮੈਂ ਬੰਦਾ ਸਿੰਘ ਬਹਾਦਰ ਦਾ ਰਾਜ ਕਾਇਮ ਕਰਾਂਗਾ ਜੀ। ਜਦੋਂ ਲੜ ਰਹੇ ਸੀ ਉਹਨਾਂ ਨੇ ਇਹ ਥੋੜੀ ਕਿਹਾ ਸੀ ਜੋ ਨਵਾਬ ਕਪੂਰ ਸਿੰਘ ਕਰਦੇ ਸੀ ਉਹ ਮੈਂ ਕਰਾਂਗਾ। ਅੱਜ ਅਸੀਂ ਆਪ ਕੁਝ ਨਹੀਂ ਕਰ ਰਹੇ, ਅਸੀਂ ਆਪ ਐਕਸਟਰਨਲ ਚੀਜ਼ਾਂ ਨਾਲ ਡੀਲ ਨਹੀਂ ਕਰ ਰਹੇ, ਸਟ੍ਰੈਟੇਜਿਕ ਪਲੈਨਿੰਗ ਨਹੀਂ ਕਰ ਰਹੇ, ਲੋਕਾਂ ਨਾਲ ਕੰਮ ਕਿਵੇਂ ਕਰਨਾ, ਗਵਰਨਮੈਂਟਸ ਨਾਲ ਡੀਲ ਕਿਵੇਂ ਕਰਨਾ, ਇਹਦੇ ਵੱਲ ਤਵੱਜੋ ਨਹੀਂ ਦੇ ਰਹੇ। ਸ਼ਬਦ ਸਾਡੇ ਸੁਰਤ ਵਿੱਚ ਨਹੀਂ ਵਸ ਰਿਹਾ। ਇਹ 2 ਕੰਮ ਕਰੋ ਤਾਂ ਕਿ ਅਸੀਂ ਜੋ 60s ਤੇ 70s ਵਾਲੇ ਸਿੱਖਾਂ ਨੇ ਸਾਨੂੰ ਪ੍ਰੈਜ਼ੈਂਟ ਕੀਤਾ ਸੀ, ਸਰਦਾਰ ਕਪੂਰ ਸਿੰਘ ਨੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਾ ਡਰਾਫਟ ਬਣਾਇਆ ਸੀ, ਉਸ ਫੈਡਰਲਿਜ਼ਮ ਦਾ ਡਰਾਫਟ ਜਿਹੜਾ ਹੁਣ ਪੰਜਾਬ ਦਾ ਛੱਡੋ ਇੰਡੀਆ ਦਾ ਲੈਫਟਿਸਟ ਤੇ ਈਵਨ ਸਮ ਸੈਂਟਰਿਸਟ ਵੀ ਮੰਨ ਰਹੇ ਨੇ ਕਿ ਇਹੀ ਕਰਨ ਦੀ ਲੋੜ ਆ, ਜਿਹਨੇ 20 ਸਾਲ ਪਹਿਲਾਂ ਤਮਿਲਨਾਡੂ ਦੀ ਰਿਪੋਰਟ ਨੇ ਵੀ ਇਹੀ ਲਿਖਿਆ ਸੀ, ਜਿਹੜਾ ਸਰਦਾਰ ਕਪੂਰ ਸਿੰਘ ਨੇ ਡਰਾਫਟ ਕਰਕੇ ਤੇ ਅਕਾਲੀਆਂ ਨੇ ਅਡਾਪਟ ਕਰਕੇ ਮੰਨ ਲਿਆ ਸੀ। ਵੀ ਆਰ ਆਲਵੇਜ਼ ਅਹੈਡ ਆਫ ਦਾ ਕਰਵ। ਹੁਣ ਪਿਛਲੇ 20 ਸਾਲ 'ਚ ਅਸੀਂ ਅਹੈਡ ਆਫ ਦਾ ਕਰਵ ਨਹੀਂ ਆ, ਅਸੀਂ ਬਿਹਾਈਂਡ ਦਾ ਕਰਵ ਚਲੇ ਗਏ। 2020 ਦੇ ਵਿੱਚ ਸ਼ਬਦ ਸਾਡੀ ਸੁਰਤ ਵਿੱਚ ਇੰਨਾ ਐਂਟਰ ਹੋ ਜਾਵੇ, ਵਰਲਡ ਪੋਲੀਟੀਕਲ ਗਵਰਨੈਂਸ ਸਟ੍ਰੈਟੇਜਿਕ ਪਲੈਨਿੰਗ ਵਿੱਚ ਇੰਨਾ ਐਂਟਰ ਹੋ ਜਾਵੇ ਕਿ ਅਸੀਂ ਕੋਈ ਪੰਥ ਦੇ ਸਾਹਮਣੇ ਰੱਖ ਸਕੀਏ ਕਿ 2021 ਵਿੱਚ ਇਹ ਰਿਐਲਿਟੀ ਐਸਟੈਬਲਿਸ਼ ਕਰੋ। ਇਹ ਨਾ ਕਹੋ ਕਿ 84 ਵਾਲੀ ਰਿਐਲਿਟੀ ਜਾਓ, ਇਹ ਨਾ ਕਹੋ ਕਿ 70s ਵਾਲੀ ਰਿਐਲਿਟੀ ਜਾਓ, ਇਹ ਗੱਲ ਕਰੋ ਕਿ 2021 ਵਿੱਚ ਕੀ ਐਸਟੈਬਲਿਸ਼ ਕਰਨਾ। ਨਾ 2020 ਵਿੱਚ ਕੀ ਐਸਟੈਬਲਿਸ਼ ਕਰਨਾ, ਇਹ ਐਸਟੈਬਲਿਸ਼ ਕਰਨ ਦੇ ਲਈ ਸਾਡੇ ਆਪਣੇ ਮਨਾਂ ਦੇ ਵਿੱਚ 84 ਦੇ ਪ੍ਰਤੀ ਇੱਕ ਜ਼ਿੰਮੇਵਾਰੀ ਚਾਹੀਦੀ ਆ। ਜਿਹੜੀਆਂ ਸੰਸਥਾਵਾਂ ਨੇ ਤੇ ਜਿਹੜੇ ਚਿੰਤਤ ਨੇ, ਜਿਹੜੇ ਗਵਾਹ ਨੇ, ਉਹ ਸਾਰਿਆਂ ਦੀ ਇਹ ਵੱਡੀ ਜ਼ਿੰਮੇਵਾਰੀ ਆ ਕਿ ਅਸੀਂ ਨੈਕਸਟ ਆਈਡੀਆ ਜਿਹੜਾ ਆਈਡੀਅਲਸ ਦੇ ਨਾਲ ਜੁੜਿਆ ਹੋਵੇ, ਬਟ ਇੱਕ ਨੈਕਸਟ ਮਾਈਲਸਟੋਨ, ਸੰਗੇ ਮੀਲ ਤਾਂ ਦਈਏ, ਇੱਕ ਮੀਲ ਪੱਥਰ ਤਾਂ ਬਣਾਈਏ। ਕੱਲੀ ਰੈਟਰਿਕ ਨਾਲ ਨਹੀਂ ਕੰਮ ਹੁੰਦੇ। ਜੇ ਕੰਮ ਕਰਨੇ ਨੇ ਤੁਹਾਨੂੰ ਆਈਡੀਅਲਿਜ਼ਮ ਨੂੰ ਨਾਲ ਰੱਖ ਕੇ, ਗੁਰਮਤ ਆਈਡੀਆਜ਼ ਨੂੰ ਨਾਲ ਰੱਖ ਕੇ ਅੱਜ ਦੀ ਰਿਐਲਿਟੀ ਦੇ ਵਿੱਚ ਸਾਡਾ ਨੈਕਸਟ ਪੜਾਅ ਕੀ ਹੋਣਾ ਚਾਹੀਦਾ ਉਹਦੇ ਵੱਲ ਤਵੱਜੋ ਦਿਓ। ਮਿਸਲਾਂ ਵੀ ਆਈਆਂ ਜਦ ਪੰਜਾਬ ਆਜ਼ਾਦ ਹੋ ਗਿਆ, ਰਣਜੀਤ ਸਿੰਘ ਦਾ ਰਾਜ ਵੀ ਆ ਗਿਆ, ਹੈਨਾ। ਕਿਸੇ ਵੀ ਗੁਰੂ ਸਾਹਿਬਾਨ ਨੇ ਇਹ ਨਹੀਂ ਕਿਹਾ ਕਿ ਅਸੀਂ ਪਹਿਲਾਂ ਵਾਂਗੂ ਕੰਮ ਕਰੀਏ, ਉਹਨਾਂ ਨੇ ਕਿਹਾ ਅਗਾਹੋਂ ਕੋ ਤਰ੍ਹਾਂ ਸਿੱਖ ਸੋਵਰੈਨਿਟੀ ਦਾ ਅਗਲਾ ਪੜਾਅ ਕੀ ਆ, ਇਹਦੇ ਵੱਲ ਤਵੱਜੋ ਦਿਓ। ਭਾਈ ਸਾਹਿਬ, ਮੈਂ ਕੋਸ਼ਿਸ਼ ਕੀਤੀ ਆਪਣੀ ਵਿਦਵਤਾ ਨਾਲ ਪੁੱਛਣ ਦੀ, ਕੁਝ ਹੋਰ ਤੁਸੀਂ ਐਡ ਇਹਦੇ ਤੇ ਕਰਨਾ ਚਾਹੋ ਅਖੀਰ ਦੇ ਵਿੱਚ? ਦੇਖੋ ਅਖੀਰ ਤੇ ਤਾਂ ਜੀ ਗੱਲ ਇਹ ਹੈ, ਮੈਨੂੰ ਵੀ ਗੱਲ ਕਰਦੇ ਕਰਦੇ ਜੋਸ਼ ਆ ਜਾਂਦਾ ਕਿਉਂਕਿ 84 ਹੈ ਹੀ ਕੁਛ ਇਸ ਤਰ੍ਹਾਂ ਦੀ ਗੱਲ, ਘੱਲੂਕਾਰਾ ਕੁਛ ਹੈ ਹੀ ਇਸ ਤਰ੍ਹਾਂ ਦਾ। ਇਹ ਸਿਰਫ ਮੈਂ ਹੀ ਨਹੀਂ,
ਜਿਹੜੇ ਪੰਜਾਬ ਦੇ ਪੰਜਾਬੀ ਇਸ ਵੇਲੇ ਗਾਇਕੀ ਵਾਲੇ ਵੀ ਬੰਦੇ ਨੇ, ਮੈਂ ਜਾਣ ਕੇ ਕਲਚਰ ਨਾਲ ਗੱਲ ਜੋੜ ਰਿਹਾ, ਕਈ ਵਾਰ ਨਾ ਅਸੀਂ ਜ਼ਿਆਦਾ ਸਖਤ ਹੋ ਜਾਂਦੇ ਹਾਂ, ਮੈਂ ਵੀ ਸਖਤ ਹੋ ਜਾਂਦਾ, ਭਾਵੇਂ ਉਹ ਜਿਹੇ ਜਿਹੇ ਵੀ ਨੇ, ਭਾਵੇਂ ਉਹ ਉਲਟਾ ਸਿੱਧਾ ਗਾਉਂਦੇ ਵੀ ਨੇ ਤੇ ਆਪਣੇ ਗਾਣੇ ਰਿਟਰੈਕਟ ਵੀ ਕਰ ਦਿੰਦੇ ਨੇ, ਬਜਟ 84 ਤੇ 10ਵੇਂ ਪਾਤਸ਼ਾਹ ਤੇ ਸੰਤਾਂ ਦੀ ਗੱਲ ਆਉਂਦੀ ਆ ਉਹ ਖੜ ਜਾਂਦੇ ਨੇ ਫਿਰ ਤੋਂ, ਭਾਵੇਂ ਫਿਰ ਉਹਨੂੰ ਸਰਕਾਰਾਂ ਨਾਲ ਲੈ ਜਾਂਦੀਆਂ ਆਪਣੇ ਗਾਣੇ ਗਵਾਲ। ਬਟ ਕਿਤੇ ਨਾ ਕਿਤੇ ਸਾਡਾ ਜ਼ਮੀਰ ਪੰਜਾਬੀ ਸਾਈਕੀ ਦੇ ਵਿੱਚ ਜਾਗ ਰਿਹਾ। ਉਹ ਪੰਜਾਬੀ ਸਾਈਕੀ ਦੇ ਵਿੱਚ ਜਿੱਥੇ ਇਹ ਜ਼ਮੀਰ ਜਾਗ ਰਿਹਾ, ਉੱਥੇ ਜੇ ਸਿੱਖ ਚੇਤਨਤਾ ਆ ਜਾਵੇ ਨਾ, ਫਿਰ ਸਾਨੂੰ ਸੋਲੂਸ਼ਨ ਬੜਾ ਕਲੀਅਰਲੀ ਨਜ਼ਰ ਆ ਜਾਊਗਾ। ਜਿਵੇਂ ਮੈਂ ਆਮ ਪੰਜਾਬੀਆਂ ਦੀ ਗੱਲ ਕੀਤੀ, ਬਟ ਹੁਣ ਮੈਂ ਇੱਕ ਸਿੱਖ ਨਜ਼ਰੀਏ ਤੋਂ ਇੱਕ ਮੁੰਡੇ ਦੀ ਜ਼ਰੂਰ ਗੱਲ ਕਰਾਂਗਾ, ਹਰਮਨ ਦੀ। ਉਹਨੇ ਵੀ ਅੱਜ ਗਾਣਾ ਕੱਢਿਆ, ਉਹਦਾ ਗਾਣਾ ਜ਼ਰੂਰ ਸੁਣ ਲਿਓ ਸਾਰੇ ਜਾ ਕੇ, ਕਿਉਂਕਿ ਉਹ ਇੱਕ ਨਵੀਂ ਸਿੱਖ ਚੇਤਨਤਾ ਨੂੰ ਅੱਜ ਦੀ ਭਾਸ਼ਾ, ਤੇ ਮੈਂ ਉਹਦੇ ਨਾਲ ਗੱਲ ਕਰਦਾ ਰਹਿੰਦਾ, ਉਹ ਵੀ ਉਹ ਯੂਥ ਆ ਜਿਹਨੂੰ ਅਸੀਂ ਕਈ ਵਾਰ ਪਤਿਤ ਆਖ ਦਿੰਦੇ ਆ। ਨਹੀਂ ਆਖਣਾ ਚਾਹੀਦਾ, ਪਤਿਤ ਉਹ ਹੁੰਦਾ ਜਿਹੜਾ ਅੰਮ੍ਰਿਤ ਛਕ ਕੇ ਆਪਣਾ ਪ੍ਰੋਮਿਸ ਤੋੜੇ, ਜਿਹਨੇ ਅਜੇ ਦਿੱਤਾ ਹੀ ਨਹੀਂ, ਉਹ ਤਾਂ ਆ ਰਿਹਾ, ਉਹ ਤਾਂ ਪ੍ਰੇਅਰ ਹੋ ਰਿਹਾ। ਉਹ ਦੱਸ ਰਿਹਾ ਇੱਕ ਸੁਚੱਜੀ ਵੋਕੈਬਲਰੀ ਦੇ ਵਿੱਚ ਕਿ ਕਿਹੜੇ ਸ਼ਸਤਰ ਧਾਰੀ ਤੇ ਕਿਸ ਰੂਪ ਵਿੱਚ, ਕਿਸ ਚੇਤਨਤਾ ਦੇ ਵਿੱਚ ਜਦੋਂ ਕਿਰਪਾਨ ਨੂੰ ਤੇ ਸ਼ਸਤਰਾਂ ਨੂੰ ਚੱਕਦੇ ਨੇ। ਜਿਹੜਾ ਕਿਰਪਾਨ ਲਫ਼ਜ਼ ਆ ਉਹਦੀ ਇੰਟਰੋਡਕਸ਼ਨ 84 ਦੇ ਵਿੱਚ, ਇਹ ਬੜੀ ਇੰਪੋਰਟੈਂਟ ਗੱਲਾਂ ਨੇ, ਕਿਉਂਕਿ ਅੱਜ ਕੱਲ੍ਹ ਅਸੀਂ ਵੀ ਕਿਰਪਾਨਾਂ ਨੂੰ ਠੀਕ ਤਰ੍ਹਾਂ ਦੀ ਦੇਖ ਪਾਉਂਦੇ। ਅਗੇਨ ਮੈਂ ਇਹ ਕਹਾਂਗਾ ਕਿ ਜਿਹੜੀ ਪੰਜਾਬੀ ਸਾਈਕੀ ਦੇ ਵਿੱਚ ਇਹਦੀ ਬੜੀ ਕਲੈਰਿਟੀ ਆ ਕਿ ਜੋ 84 'ਚ ਹੋਇਆ ਉਹ ਕੀ ਸੀ। ਸਿੱਖ ਸਾਈਕੀ ਦੇ ਉਹਦੇ ਵਿੱਚ ਜੇ ਥੋੜਾ ਜਿਹਾ ਸਿੱਖ ਐਂਗਲ ਹੋਰ ਆ ਜਾਵੇ, ਤੇ ਜਿਹੜੇ ਸਾਡੇ ਵਿੱਚ ਆਪਣੇ ਆਪ ਨੂੰ ਪੜ੍ਹੇ ਲਿਖੇ ਅਖਾਉਂਦੇ ਨੇ, ਜਿਹੜੀ ਸਾਡੀ ਸੈਕੰਡ ਜਨਰੇਸ਼ਨ US ਕੈਨੇਡਾ UK ਪੜ੍ਹ ਲਿਖ ਗਈ ਆ, ਉਹ 84 ਬਾਰੇ ਵੀ ਅਨਅਪੋਲੋਜੈਟਿਕ ਹੋ ਜਾਵੇ। ਜਿਵੇਂ ਉਹ ਬਲੈਕ ਲਾਈਵਜ਼ ਮੈਟਰ ਦੀ ਗੱਲ ਕਰ ਰਹੀ ਆ ਨਾ, ਸ਼ਾਬਾਸ਼ੀ ਹੈ ਉਹਨਾਂ ਤੇ, ਬਟ ਉਹਨਾਂ ਨੂੰ ਉਹਦੇ ਨਾਲੋਂ ਵੱਧ ਜ਼ੋਰ ਨਾਲ ਪੰਥ ਕੀ ਜੀਤ 84 ਬਾਰੇ ਵੀ ਗੱਲ ਕਰਨ ਦੀ ਲੋੜ ਆ। ਇਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਭਾਵੇਂ ਤੁਸੀਂ ਪੰਜਾਬ ਪੁਲਿਸ 'ਚ ਕੰਮ ਕਰਦੇ ਹੋ ਤੇ ਭਾਵੇਂ ਤੁਸੀਂ ਕਿਸੇ ਯੂਨੀਵਰਸਿਟੀ ਵਿੱਚ ਕੰਮ ਕਰਦੇ ਹੋ, ਸਲਾਮ ਹੋਵੇ ਤੁਹਾਨੂੰ, ਸਾਡਿਆਂ ਦੀ ਆਪਣੀ ਆਪਣੀ ਨੌਕਰੀ ਹੈ, ਸਾਰਿਆਂ ਦੀ ਕੋਈ ਨਾ ਕੋਈ ਇਸ਼ੂ ਆ, ਬਟ 84 ਦੇ ਪ੍ਰਤੀ ਅਨਅਪੋਲੋਜੈਟਿਕ ਹੋ ਜਾਵੋ। ਇਹ ਨੈਰੇਟਿਵ ਤਾਂ ਹੁਣ ਜਿਹੜਾ ਪੰਜਾਬ ਦਾ ਸਿਟਿੰਗ ਰਾਜ ਸਭਾ ਦਾ ਮੈਂਬਰ ਆ, ਉਹ ਵੀ 3-4 ਸਾਲ ਪਹਿਲਾਂ ਕਹਿ ਚੁੱਕਿਆ, ਸਤੀਸ਼ ਗੁਜਰਾਲ, ਕਿ ਬਈ ਸਰਕਾਰ ਸਭ ਕੁਝ ਛੁਪਾ ਰਹੀ ਆ, ਸਿੱਖਾਂ ਨੇ ਤਾਂ 84 ਬਾਰੇ ਕੁਝ ਛੁਪਾਇਆ ਹੀ ਨਹੀਂ, ਅਸੀਂ ਤਾਂ ਸਾਰੀਆਂ ਗੱਲਾਂ ਕਰੀ ਜਾਂਦੇ ਆ, ਬਟ ਸਰਕਾਰ ਨੇ ਅੱਜ ਤੱਕ ਇੱਕ ਵੀ ਇਨਵੈਸਟੀਗੇਟਿਵ ਰਿਪੋਰਟ ਨਹੀਂ ਕੀਤੀ, ਸਾਰਾ ਕੁਝ ਸਰਕਾਰ ਛੁਪਾ ਰਹੀ ਆ। ਸੋ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ, ਸਾਨੂੰ ਇਹ ਗੱਲ ਜਾਰੀ ਰੱਖਣੀ ਚਾਹੀਦੀ ਆ। ਸਾਡੇ ਜਿਹੜੇ ਭਾਸ਼ਾ ਦੇ ਲੈਵਲ ਤੇ, ਸਟ੍ਰੈਟਜੀ ਦੇ ਲੈਵਲ ਤੇ, ਪੋਲਿਟਿਕਸ ਦੇ ਲੈਵਲ ਤੇ, ਪਲੈਨਿੰਗ ਦੇ ਲੈਵਲ ਤੇ, ਟੈਕਨੋਲੋਜੀ ਦੇ ਲੈਵਲ ਤੇ ਗੱਲਾਂ ਨੂੰ ਸਮਝ ਰਹੇ ਨੇ, ਉਹਨਾਂ ਨੂੰ ਵੀ 1984 ਦੇ ਪ੍ਰਤੀ ਅਨਅਪੋਲੋਜੈਟਿਕ ਹੋ ਜਾਣਾ ਚਾਹੀਦਾ। ਸਾਹਿਬ ਧੰਨਵਾਦ ਬਹੁਤ ਬਹੁਤ, ਤੇ ਗੁਰੂ ਕਿਰਪਾ ਕਰੇ ਫਿਰ ਕਿਸੇ ਦਿਨ ਗੱਲਬਾਤ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡੇ ਨਾਲ ਮੈਂ ਗੱਲਬਾਤ ਤੁਹਾਡੀ ਯਾਦ ਦੇ ਵਿੱਚ, ਇਸ ਘੱਲੂਘਾਰਾ ਬਹੁਤਿਆਂ ਦਾ ਜਿਹੜੇ ਹੁਣ ਜਵਾਨ ਨੇ ਉਹਨਾਂ ਦਾ ਜਨਮ 84 ਦੇ ਨੇੜੇ ਤੇੜੇ ਹੋਇਆ, ਪਰ ਵੱਡੇ ਆਪਣੀ ਯਾਦ ਦੱਸ ਸਕਦੇ ਨੇ। ਇਹਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੋ ਤੁਸੀਂ ਉਹ ਗੱਲ ਕਰ ਸਕਦੇ ਹੋ। ਤੇ 2 ਗੀਤ ਅੱਜ ਮੈਂ ਸੁਣਾਉਣੇ ਨੇ। ਪਹਿਲਾ ਜਿਹੜਾ ਹਰਿੰਦਰ ਸਿੰਘ ਸਭਰਾ ਨੇ ਗਾਇਆ, ਮੁੰਡਾ ਸਾਡਾ ਚੜ੍ਹਦੀ ਕਲਾ ਦਾ ਮਾਝੇ ਦਾ ਗਾਉਂਦਾ, ਇੱਥੇ ਹਲੇ ਮਿਹਨਤ ਮਸ਼ੱਕਤ ਜ਼ਿੰਦਗੀ ਸੈਟਲ ਕਰ ਰਿਹਾ, ਪਰ ਕਿਰਤ ਜਿਹੜੀ ਸਾਰੀ ਲੇਖਣੀ ਹੈ, ਜਿਹੜੇ ਉਹ ਗੀਤ ਗਾਉਂਦਾ ਉਹ ਬਾਈ ਜੀ ਕੁਲਵੀਰ ਸਿੰਘ ਸੋਹਤਾ, ਡਾਂਸੀਵਾਲ ਹੋਰਾਂ ਦੀ ਹੈ। ਤੇ ਇਸ ਤੋਂ ਅੱਗੇ ਇੱਕ ਹੋਰ ਗੀਤ ਅੰਮ੍ਰਿਤਪਾਲ ਸਿੰਘ ਨੂਰਪੁਰੀ ਤੇ ਗੁਰਵਿੰਦਰ ਸਿੰਘ ਸੰਘੇ ਨੇ ਵਾਰ ਗਾਈ ਹੈ 1984 ਦੀ, ਚੰਨੀ ਨੱਤਾ ਨੇ ਪ੍ਰੋਡਿਊਸ ਕੀਤੀ ਹੈ, ਉਹ ਵੀ ਤੁਹਾਨੂੰ ਸੁਣਾਉਣੀ ਹੈ। ਤੇ ਫਿਰ ਅੰਮ੍ਰਿਤਪਾਲ ਸਿੰਘ ਜਿਹੜੀ ਹਰਮਨਜੀਤ ਸਿੰਘ ਦੀ ਗੱਲ ਕਰਕੇ ਗਏ ਨੇ, ਪੂਰੇ ਹੋ ਗਏ ਤੀਰ, ਜਿਹੜੇ ਮੈਂ ਸ਼ੁਰੂ 'ਚ ਪੜ੍ਹ ਕੇ ਸੁਣਾਇਆ ਸੀ, ਮਨਪ੍ਰੀਤ ਨੇ ਉਹ ਗੀਤ ਗਾਇਆ, ਉਹ ਵੀ ਤੁਹਾਨੂੰ ਮੈਂ ਸੁਣਾਵਾਂਗਾ ਇਸੇ ਘੰਟੇ ਦੇ ਵਿੱਚ। ਤੇ ਕਿਤਾਬਾਂ ਵਾਲਾ ਰੱਖਣਾ ਮਨਪ੍ਰੀਤ ਨੇ ਇੱਕ ਗਾਇਆ ਹਰਮਨਜੀਤ ਦਾ, ਨਾਗਣੀ ਵੀ ਮਨਪ੍ਰੀਤ ਨੇ ਗਾਈ, PhD ਕਰ ਰਿਹਾ ਦਿੱਲੀ ਯੂਨੀਵਰਸਿਟੀ ਦੇ ਵਿੱਚ ਮਨਪ੍ਰੀਤ। ਹਰਮਨਜੀਤ ਦੀ ਲੇਖਣੀ ਖਿਆਲੇ ਵਾਲੇ ਦੀ, ਗੁਰੂ ਕਿਰਪਾ 84 ਤੋਂ ਬਾਅਦ ਦਾ ਜਨਮ ਹੈ, 99 ਦਾ। ਸਰਦਾਰ ਜਸਵੀਰ ਸਿੰਘ ਜੀ, ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਧੰਨਵਾਦ ਸਰਦਾਰ ਜੀ, ਬਹੁਤ ਮਿਹਰਬਾਨੀ। ਸਰਦਾਰ ਹਰਿੰਦਰ ਸਿੰਘ ਉਹਨਾਂ ਦੀ ਜਿਹੜੀ ਵਾਰਤਾ ਤੁਸੀਂ ਅੱਜ ਸੁਣਵਾਈ ਹੈ,
ਜਿੰਨੇ ਵੀ ਪਹਿਲਾਂ ਕਈ ਦਿਨਾਂ ਤੋਂ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਔਰ ਪਹਿਲਾਂ ਜਾਂ ਅਜੇਪਾਲ ਸਿੰਘ ਉਹਨਾਂ ਨੇ ਜਿਹੜੀ ਗੱਲਬਾਤ ਕਰਦੇ ਸੀ ਉਹਦਾ ਜਿਹੜਾ ਨਿਚੋੜ ਅੱਜ ਇਹਨਾਂ ਨੇ ਕੱਢਿਆ ਉਹਦੇ ਵਿੱਚ ਬਹੁਤ ਵੱਡੀ ਸਫਾਈ ਦੇ ਨਾਲ ਨਿਤਾਰਾ ਕੀਤਾ ਹੈ। ਉਹ ਦੋਨੇ ਪੱਖ ਨੇ, ਸਰਕਾਰ ਦਾ ਪੱਖ ਵੀ ਤੇ ਸਿੱਖਾਂ ਦਾ ਪੱਖ ਵੀ। ਹੁਣ ਜਿਹੜੀ ਮੈਂ ਮਹਿਸੂਸ ਕਰਦਾ ਵੀ ਜਿਹੜੀ ਉਹਨਾਂ ਨੇ ਇੱਕ ਵਧੀਆ ਗੱਲ ਜਿਹੜੀ ਸਾਨੂੰ ਚੇਤੰਨ ਕਰਨ ਲਈ ਕਹੀ ਹੈ, ਭਗਤਾਂ ਅਤੇ ਸੰਸਾਰੀਆਂ ਮਾਲਕ ਦੀ ਰਜ਼ਾ ਦੇ ਨਾਲ ਜੀਵਨ ਜਿਉਣ ਦੀ ਤਰਕੀਬ ਸਿੱਖਣ ਦਾ ਸ਼ੌਕ ਤੇ ਸੰਸਾਰਿਕ ਵਿਹਾਰਕ ਚੀਜ਼ਾਂ ਦੇ ਨਾਲ ਆਪਣੀ ਬੁੱਧ ਨੂੰ ਨਿਚੋੜਨ ਦਾ ਜਿਹੜਾ ਤਰੀਕਾ ਸਾਡੇ ਕੋਲ ਆ। ਸਾਡੇ ਕੋਲ ਦੋਨੇ ਤਰੀਕੇ ਨੇ। ਬਹੁਤਾਤ ਵਿੱਚ ਅਸੀਂ ਅੰਦਰੂਨੀ ਜਿਹੜੀ ਸਾਡੀ ਭਾਵਨਾਵਾਂ ਨੇ ਉਹਨਾਂ ਦਾ ਸਹੀ ਪੱਖ ਸਮਝਣ ਵਿੱਚ ਕਿਤੇ ਨਾ ਕਿਤੇ ਕੁਤਾਹੀ ਕਰ ਰਹੇ ਹਾਂ। ਉਹਦਾ ਹੀ ਨਤੀਜਾ ਹੈ ਕਿ ਜਦੋਂ ਕੌਮੀ ਪੱਖ ਦੇ ਵਿਗਾੜ ਨੂੰ ਉਭਾਰਨ ਵਾਲੀਆਂ ਗੱਲਾਂ ਬਾਤਾਂ ਜਾਂ ਲਿਖਤਾਂ ਜਾਂ ਪ੍ਰਚਾਰ ਉੱਭਰਦਾ ਹੈ ਤਾਂ ਉਹ ਸਿੱਖ ਮਾਨਸਿਕਤਾ ਨੂੰ ਪੀੜਾ ਦਿੰਦਾ ਹੈ। ਪਰ ਕਿਉਂਕਿ ਸਾਨੂੰ ਉਹਦੇ ਨਾਲ ਲੜਨ ਦਾ, ਜੂਝਣ ਦਾ ਤੇ ਉਹਦੇ ਨਾਲ ਤਰਕੀਬ ਕਰਕੇ ਚੱਲਣ ਦਾ ਜਿਹੜਾ ਢੰਗ ਤਰੀਕਾ ਉਹਦਾ ਗਿਆਨ ਨਾ ਹੋਣ ਕਰਕੇ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਇਹ ਗੱਲ ਗਲਤ ਹੈ। ਜਿਹੜਾ ਕੰਮ ਵਿਰੋਧੀ ਨੇ ਕਰਨਾ ਹੁੰਦਾ ਉਹ ਹਮੇਸ਼ਾ ਕਰਦਾ ਹੀ ਰਹਿੰਦਾ, ਉਹ ਨਾ ਹਟਦਾ ਤੇ ਨਾ ਉਹਨੇ ਹਟਣਾ ਹੁੰਦਾ, ਕਿਉਂਕਿ ਉਹਦਾ ਇਹ ਅਕੀਦਾ ਹੈ ਕਿ ਉਹਨੇ ਇਹ ਕੰਮ ਕਰਕੇ ਦੂਸਰੇ ਨੂੰ ਤੋੜਨਾ, ਲੁੱਟਣਾ, ਮਾਰਨਾ। ਇਹ ਤਾਂ ਜਿਹਦੇ ਨਾਲ ਹੋ ਰਿਹਾ ਹੁੰਦਾ ਉਹਨੂੰ ਸੋਚਣ ਦੀ ਲੋੜ ਹੈ ਕਿ ਉਹਨੇ ਇਹਦੇ ਬਚਾਅ ਕਿਵੇਂ ਕਰਨਾ, ਕਿਹੜੇ ਤਰੀਕੇ ਨਾਲ ਕਰਨਾ ਤੇ ਕਿਹੜੇ ਪੱਖ 'ਚ ਕਰਨਾ। ਜਦੋਂ ਸਾਨੂੰ ਮੇਰਾ ਖਿਆਲ ਇਹ ਸਮਝ ਆਉਣ ਲੱਗ ਗਈ ਉਦੋਂ ਸਾਨੂੰ ਇਹ ਚੀਜ਼ਾਂ ਘੱਟ ਬੌਦਰ ਕਰਨਗੀਆਂ ਔਰ ਸਾਨੂੰ ਫਿਰ ਸਾਡੀਆਂ ਪ੍ਰਾਪਤੀਆਂ, ਕੌਮ ਦੀਆਂ ਪ੍ਰਾਪਤੀਆਂ, ਕੌਮ ਦੇ ਜਿਹੜੇ ਸਾਫ਼ ਤੇ ਸੁਚੱਜੇ ਜਿਹੜੇ ਤਰੀਕੇ ਨੇ ਉਹ ਨਜ਼ਰ ਆਉਣ ਲੱਗਣਗੇ। ਬਸ ਫਰਕ ਸਿਰਫ ਇੰਨਾ ਹੀ ਹੈ ਕਿ ਭਗਤਾਂ ਤੇ ਸੰਸਾਰੀਆਂ ਦੋਨਾਂ ਦਾ ਜਿਹੜਾ ਗੁਰੂ ਸਾਹਿਬ ਸਾਨੂੰ ਨਿਚੋੜ ਕੱਢ ਕੇ ਗਏ ਨੇ ਉਹਦੇ ਉੱਤੇ ਅਸੀਂ ਕੇਂਦਰਿਤ ਹੋਣ ਦੀ ਕੋਸ਼ਿਸ਼ ਕਰੀਏ। ਔਰ ਇਹ ਜਿਹੜੀ ਉਹਨਾਂ ਨੇ ਵਾਰਤਾ ਅੱਜ ਕੀਤੀ ਹੈ, ਮੇਰਾ ਖਿਆਲ ਬਹੁਤ ਸਵਾਲਾਂ ਦੇ ਜਵਾਬ ਦਿੱਤੇ। ਬਹੁਤਾਤ ਵਿੱਚ ਅਸੀਂ ਕਿਸੇ ਜਥੇਬੰਦੀ ਦੇ ਆਗੂ ਨੂੰ ਜਥੇਬੰਦੀ ਦੀ ਪ੍ਰਾਪਤੀ ਦੇ ਨਾਲ ਜੋੜ ਕੇ ਵੇਖਦੇ ਹਾਂ। ਹਾਲਾਂਕਿ ਜਥੇਬੰਦੀਆਂ ਅੱਜ ਵੀ ਐਗਜ਼ਿਸਟ ਕਰਦੀਆਂ ਨੇ, ਲੇਕਿਨ ਅੱਜ ਉਹਨਾਂ ਜਥੇਬੰਦੀ ਦੀ ਕੋਈ ਪ੍ਰਾਪਤੀ ਨਹੀਂ ਹੈ। ਇਹ ਪੰਥ ਦੀ ਪ੍ਰਾਪਤੀ ਸੀ, ਇਹ ਪੰਥ ਦਾ ਹੀ ਖਿਆਲ ਸੀ ਤੇ ਪੰਥ ਨੂੰ ਸਮਰਪਿਤ ਸੀ ਪ੍ਰਾਪਤੀ। ਤੇ ਉਹਦੇ ਨਤੀਜਿਆਂ ਦੇ ਵਿੱਚੋਂ ਜਦੋਂ ਵੀ ਕਦੇ ਕੌਮ ਦੇ ਹੱਕ ਜਿਹੜੇ ਨੇ ਉਹ ਸੁਰੱਖਿਅਤ ਹੋ ਕੇ ਨਿਕਲਣੇ ਨੇ ਤਾਂ ਉਹ ਪੰਥਕ ਸੋਚ ਚੋਂ ਨਿਕਲਣੇ ਨੇ। ਪੰਥ ਕਰਕੇ ਜਥੇਬੰਦੀਆਂ ਨੇ, ਜਥੇਬੰਦੀਆਂ ਕਰਕੇ ਪੰਥ ਨਹੀਂ ਹੈ। ਮਿਹਰਬਾਨੀ ਸਰਦਾਰ ਜੀ, ਧੰਨਵਾਦ ਤੁਹਾਡਾ। ਧੰਨਵਾਦ ਜੀ। ਪੰਥ ਦੀ ਸਾਂਝੀ ਅਰਦਾਸ ਦੇ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਹੜੇ ਨੇ ਉਹ ਇਸ ਸੀਨ ਤੇ ਆਏ ਸੀ। ਸੰਧੂ ਤੇ ਸਰਾਮ ਔਰਗਜ, ਵਿਕਰਮ ਸਰਾਂ ਤੇ ਇਸ਼ਵਿੰਦਰ ਸੰਧੂ 778 552 6669 778 241 3342 ਬੈਂਕਾਂ ਕਰਨੀਆਂ ਨਾ ਕਾਲ ਕਰ ਸੰਧੂ ਅਤੇ ਸਰਾਂ। ਵਿਕਰਮ ਸਰਾਂ, ਇਸ਼ਵਿੰਦਰ ਸੰਧੂ ਐਪ ਸਪੋਰਟ 'ਚ ਮੌਰਗੇਜ ਤੁਸੀਂ ਲੈਣੀ ਹੈ, ਕੋਈ ਟਰੱਕਾਂ ਦਾ ਲੋਨ ਲੈਣਾ, ਕੋਈ ਕੰਮ ਫਸ ਗਿਆ ਪੈਸੇ ਧੇਲੇ ਵੱਲੋਂ ਤਾਂ ਸੰਧੂ ਤੇ ਸਰਾਂ ਨੂੰ ਐਪ ਸਪੋਰਟ 'ਚ ਫੋਨ ਕਰਿਓ 778 552 6669 778 241 3342। ਸਾਹਿਬ ਮਹਿੰਦਰ ਸਿੰਘ ਜੀ, ਲਾਈਨ ਨੰਬਰ 3 ਤੁਸੀਂ ਇਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿਹੜਾ ਤੁਸੀਂ ਇਹ 5 ਦਿਨ ਦਾ ਇਹ ਲੜੀ ਤੋਰੀ ਹੈ, ਅੱਜ ਉਸ ਦੀ ਸਿਖਰ ਹੈ, ਵਾਕਈ ਸਿਖਰ ਹੈ। ਤੇ ਜਿੰਨੇ ਵੀ ਮਾਹਰ ਮਹਿਮਾਨ ਆਏ ਹੈ, ਜਿੰਨੇ ਕਾਲਰਸ ਨੇ ਕਾਲਾਂ ਕੀਤੀਆਂ, ਇਸ ਸਭ ਕੁਛ ਦੇ ਵਿੱਚੋਂ ਸਾਰਾ ਕੁਛ ਚਿੱਟੇ ਦਿਨ ਵਾਂਗੂ ਬਿਲਕੁਲ ਉੱਭਰ ਕੇ ਨਿਖਰ ਕੇ ਸਾਹਮਣੇ ਆ ਗਿਆ। ਦੇਖੋ, ਉਸ ਵੇਲੇ ਮੈਂ 40 ਸਾਲ ਦਾ ਸੀ, ਮੇਰੇ ਵਰਗੇ ਬਹੁਤ ਸਾਰੇ ਹੋਰ ਨੇ ਜਿਹੜੇ ਉਸ ਵੇਲੇ ਬਲਦੀ ਅੱਗ ਚੋਂ ਆਪਣੇ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ, ਆਪਣੇ ਸਕੇ ਸੰਬੰਧੀਆਂ ਨੂੰ ਬਚਾਉਣ ਵਿੱਚ ਲੱਗੇ ਰਹੇ। ਖੁਦ ਅੱਗ 'ਚ ਨਹੀਂ ਕੁੱਦ ਸਕੇ ਪਰ ਉਹਦਾ ਸੇਕ ਜ਼ਰੂਰ ਹੰਢਾਇਆ। ਤੇ ਅੱਜ ਤੱਕ ਵੀ ਉਹਨਾਂ ਦੇ ਬੱਚਿਆਂ ਨੂੰ ਜਾਂ ਉਹਨਾਂ ਦੇ ਵਿਦਿਆਰਥੀਆਂ ਨੂੰ ਸਿੱਖ ਮਾਨਸਿਕਤਾ ਦੇ ਧਾਰਨੀ ਹੋਣ ਕਰਕੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਦ ਤੱਕ ਉਹ ਜਿਉਣਗੇ ਦਾ ਸਾਹਮਣਾ ਕਰਨਾ ਪਊਗਾ। ਹੁਣ ਰਹੀ ਗੱਲ ਕਿ ਇਸ 84 ਦੇ ਵਿੱਚੋਂ ਅਫਜ਼ਲ ਹਸਨ ਰੰਧਾਵਾ ਦੀ ਉਹ ਕਵਿਤਾ ਆਖਰ ਮੁੱਕੇਗੀ ਇਹ ਰਾਤ, ਜਿੱਥੇ ਉਹਨੇ ਕਿਹਾ ਜਰਨੈਲਾਂ ਦਾ ਜਰਨੈਲ, ਤੇ ਹਰਿੰਦਰ ਸਿੰਘ ਮਹਿਬੂਬ ਹੋਣਾ ਦੀ ਝਨਾ ਦੀ ਰਾਤ, ਜਿੱਥੇ ਉਹਨੇ ਇੰਦਰਾ ਨੂੰ ਡੈਣ ਕਿਹਾ। ਇਹ ਸਾਰੇ ਕੁਝ ਨੇ ਇੱਕ ਸਿਰਜਣਾ ਕੀਤੀ ਹੈ। ਉਹਦੇ ਵਿੱਚ ਹਰਮਨਦੀਪ ਨਵਿਆਂ ਦੇ ਵਿੱਚੋਂ ਇੱਕ ਸਿਰਜਣਾ ਕਰ ਰਿਹਾ ਆਪਣੀ ਸ਼ਬਦਾਂ ਦੀ ਚਿੱਤਰਕਾਰੀ ਨਾਲ, ਉਹ ਗਹਿਰਾਈ ਵਿੱਚ ਜਾ ਕੇ। ਤੇ ਉਹਦੇ ਵਿੱਚ ਮੈਂ ਤੁਹਾਨੂੰ ਉਸ ਥਾਂ ਤੇ ਲਿਆ ਕੇ ਦੇਖ ਰਿਹਾ
ਜਿੱਥੇ ਤੁਸੀਂ ਅੱਜ ਦੀ ਇਸ ਟੈਕਨੋਲੋਜੀ ਨੂੰ ਲੈ ਕੇ ਉਹਦੇ ਵਿੱਚ ਇੱਕ ਹਿੱਸਾ ਪਾ ਰਹੇ ਹੋ। ਬਹੁਤ ਕੁਝ ਬਹੁਤ ਕੁਝ ਵਾਪਰ ਰਿਹਾ। ਇਹਦੇ ਨਾਲ ਜਿਹੜੀ ਸਿੱਖ ਮਨ ਦੀ ਪੀੜ ਹੈ ਉਹ ਅੱਜ ਸਿੱਖ ਸਾਈਕੀ ਦੇ ਵਿੱਚ ਬਦਲ ਕੇ ਸਿੱਖ ਚੇਤਨਾ ਵੱਲ ਨੂੰ ਬਦਲਦੀ ਜਾ ਰਹੀ ਹੈ। ਇਹ ਸਾਡਾ ਲਕਸ਼ ਹੈ, ਇਹ ਸਾਡਾ ਦੂਸਰਾ ਟੀਚਾ ਹੈ। ਦੇਖੋ 1746 ਦੇ ਘੱਲੂਘਾਰੇ ਤੋਂ 16 ਸਾਲਾਂ ਬਾਅਦ ਕੌਮ ਨੇ ਚੜ੍ਹਦੀ ਕਲਾ 'ਚ ਹੋ ਕੇ ਜਵਾਬ ਦੇਤਾ ਤੇ ਉਦੋਂ ਬਾਅਦ 6 ਮਹੀਨਿਆਂ 'ਚ ਉਹਦਾ ਜਵਾਬ ਦੇਤਾ। ਪਰ ਸਾਡੇ ਵਰਗੇ ਬੰਦੇ ਜਿਹੜੇ ਹੁਣ 36 ਸਾਲ ਤੋਂ ਉਡੀਕ ਰਹੇ ਆ, ਮੇਰੇ ਵਰਗੇ ਬੰਦੇ ਇਹ ਆਸ ਲੈ ਕੇ ਜਿਉ ਰਹੇ ਆ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਇੰਨੇ ਚਿਰ 'ਚ ਕਿਉਂ ਨਹੀਂ ਹੋਈ। ਅਸੀਂ ਇਸ ਆਸ ਲੈ ਕੇ ਜਿਉ ਰਹੇ ਹਾਂ ਕਿ ਸ਼ਾਇਦ ਅਸੀਂ ਇਹ ਸੱਚ ਵੇਖ ਕੇ ਆਪਣੀ ਕੌਮ ਦਾ ਸੱਚ ਵੇਖ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਵੇਖ ਕੇ ਤੋਂ ਰੁਖਸਤ ਹੋਈਏ ਤੇ ਤੁਸੀਂ ਉਹਦੇ ਵਿੱਚ ਇੱਕ ਵੱਡਮੁੱਲਾ ਯੋਗਦਾਨ ਪਾ ਰਹੇ ਹੋ। ਸਾਨੂੰ ਹਰ ਇੱਕ ਨੂੰ ਆਪਣਾ ਤਿਲ ਫੁੱਲ ਪਾਉਣਾ ਚਾਹੀਦਾ। ਇਸ ਆਸ ਨਾਲ ਹੀ ਮੈਂ ਤੁਹਾਨੂੰ ਵਧਾਈ ਦਿੰਦਾ। ਅੱਜ ਤੋਂ ਮੈਂ ਤੁਹਾਨੂੰ ਭਾਈ ਹਰਜੀਤ ਸਿੰਘ ਕਹਾਂਗਾ, ਤੁਸੀਂ ਭਾਈ ਦੇ ਕਾਬਲ ਹੋ ਗਏ ਹੋ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਵੱਡੇ ਹੋ ਜੀ, ਨਾਂ ਲੈ ਕੇ ਬੁਲਾਇਆ ਕਰੋ, ਬਸ ਇੰਨਾ ਹੀ ਬਹੁਤ ਆ। ਮੈਨੂੰ ਮਾਣ ਹੈ। ਜਿਹਦੇ ਵਾਸਤੇ ਰਹੋ। ਕੋਸ਼ਿਸ਼ ਕਰਦਾ ਜੀ, ਮੈਂ ਕੋਸ਼ਿਸ਼ ਕਰ ਰਿਹਾ ਵੱਧ ਤੋਂ ਵੱਧ ਆਪ ਸਿੱਖਣ ਦੀ, ਵੱਧ ਤੋਂ ਵੱਧ। ਔਰ ਆਪਾਂ ਥੋਪਦੇ ਨਹੀਂ ਕਿਸੇ ਤੇ, ਆਪਾਂ ਅੰਕੜਿਆਂ ਦੇ ਤਹਿਤ ਤੁਹਾਡੇ ਨਾਲ ਮੈਂ ਗੱਲ ਕਰਦਾ। ਐਟਲਸ ਆਟੋ ਬਾਡੀ ICBC ਦੀ ਐਕਸਪ੍ਰੈਸ ਬਾਡੀ ਸ਼ਾਪ ਹੈ 604 594 9707 76 38 ਐਨਵਲਵੇ 76 ਤੇ 129 ਇਹਦਾ ਕਾਰਨਰ ਹੈ। ਤੇ ਉੱਥੇ ਤੁਸੀਂ ਐਕਸਪ੍ਰੈਸ ਬਾਡੀ ਸ਼ਾਪ ਤੇ ਗੱਡੀ ਲੈ ਜਾਓ, ਰਿਪੇਅਰ ਕਰ ਦਿੰਦੇ ਨੇ। ਪੇਂਟ ਦਾ ਕੰਮ ਤੇ ਬਾਡੀ ਵਰਕ ਦਾ ਕੰਮ, ਹਰ ਕਿਸਮ ਦੀ ਗੱਡੀ, ਕਸਟਮ ਪੇਂਟ ਤੇ ਕਸਟਮ ਬਾਡੀ ਵਰਕ, ਵੀਲ ਵੀ ਜਿਹੜੇ ਨਵੇਂ ਪਾ ਦਿੰਦੇ ਨੇ, ਵਿੰਡਸ਼ੀਲਡ ਰਿਪੇਅਰ ਹੋਵੇ ਤੇ 604 594 9707 ਕਟਸੀ ਕਾਰਾਂ ਇਹਨਾਂ ਦੇ ਕੋਲ ਨੇ। ਆਪਣਾ ਕੰਮ ਤੁਸੀਂ, ਤੁਹਾਡਾ ਗੱਡੀ ਉੱਥੇ ਤੱਕ ਪਹੁੰਚਦੀ ਕਰਨਾ, ਜੇ ਨਹੀਂ ਵੀ ਚੱਲਦੀ ਉਹ ਕਰਵਾ ਦੇਣਗੇ। 604 594 9707 ਐਟਲਸ ਆਟੋ ਬਾਡੀ, ਸਟੇਟ ਆਫ ਆਰਟ ਫੈਸਿਲਿਟੀ। ਸਰ ਦਵਿੰਦਰ ਸਿੰਘ, ਲਾਈਨ ਨੰਬਰ 4। ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ। ਆਪਾਂ ਇੱਧਰ ਵੀ ਸੁਣਿਆ ਪ੍ਰੋਗਰਾਮ ਤੁਹਾਡਾ, ਬਹੁਤ ਵਧੀਆ ਸੀ ਤੇ ਬੜਾ ਗਿਆਨਪੂਰਵਕ ਸੀਗਾ। ਤੇ ਤੁਸੀਂ 1978 ਤੋਂ ਲੈ ਕੇ 84 ਤਾਈਂ ਗਾਂ ਦੀਆਂ ਸਾਰੀਆਂ ਗੱਲਾਂ ਤੋਂ ਜਾਣੂ ਕਰਾਇਆ। ਤੁਹਾਨੂੰ ਮੈਂ ਥੋੜੀ ਜਿਹੀ ਗੱਲ ਦੱਸਣਾ ਚਾਹੁੰਦਾ ਵੀ ਇਹ ਜੋ ਕੁਛ ਵੀ ਵਾਪਰਿਆ ਬਹੁਤ ਦੁਖਦਾਇਕ ਸੀ ਤੇ ਨਹੀਂ ਸੀ ਵਾਪਰਨਾ ਚਾਹੀਦਾ। ਆਪਾਂ ਨੇ ਸਾਰਿਆਂ ਨੇ ਉਹਦਾ ਦੁੱਖ ਸੰਤਾਪ ਹੰਢਾਇਆ। ਕੋਈ ਸ਼ਹੀਦ ਹੋ ਗਿਆ, ਕੋਈ ਮਾਰਿਆ ਗਿਆ, ਕੋਈ ਕਿਸ ਤਰ੍ਹਾਂ ਹੋਇਆ, ਪਰ ਪੰਜਾਬ ਬਹੁਤ ਨੇ ਦੁੱਖ ਹੰਢਾਇਆ, ਬਾਹਰਲੇ ਸਿੱਖਾਂ ਨੇ ਵੀ ਹੰਢਾਇਆ। ਜਿਹੜੀ ਗੱਲ ਮੈਂ ਤੁਹਾਨੂੰ ਕਰਨੀ ਚਾਹੁੰਦਾ ਉਹ ਇਹ ਸੀ ਜੀ, ਜਿਹੜਾ 1913 ਅਪ੍ਰੈਲ 1938 ਨੂੰ ਸਿੰਘ ਮਾਰੇ ਗਏ ਸੀ, ਉਦੋਂ ਬਾਅਦ ਉਹ ਵੀ ਆਪਾਂ ਸਭ ਕੁਝ ਸੁਣਿਆ ਪਹਿਲੇ ਦਿਨ ਅਖਬਾਰਾਂ 'ਚ। ਫਿਰ ਉਸ ਤੋਂ ਬਾਅਦ ਜੀ ਆਲ ਇੰਡੀਆ ਕਾਨਫਰੰਸ ਹੋਈ ਸੀ ਲੁਧਿਆਣੇ। ਇਹ ਹੋਈ ਮੇਰਾ ਖਿਆਲ ਅਕਤੂਬਰ ਨਵੰਬਰ ਦੇ ਵਿਚਕਾਰ, ਮੈਨੂੰ ਪੂਰੀ ਡੇਟ ਦਾ ਪਤਾ ਨਹੀਂ, ਲੇਕਿਨ 1978 ਦੀ ਗੱਲ ਹੈ। ਆਲ ਇੰਡੀਆ ਕਾਨਫਰੰਸ ਲੁਧਿਆਣੇ, ਜਿੱਥੇ ਸਾਰੇ ਅਕਾਲੀ ਇਕੱਠੇ ਹੋਏ ਸੀ। ਉਦੋਂ ਆਪਣੇ ਸੈਂਟਰ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਰਾਜ ਸੀ ਤੇ ਚੰਦਰ ਸ਼ੇਖਰ ਵੀ ਸਟੇਜ ਤੇ ਆਇਆ ਸੀ। ਉਸ ਕਾਨਫਰੰਸ ਦੀ ਦਾਸ ਵੀ ਦੇਖਣ ਗਿਆ, 78 ਦੀ ਜਿਹੜੀ ਕਾਨਫਰੰਸ ਸੀ ਆਲ ਇੰਡੀਆ। ਉੱਥੇ ਭਿੰਡਰਾਂ ਵੱਲ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਸੀ। ਮੈਂ ਖੁਦ ਦੇਖਿਆ ਆਪਣੀ। ਤੇ ਭਿੰਡਰਾਂ ਵਾਲੇ ਨੇ ਬੜੇ ਜ਼ੋਰ ਨਾਲ ਆਪਣੇ ਜਿਹੜੇ ਨਾਲ ਉਹਦੇ ਸਿੱਖ ਉਹਨਾਂ ਨੂੰ ਕਿਹਾ, ਥੋੜੀ ਗੜਬੜ ਵੀ ਸ਼ੁਰੂ ਕੀਤੀ ਗਈ। ਬੜੇ ਜ਼ੋਰ ਨਾਲ ਭਿੰਡਰਾਂ ਵਾਲੇ ਨੇ ਟਾਈਮ ਲਿਆ, ਮਗਰੋਂ ਜਾ ਕੇ ਬੜੇ ਉਸ ਸਕੱਤਰਾਂ ਟਾਈਮ ਦਿੱਤਾ। ਉੱਥੇ ਭਿੰਡਰਾਂ ਵਾਲੇ ਇਹਨਾਂ ਦੀ ਅਕਾਲੀ ਸਰਕਾਰ ਦੀ ਉਹ ਲਾਹੀ ਕਿ ਰਹੇ ਰੱਬ ਦਾ ਨਾਂ, ਇਹਨੂੰ ਕੱਚੀਆਂ ਤੇੜੀਆਂ ਆ ਰਹੀਆਂ ਸੀ। ਉਹਨਾਂ ਦਾ ਫਰਮਾਨ ਸੀ ਭਿੰਡਰਾਂ ਵਾਲਿਆਂ ਦਾ, ਸੁਣੋ ਜਿਹੜਾ ਮੈਜਨ ਤੇ ਮੈਂ ਸੁਣਿਆ। ਉਹ ਕਹਿ ਰਿਹਾ ਸੀ, ਜੋ ਜੀਵੇ ਪੱਤ ਲੱਥੀ ਜਾਏ, ਹਰਾਮ ਜਾਏ ਜੇਤਾ ਕੁਛ ਖਾਏ। ਕਹਿੰਦਾ 13 ਅਪ੍ਰੈਲ 1978 ਨੂੰ ਸਾਡੇ ਸਿੰਘ ਸ਼ਹੀਦ ਹੋ ਗਏ। ਆ ਬੈਠਾ ਮੁੱਖ ਮੰਤਰੀ, ਆ ਬੈਠਾ ਤਲਵੰਡੀ ਜਥੇਦਾਰ ਆ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ। ਇਹਨਾਂ ਨੇ ਸਭ ਕੁਛ, ਤੇ ਆਪਣੀ ਸਰਕਾਰ ਹੋਵੇ, ਸੈਂਟਰ 'ਚ ਵੀ ਆਪਣੀ ਸਰਕਾਰ ਹੋਵੇ, ਪੰਜਾਬ 'ਚ ਵੀ ਆਪਣੀ ਸਰਕਾਰ ਹੋਵੇ, ਉਹ 13 ਸਿੰਘਾਂ ਨੂੰ ਮਾਰ ਕੇ ਉਹ ਇੱਕ ਨਿਰੰਕਾਰੀਆ ਚਲੇ ਜਾਵੇ। ਲਾਹਨਤ ਹੈ ਤੁਹਾਡੇ ਰਾਜ ਕਰਨ ਦੇ, ਜੇ ਸਾਨੂੰ ਇਨਸਾਫ ਨਾ ਮਿਲਿਆ। ਇਨਸਾਫ ਲੈਣਾ ਜਾਣਦੇ ਆ। ਇਸ ਤਰ੍ਹਾਂ ਉਹ ਬੋਲਿਆ ਤੇ ਉਸ ਤੋਂ ਬਾਅਦ ਤਾਂ ਉਹ ਸਾਰਾ ਪੰਡਾਲ ਵੇਖਣ ਪਹੁੰਚ ਗਿਆ ਤੇ ਉਹਨੇ ਇਹ ਵੀ ਕਿਹਾ ਵੀ ਜੇ ਤੁਸੀਂ ਨਹੀਂ ਸਾਨੂੰ ਸਿੱਖਾਂ ਨੂੰ ਇਨਸਾਫ ਦੇਵਾਂਗੇ, ਅਸੀਂ ਇਨਸਾਫ ਲੈਣਾ ਜਾਣਦੇ ਆ। ਇਹ ਸਾਰੀਆਂ ਗੱਲਾਂ ਮੈਂ ਸੁਣੀਆਂ ਤੇ ਮੈਂ ਛਿੱਕੜ ਇਹੀ ਕਹੂੰਗਾ ਤੇ ਉਹ ਕਹਿਣੀ ਤੇ ਕਰਨੀ ਦਾ ਸੂਰਾ ਸੀ। ਤੋ ਕੋਈ ਹੁੰਦਾ ਹੈ ਇਸ ਤਰ੍ਹਾਂ ਜਿਹੜਾ ਕਹਿਣੀ ਦਾ ਕਰਨੀ ਦਾ ਸੂਰਾ ਹੁੰਦਾ। ਹੋ ਸਕਦਾ ਅਸੀਂ ਉਹਦੇ ਵਿਚਾਰ ਨਾਲ ਕਈਆਂ ਨਾਲ ਨਾ ਸਹਿਮਤ ਹੋਈਏ, ਲੇਕਿਨ ਇੱਕ ਗੱਲ ਮੈਂ ਕਹੂੰਗਾ ਕਿ ਸੰਤ ਜਰਨੈਲ ਸੱਚਮੁੱਚ ਹੀ ਕਰਨੀ ਤੇ ਕਰਨੀ ਦੇ ਸੂਰੇ ਸਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ਾਹ ਇੰਦਰਪ੍ਰੀਤ ਸਿੰਘ ਟਵਾਣਾ ਜੀ, ਲਾਈਨ ਨੰਬਰ 5। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਧੰਨਵਾਦ ਬਹੁਤ, ਦੁਬਾਰਾ ਯਾਦ ਨੂੰ ਤੇ ਨਵੀਆਂ ਗੱਲਾਂ ਵਿੱਚ ਬਹੁਤ ਇਸ ਵਾਰੀ ਮਤਲਬ ਕਾਫੀ ਕੁਝ ਸਿੱਖਣ ਨੂੰ ਮਿਲਿਆ ਗਿੱਲ ਸਾਹਿਬ ਨਵਾਂ ਨਾ। ਤੇ ਗਿੱਲ ਸਾਹਿਬ ਮੈਂ ਨਾ ਇੱਕ ਚੀਜ਼ ਕਈ ਵਾਰੀ ਸੋਚਦੇ ਆਪਾਂ ਤਰਕ ਚ ਪੈ ਜਾਂਦੇ ਆ, ਸਾਡੇ ਵੀ ਕਈ ਦੋਸਤ ਮਿੱਤਰ ਸਾਰਿਆਂ ਦੇ ਵਿਚਾਰ ਡਿਫਰੈਂਟ ਹੋ ਸਕਦੇ ਨੇ, ਪਰ ਜੇ ਆਪਾਂ ਕਈ ਵਾਰੀ ਨਾ ਕਹਿੰਦੇ ਵੀ ਸਿੱਖ ਫਾਈਟ ਨਹੀਂ ਕਰਨੀ ਚਾਹੀਦੀ ਸੀ ਏਦਾਂ, ਜੇ ਸਿੱਖ ਦੀ ਜਿਹੜੀ ਕੌਮ ਹੈ ਨਾ ਜੇ ਉਹ ਚੋਂ ਮਾਰਸ਼ਲ ਦਾ ਕਰੈਕਟਰ ਕੱਢਦੀ ਹੈ ਤਾਂ ਫਿਰ ਸ਼ਾਇਦ ਸਾਡੇ ਕੋਲ ਪਿੱਛੇ ਕੁਛ ਰਹਿ ਨਹੀਂ ਜਾਂਦਾ ਜ਼ਿਆਦਾ ਨਾ, ਕਿਉਂਕਿ ਜਿਹੜੀ ਚੀਜ਼ ਦੀ ਹੁਣ ਆਪਣੇ ਸਿੱਖ ਕੌਮ ਦੀ ਉਤਪਤੀ ਹੋਈ ਹੈ ਉਹਦੇ ਵਿੱਚ ਇੱਕ ਮੇਨ ਕਾਰਨ ਸੀਗਾ ਜ਼ੁਲਮ ਦੇ ਨਾਲ ਲੜਨਾ ਨਾ। ਤੇ ਦੂਸਰੀ ਗੱਲ ਬਾਈ ਜੀ, ਹੁਣ ਦੇਖੋ ਟਾਈਮ ਦੇ ਨਾਲ ਨਾਲ ਉਸ ਟਾਈਮ ਅਟੈਕ ਹੋਇਆ, ਆਪਾਂ ਦੇਖਦੇ ਹਾਂ ਵੀ ਸਾਡੀਆਂ ਉਪਲਬਧੀਆਂ, ਮੈਂ ਵੀ ਕਈ ਵਾਰੀ ਸੋਚਦਾ ਦੇਖੋ ਉਸ ਟਾਈਮ ਸਿੱਖਾਂ ਨੂੰ ਆਪਣਾ ਘਰ-ਦਾਰ ਛੱਡ ਕੇ ਬਾਹਰ ਆਉਣਾ ਪਿਆ ਤੇ ਬਾਹਰ ਗੱਲ ਹੋਈ, ਮੈਨੂੰ ਲੱਗਦਾ ਜਿੰਨੀ ਜ਼ਿਆਦਾ ਗੱਲ ਬਾਹਰ ਹੋਈ ਹੈ ਲੋਕਾਂ ਨੂੰ ਅੱਜ ਕੱਲ੍ਹ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀ ਵੀ ਅੱਜ ਕੋਈ ਗੱਲ ਖੜ ਕੇ ਕਹਿ ਨਹੀਂ ਸਕਦਾ ਵੀ ਸਰਕਾਰ ਨੇ ਬਹੁਤ ਵਧੀਆ ਕੀਤਾ ਉਸ ਟਾਈਮ, ਧੱਕਾ ਹੋਇਆ ਸਾਰੀ ਦੁਨੀਆ ਦੇ ਵਿੱਚ ਐਟਲੀਸਟ ਅਸੀਂ ਉਹਨੂੰ ਪ੍ਰਚਾਰ ਸਕੇ ਹਾਂ, ਤੇ ਇਹ ਵੀ ਸਾਡੀ ਇੱਕ ਉਹ ਹੈ ਜੀ। ਤੇ ਦੂਸਰੀ ਗੱਲ ਜਦੋਂ ਨਾ ਕਈ ਵਾਰੀ ਭੰਡਦੇ ਆ ਗਿੱਲ ਸਾਹਿਬ ਆਪਾਂ ਸ਼ਹੀਦਾਂ ਸੰਤਾਂ ਦੇ ਵਿਚਾਰਾਂ ਨੂੰ ਵੀ ਕਈ ਵਾਰੀ ਚਲੋ ਹੋ ਸਕਦਾ, ਪਰ ਉਹ ਜਿਹੜੇ ਸਿੱਖ ਚਲੇ ਗਏ ਨਾ ਉਹ ਆਪਣੀਆਂ ਕਰਨੀਆਂ ਤੇ ਪਹਿਰਾ ਦੇ ਕੇ ਸ਼ਹੀਦ ਹੋ ਗਏ ਨੇ, ਐਟਲੀਸਟ ਸਾਨੂੰ ਉਹਨਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ ਤੇ ਨਾਲ ਉਹ ਹੁਣ ਆ ਕੇ ਆਪਣਾ ਜਵਾਬ ਨਹੀਂ ਦੇ ਸਕਦੇ, ਕਈ ਵਾਰੀ ਇਹਦਾ ਵੀ ਅਸੀਂ ਗਲਤ ਲਾਹਾ ਲੈਂਦੇ ਹਾਂ ਨਾ। ਸੋ ਪਹਿਲਾਂ ਤਾਂ ਚਲੋ ਧੰਨਵਾਦ, ਆਪਣਾ ਗੱਲ ਹੋਈ ਸਾਰੀ ਤੇ ਅੱਜ ਦੀ ਮੈਂ ਥੋੜੀ ਜਿਹੀ ਮੇਰੇ ਤੋਂ ਮਿਸ ਹੋ ਗਈ ਹੈ ਤੇ ਜ਼ਰੂਰ ਦੁਬਾਰੇ ਜਾ ਕੇ ਸਟਾਰਟਿੰਗ 'ਚ ਫਿਰ ਰਿਕਾਰਡਿੰਗ ਸੁਣਾਂਗੇ। ਤੇ ਐਂਡ 'ਚ ਭਾਈ ਸਾਹਿਬ ਨੇ ਬੜਾ ਸੋਹਣਾ ਦਿੱਤਾ ਕਿ ਸਾਨੂੰ ਆਪਣੇ ਪੈਂਤਲਿਆਂ ਦੇ ਵਿੱਚ ਨਵਿਆਈ ਤੇ ਹੋਰ ਵੀ ਬਹੁਤ ਚੀਜ਼ਾਂ, ਮਤਲਬ ਜਿਵੇਂ ਸਬਰ ਸੰਤੋਖ ਦਾ ਵੀ ਉਹਨਾਂ ਨੇ ਕਿਹਾ ਵੀ ਨਾਲ ਉਹਨੂੰ ਦੇਖਣਾ, ਕਿਉਂਕਿ ਜੇ ਆਪਾਂ ਨੂੰ ਉਹਨਾਂ ਤੇ ਵੀ ਮਾਨਸਿਕਤਾ ਤੇ ਉਹਨਾਂ ਦੇ ਵੀ ਤਰਸਾਂ ਦਾ ਜਿਨ੍ਹਾਂ ਨੇ ਦਿੱਤਾ ਤੇ ਉਹਨਾਂ ਦੇ ਘਰ-ਦਾਰ ਵੀ ਉੱਜੜ ਗਏ ਨੇ ਅੱਜ ਹਨਾ। ਤੇ ਪਰ ਅਸੀਂ ਕੌਮ ਚੜ੍ਹਦੀ ਕਲਾ ਦੇ ਵਿੱਚ ਇੱਕ ਗਿੱਲ ਸਾਹਿਬ ਐਂਡ 'ਚ ਮੈਂ ਕਹਿਣਾ, ਕਿਉਂਕਿ ਹਰੇਕ ਬੰਦੇ ਦਾ ਆਪਣਾ ਵਿਚਾਰ ਹੁੰਦਾ, ਮੈਨੂੰ ਲੱਗਦਾ ਆਪਾਂ ਨੂੰ ਆਪਣੇ ਜਵਾਕਾਂ ਨੂੰ ਇਹ ਚੀਜ਼ ਜ਼ਰੂਰ ਦੱਸਣੀ ਚਾਹੀਦੀ ਹੈ, ਫਿਰ ਉਹਨਾਂ ਨੂੰ ਲੈਟ ਦੈਮ ਡਿਸਾਈਡ ਕਿ ਉਹ ਕੀ ਅੱਗੇ ਸੋਚਦੇ ਨੇ 84 ਬਾਰੇ ਨਾ, ਵੀ ਸਾਡੇ ਨਾਲ ਕੀ ਹੋਇਆ ਤੇ ਐਟਲੀਸਟ ਉਹਨਾਂ ਦਾ ਇੰਟਰਸਟ ਹੋਵੇ। ਮੈਨੂੰ ਲੱਗਦਾ ਜੇ ਅਸੀਂ ਉਹਨਾਂ ਨੂੰ ਇਹ ਚੀਜ਼ ਨਹੀਂ ਦੱਸਾਂਗੇ ਤਾਂ ਅਸੀਂ ਉਹਨਾਂ ਦੇ ਨਾਲ ਵੀ ਅਨਿਆਏ ਕਰ ਰਹੇ ਹੋਵਾਂਗੇ, ਐਟਲੀਸਟ ਚਾਹੇ ਉਹ ਬੱਚੇ ਮਤਲਬ ਗੁਰਸਿੱਖ ਨੇ ਜਾਂ ਨਹੀਂ, ਚਾਹੇ ਕਿਸੇ ਦੇ ਮੋਨੇ ਵੀ ਨੇ ਬੱਚੇ ਸਾਡੇ ਵੀ ਆਪਣੇ, ਤਾਂ ਮੈਂ ਤਾਂ ਇੰਨਾ ਕੁ ਸਿੱਖਿਆ ਵੀ ਜ਼ਰੂਰ ਉਹਨਾਂ ਦੇ ਨਾਲ ਬਹਿ ਕੇ ਇਹ ਗੱਲ ਕਰਨੀ ਸਾਡੀ ਬਣਦੀ ਹੈ। ਉਹ ਜਦੋਂ ਆਪਣੀ ਸੋਝੀ 'ਚ ਆਉਣਗੇ ਉਹ ਇਸ ਤੇ ਡਿਸਾਈਡ ਕਰਨਗੇ ਕੀ ਸਾਨੂੰ ਕਰਨਾ ਚਾਹੀਦਾ, ਕੀ ਸਹੀ ਸੀ ਗਲਤ ਸੀ, ਅਸੀਂ ਆਪਣੀ ਸੋਚ ਉਹਨਾਂ ਤੇ ਨਾ ਥੋਪੀਏ। ਬਾਈ ਜੀ ਧੰਨਵਾਦ। ਅਜਿਤਪਾਲ ਸਿੰਘ ਜੀ, ਲਾਈਨ ਨੰਬਰ 1, ਤੁਸੀਂ ਏਅਰ ਤੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਮੈਂ ਜਿੱਦਾਂ ਅੱਜ ਸਰਦਾਰ ਹਰਿੰਦਰ ਸਿੰਘ ਟੈਕਸਸ ਵਾਲਿਆਂ ਨਾਲ ਜਿਹੜਾ ਤੁਸੀਂ ਪ੍ਰੋਗਰਾਮ ਕੀਤਾ ਸੁਣਿਆ, ਤੇ ਜਿੱਦਾਂ ਦੇਖੋ ਉਹਨੀ ਆਉਂਦਿਆਂ ਨੇ ਜਿਹੜੀ ਗੱਲ ਕਹੀ ਵੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਅੱਜ ਤੁਸੀਂ ਸ਼ਬਦ ਘੱਲੂਘਾਰਾ ਵਰਤ ਰਹੇ ਹੈਗੇ ਆ, ਤੇ ਜਿੱਦਾਂ ਬਿਲਕੁਲ ਗੱਲ ਉਹਨਾਂ ਦੀ ਇਹੋ ਸਹੀ ਸੀ। ਤੇ ਮੈਂ ਇੱਥੇ ਇਹ ਗੱਲ ਤਾਂ ਕਰਨੀ ਚਾਹੁੰਦਾ, ਕਈ ਵਾਰੀ ਆਪਾਂ ਨੂੰ ਲੱਗਦਾ ਹੈ ਵੀ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਜਾਂ ਇੱਥੇ ਬਾਹਰ ਕੁਛ ਆਪਾਂ ਜਿਹੜਾ ਕੱਖ ਨਹੀਂ ਰਹੇ, ਬਸ ਗੱਲੀ ਬਾਤੀ ਇਹੋ 6 ਜੂਨ ਨੂੰ ਜਿਹੜੇ ਚਾਰਕਦੇ ਨੇ ਰੌਲਾ ਰੋਲਾ ਪਾ ਕੇ ਤੇ ਚੁੱਪ ਕਰ ਜਾਂਦੇ ਆ ਵੀ ਉਦੋਂ ਨਾ ਅੱਗੇ ਹੁੰਦਾ ਨਾ ਕੋਈ ਪਿੱਛੇ ਹੁੰਦਾ ਆ। ਜੇ ਇਸ ਗੱਲ ਦਾ ਅਨੁਭਵ ਕਰਨਾ ਆ ਤੇ ਤੁਸੀਂ ਇਹ ਦੇਖੋ ਵੀ ਜਦੋਂ ਤੁਸੀਂ ਗੱਲਬਾਤ ਕਰਦੇ ਆ ਤੇ ਉਹਦਾ ਦੁਸ਼ਮਣ ਕਿਸ ਤਰ੍ਹਾਂ ਜਵਾਬ ਦਿੰਦਾ, ਦੁਸ਼ਮਣ ਉਹ ਤੇ ਰਿਐਕਟ ਕਰਦਾ ਕਿ ਜਿੱਦਾਂ ਉਹਨਾਂ ਦੇ ਕੰਨ ਤੇ ਜੂੰ ਹੀ ਨਹੀਂ ਸਰਕਦੀ। ਤੇ ਦੇਖੋ ਜਦੋਂ ਵੀ ਇਹੋ ਗੱਲ ਹੁੰਦੀ ਆ, ਆਪਣੇ ਕੋਈ ਵੀ ਗੱਲ ਹੁੰਦੀ ਆ, ਆਪਣੇ ਸਪੈਸ਼ਲੀ ਜਿਹੜਾ ਕੈਨੇਡਾ ਦੇ ਜਿਹੜੇ ਵਾਸੀ ਹੈਗੇ ਆ ਉਹਨਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਆ ਵੀ ਜਦੋਂ ਕਿਤੇ ਕੋਈ ਭਾਰਤ ਵਿੱਚ ਇੱਥੋਂ ਕੈਨੇਡਾ ਦਾ ਕੋਈ ਪੋਲੀਟੀਸ਼ੀਅਨ ਜਾਂਦਾ ਜਾਂ ਉਹ ਇੱਥੇ ਆਉਂਦੇ ਹੈਗੇ ਆ ਤੇ ਉਹਨਾਂ ਨੂੰ ਇੱਕੋ ਗੱਲ ਦਾ ਹੀ ਸਭ ਤੋਂ ਵੱਡਾ ਭਾਵਾਂ ਦੀ ਉਹਨੀ ਆਪਣੇ ਵਪਾਰਕ ਜਿਹੜੇ ਰਾਜਨੀਤਿਕ ਜਿੰਨੇ ਵੀ ਸਮਝੌਤੇ ਕਰਨੇ ਹੁੰਦੇ ਆ, ਪਰ ਜਿਹੜਾ ਪਬਲਿਕਲੀ ਆ ਕੇ ਇੱਕ ਗੱਲ ਉਹ ਜ਼ਰੂਰ ਕਹਿੰਦੇ ਆ ਵੀ ਇੱਥੇ ਖਾਲਿਸਤਾਨੀ ਅੱਤਵਾਦੀ। ਤੇ ਜਿੱਦਾਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਜਿੱਦਾਂ ਸਾਰੇ ਸ਼ੋਅ ਦੇ ਵਿੱਚ ਵੀ ਕਈ ਗੱਲਾਂ ਹੋਈਆਂ ਵੀ ਅਸੀਂ ਕਰਾ ਤਾਂ ਕੱਖ ਨਹੀਂ ਰਹੇ, ਪਰ ਦੂਜਾ ਕਿੰਨਾ ਗੱਲ ਕੀ ਹੋ ਰਹੀ ਆ, ਐਵੇਂ ਗੱਲਾਂ ਬਾਤਾਂ ਕਰਕੇ ਚੱਲ ਜਾਂਦੇ। ਉਹ ਫਿਰ ਕਿਹੜੇ ਅੱਤਵਾਦੀਆਂ ਦੀ ਗੱਲ ਕਰਦੇ ਆ? ਇਹ ਇੱਥੇ ਆ ਕੇ ਉਹੀ ਜਿਹੜੇ ਆ ਫਿਰ ਜਿਹੜੇ ਦੂਜਾ ਅਸੀਂ ਇੱਥੇ ਲੋਕਾਂ ਨੂੰ ਅਵੇਅਰ ਕਰਾ ਰਹੇ ਆ ਉਹਨਾਂ ਦੀ ਗੱਲ ਹੁੰਦੀ ਆ ਤੇ ਉਸੇ ਗੱਲ ਦਾ ਅਸਰ ਵੀ ਪੈਂਦਾ ਹੈਗਾ ਆ। ਹੁਣ ਬਾਕੀ ਉਹਨੀ ਆਪਣੇ ਹਰਿੰਦਰ ਸਿੰਘ ਹੁਣੀ ਕਿਹਾ ਵੀ ਜਿਹੜਾ ਆਪਾਂ ਨੂੰ ਜਿਹੜਾ ਆ ਸ਼ਬਦ ਨਾਲ ਸਬਰ ਨਾਲ ਜੀਣਾ ਚਾਹੀਦਾ ਆ, ਤੇ ਬਿਲਕੁਲ ਮੈਂ ਉਹਨਾਂ ਨਾਲ ਇਸ ਗੱਲ 'ਚ ਸਹਿਮਤ ਆ। ਜਦੋਂ ਆਪਾਂ ਅਰਦਾਸ ਵੀ ਕਰਦੇ ਹਾਂ ਤੇ ਅਰਦਾਸ ਜਿਹੜੀ ਆ ਅਸਲ ਤੇ ਉਹ ਭਾਣੇ ਵਿੱਚ ਰਹਿਣ ਦੀ ਅਸੀਂ ਕਰਦੇ ਹਾਂ, ਜਿਹੜਾ ਨਾਲ ਅੱਜ ਕਹਿ ਦਿੰਦੇ ਆ ਜੀ ਸਾਨੂੰ ਡੱਕਣਾ ਸੁੱਖ ਵਿੱਚ ਰੱਖੀ, ਪਰਿਵਾਰ ਵਿੱਚ ਕੋਈ ਬਿਮਾਰੀ ਨਾ ਹੋਵੇ
ਬੱਚਿਆਂ ਨੂੰ ਪੜ੍ਹਨ ਲਿਖਣ ਦਾ ਬਲ ਬਖਸ਼ੀ। ਉਹ ਗੱਲ ਤਾਂ ਜਿੱਦਾਂ ਵੀ ਅਸੀਂ ਆਪਣੇ ਮਨ ਦੀ ਤਸੱਲੀ ਲਈ ਜਿਹੜੀ ਐਡ ਕਰਦੇ ਹਾਂ, ਅਸਲ ਜਿਹੜੇ ਸਿੰਘਾਂ ਦੀ ਅਰਦਾਸ ਆ ਉਹ ਤੇ ਅਰਦਾਸ ਸਰਬੱਤ ਦੇ ਭਲੇ ਦੀ ਤੇ ਭਾਣੇ ਵਿੱਚ ਰਹਿਣ ਦੀ ਹੁੰਦੀ ਆ। ਵਾਹਿਗੁਰੂ ਜਿਹੋ ਜਿਹਾ ਵੀ ਵਕਤ ਲਿਆਵੇ ਉਸ ਵਕਤ ਦੇ ਵਿੱਚ ਭਾਣੇ ਦੇ ਵਿੱਚ ਹੀ ਰਹਿਣਾ। ਇਸੇ ਗੱਲ ਦੇ ਆਧਾਰ ਤੇ ਉਹਨੇ ਕਿਹਾ ਵੀ ਜਿੱਥੇ ਆਪਾਂ ਜਿਹੜੀਆਂ ਗੱਲਾਂ ਨੂੰ ਯਾਦ ਰੱਖਣਾ ਉੱਥੇ ਆਪਾਂ ਨੂੰ ਦੂਜਿਆਂ ਨੂੰ ਮਾਫ਼ ਵੀ ਕਰਨਾ ਚਾਹੀਦਾ। ਹਾਂ ਬਿਲਕੁਲ, ਜੇ ਕੋਈ ਮਾਫ਼ੀ ਦਾ ਅਹਿਸਾਸ ਕਰਦਾ ਹੈ, ਗਲਤੀ ਦਾ ਅਹਿਸਾਸ ਕਰਦਾ ਤਾਂ ਉਹਨੂੰ ਆਪਾਂ ਮਾਫ਼ ਵੀ ਸਾਨੂੰ ਕਰ ਦੇਣਾ ਚਾਹੀਦਾ ਆ। ਇਹ 'ਚ ਕੋਈ ਦੋ ਰਾਏ ਨਹੀਂ ਹੈਗੀ। ਸਿੱਖ ਸਿਧਾਂਤ ਇਹੋ ਹੀ ਕਹਿੰਦੇ ਹੈਗੇ ਆ। ਹੁਣ ਮੈਂ ਜਿੱਦਾਂ ਗੱਲ ਜਿਹੜੀ ਕਹਿਣੀ ਚਾਹੁੰਦਾ, ਜਿੱਦਾਂ ਜਿਹੜੇ ਇਹ ਸ਼ੋਆਂ ਕਰਕੇ ਜਿੱਦਾਂ ਅੱਜ ਅੱਗੇ ਨਵੰਬਰ ਆਪਾਂ ਗੱਲ ਕਰਦੇ ਸੀ, ਨਵੰਬਰ ਦੀ ਗੱਲ ਸਾਡੇ ਕੈਨੇਡੀਅਨ ਪੋਲੀਟੀਸ਼ੀਅਨ ਕਰਦੇ ਆ, ਕਦੀ ਕੋਈ ਜੂਨ 84 ਦੀ ਗੱਲ ਨਹੀਂ ਕਰਦਾ। ਪਰ ਇੱਕ ਇਹ ਨਵਾਂ ਵਰਤਾਰਾ ਹੋਇਆ ਹੈਗਾ ਮੇਰੇ ਨੌਲੇਜ ਅਨੁਸਾਰ, ਸ਼ਾਇਦ ਕਿਸੇ ਨੇ ਪਹਿਲਾਂ ਵੀ ਦੇਖਿਆ ਹੋਵੇ। ਟਿਮ ਓਪਲ ਤੇ ਗੁਰਰਤਨ ਸਿੰਘ ਜਿਹੜੇ ਦੋ ਹੈਗੇ ਆ, ਜਿਹੜੇ ਹੁਣ ਉਹ ਜੂਨ 84 ਬਾਰੇ ਕੈਨੇਡੀਅਨ ਪੋਲੀਟਿਕਸ ਵਿੱਚ ਵੋਕਲ ਹੋਏ ਆ। ਤੇ ਮੈਂ ਬਾਕੀ ਵੀ ਜਿਹੜੇ ਸਪੈਸ਼ਲੀ ਜਿਹੜੇ ਭਾਰਤੀ ਮੂਲ ਦੇ ਇੱਥੇ ਰਾਜਨੀਤਿਕ ਆ, ਜਿਹੜੇ ਸਪੈਸ਼ਲੀ ਸਾਡੇ ਸਿੱਖਾਂ ਦੀਆਂ ਵੋਟਾਂ ਨਾਲ ਅੱਗੇ ਗਏ ਆ, ਉਹਨਾਂ ਨੂੰ ਮੈਂ ਇਹੋ ਦੂਜਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਇਹ ਜਿਹੜਾ ਸਾਡਾ ਦੁਖਾਂਤ ਆ ਇਹਦੀ ਗੱਲ ਦੁਨੀਆ ਦੇ ਵਿੱਚ ਕਰੋ। ਹੁਣ ਜਿਹੜਾ ਜਿੱਦਾਂ ਆਪਣੇ ਉਹਨੀ ਗੱਲ ਕੀਤੀ ਸੀ, ਜਦੋਂ ਜੱਸਾ ਸਿੰਘ ਜਥੇਦਾਰ ਆ ਲੜਾਈ ਲੜ ਰਿਹਾ ਤਾਂ ਉਸ ਵੇਲੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਨਹੀਂ ਉਹਨਾਂ ਨੂੰ ਉਸ ਵੇਲੇ ਪਤਾ ਸੀ। ਇਸੇ ਤਰ੍ਹਾਂ ਅੱਜ ਜਿਹੜੇ ਅਸੀਂ ਕਦਮ ਚੁੱਕ ਰਹੇ ਹਾਂ, ਸਾਨੂੰ ਅਸੀਂ ਜਿਹੜਾ ਆ ਖਾਲਸਾ ਰਾਜ ਦਾ ਇੱਕ ਜਿਹੜਾ ਉਹਨੇ ਕਿਹਾ ਸੀ ਨਾ ਵੀ ਆਪਾਂ ਨੂੰ ਨਵਿਆਉਣ ਦੀ ਸਦਾ ਲੋੜ ਆ। ਤੇ ਇੱਕ ਜਿਹੜਾ ਮੈਂ ਇੱਥੇ ਐਡ ਕਰਨਾ ਚਾਹੁੰਦਾ, ਇੱਕ ਪੱਕਾ ਟਾਰਗੇਟ ਵੀ ਰੱਖਣਾ ਚਾਹੀਦਾ। ਤੇ ਉਹ ਸਾਡਾ ਟਾਰਗੇਟ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲਿਆਂ ਦਾ ਕਿਹਾ ਆ, ਖਾਲਿਸਤਾਨ ਦੀ ਪ੍ਰਾਪਤੀ, ਉਸ ਟਾਰਗੇਟ ਨੂੰ ਅਸੀਂ ਸਦਾ ਮੱਦੇ ਨਜ਼ਰ ਰੱਖਦੇ ਹਾਂ। ਹਾਂ ਬਿਲਕੁਲ, ਜਿਹੜਾ ਵਕਤ ਦੇ ਨਾਲ ਨਾਲ ਜਿਹੜੀਆਂ ਜੋ ਕੋਈ ਬਦਲਾਅ ਹੁੰਦੇ ਆ, ਨਵੇਂ ਜਿਹੜੇ ਆ ਸਾਨੂੰ ਗੱਲਾਂ ਕਰਨੀਆਂ ਚਾਹੀਦੀਆਂ। ਇੱਥੇ ਮੈਂ ਮਾੜੀ ਜਿਹਾ ਇੱਕ ਬੇਨਤੀ ਵੀ ਜ਼ਰੂਰ ਕਰਨੀ ਚਾਹੁੰਦਾ। ਹੋ ਸਕਦਾ ਹੈ ਜਿਹੜੇ ਇਸ ਵੇਲੇ ਖਾਲਿਸਤਾਨ ਲਈ ਜਾਂ ਪਾਰਟੀ ਲਈ ਕੰਮ ਕਰਦੇ ਆ ਉਹਨਾਂ ਤੋਂ ਕੋਈ ਕੁਛ ਨਾ ਹੋ ਰਿਹਾ ਹੋਵੇ। ਮੈਂ ਇਹੋ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਲੀਕ ਢਾਉਣ ਨਾਲੋਂ ਆਪਣੀ ਲੀਕ ਵੱਡੀ ਕਰ ਲਓ। ਜੇ ਕੋਈ ਕੁਛ ਨਹੀਂ ਕਰ ਰਿਹਾ ਤੇ ਉਹਦੀ ਲੀਕ ਢਾਉਣ ਨਾਲੋਂ ਜੇ ਤੁਸੀਂ ਆਪਣੀ ਲੀਕ ਵੱਡੀ ਕਰ ਲਓਗੇ ਤਾਂ ਜ਼ਰੂਰ ਪ੍ਰਾਪਤੀ ਹੋ ਜਾਊਗੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਧੰਨਵਾਦ। ਧਾਲੀਵਾਲ ਸਾਹਿਬ, ਲਾਈਨ ਨੰਬਰ 3 ਤੁਸੀਂ ਏਅਰ ਤੇ ਹੋ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਅੱਜ ਜਿਹੜੇ ਮਹਿਮਾਨ ਆਏ ਸੀ ਨਾ, ਜਿਹੜੀ ਉਹਨਾਂ ਨੇ ਗੱਲ ਕੀਤੀ ਇੱਕ ਸੰਤ ਦੀ ਸੋਚ ਜਾਂ ਆਪਾਂ ਕਹਿ ਲਈਏ ਸ਼ਕਤੀ ਕਹਿ ਲਈਏ, ਮੈਂ ਉਹਨੂੰ ਸ਼ਕਤੀ ਦੇ ਤੌਰ ਤੇ ਵਰਦਾ ਸ਼ਾਇਦ ਕਈ ਨਾਰਾਜ਼ ਹੋਣ। ਇਹ ਆ ਕਿ ਗ੍ਰਸਤੀ ਦੀ ਵਾਕਈ ਇਹਦੇ ਨਾਲ ਮੈਂ ਸਹਿਮਤ ਹਾਂ। ਮੈਂ 2 ਐਗਜ਼ਾਮਪਲਾਂ ਦਿੰਦਾ ਜੀ ਤੁਹਾਨੂੰ। ਮੈਂ ਕਿਸੇ ਨੂੰ ਦੁੱਧ ਧੋਤਾ ਨਹੀਂ ਕਹਿਣਾ ਚਾਹੁੰਦਾ, ਮੈਂ ਤਾਂ ਵੈਸੇ ਦੱਸ ਰਿਹਾ ਕਿ ਜਿਵੇਂ ਮੈਨੂੰ ਪਤਾ ਲੱਗਾ। ਇਹ ਆਮ ਕਰਕੇ ਹੀ ਜਦੋਂ ਅਕਾਲੀ ਲੀਡਰਸ਼ਿਪ ਜਾ ਕੇ ਗੱਲ ਕਰਕੇ ਆਉਂਦੀ ਸੀ ਨਾ, ਤੇ ਉਹ ਗੱਲ ਦੱਸਣ ਲਈ ਸੰਤਾਂ ਦੇ ਕੋਲੇ ਇਹ ਆ ਕਿ ਜਥੇਦਾਰ ਗੁਰਚਰਨ ਸਿੰਘ ਟੋਟਾ ਹੀ ਜਾਂਦਾ ਸੀ, ਹੋਰ ਨਹੀਂ ਸੀ ਕੋਈ ਜਾਂਦਾ। ਉਹ ਇਹ ਆ ਕਿ ਪਤਾ ਨਹੀਂ ਖਾਸ ਤੋਂ ਨਹੀਂ ਸੀ ਜਾਂਦਾ, ਉਹ ਤਾਂ ਆਪ ਦੱਸ ਸਕਦੇ ਆ। ਉਹ ਕਹਿੰਦੇ ਜੀ, ਮੈਂ ਕਹਿੰਦੇ 22 ਔਰ 27 ਦੇ ਵਿੱਚ ਮੀਟਿੰਗ ਹੋਈ। ਟੋਟਾ ਸਾਹਿਬ ਕਹਿੰਦੇ ਕਿ ਇਹ ਆ ਕਿ ਪਰਮ ਮੁਖਰਜੀ, ਅਰਜਨ ਸਿੰਘ, ਤਾਂ ਇਹ ਆ ਕਿ ਨਿਰਸਮ ਰਾਓ। ਉਹ ਕਹਿੰਦੇ ਇਹਨਾਂ ਦਾ ਹਮੇਸ਼ਾ ਹੀ ਜਦੋਂ ਇਹ ਤਿੰਨੇ ਸਾਡੇ ਨਾਲ ਮੀਟਿੰਗ ਕਰਦੇ ਸੀ ਨਾ ਅਕਾਲੀ ਲੀਡਰਸ਼ਿਪ ਨਾਲ, ਇਹ ਆ ਕਿ ਉਹ ਤਿੰਨਾਂ ਦੀ ਇਹ ਸੋਚ ਹਾਂ ਪੱਖੀ ਹੁੰਦੀ ਸੀ। ਔਰ ਇੰਦਰਾ ਗਾਂਧੀ ਦੇ ਨਾਲ ਜਿਹੜੇ ਬੈਠਦੇ ਸੀਗੇ, ਅਖੀਰ ਤੇ ਜਵਾਬ ਜਿੱਧਰੋਂ ਆਉਂਦਾ ਸੀ ਉਹ ਧਮਨ, ਨਹਿਰੂ, ਕਰਨ ਸਿੰਘ, ਲਲਿਤ ਮਾਕਨ, ਇਹ ਸਾਰੀ ਜੁੰਡਲੀ ਇਹ ਆ ਕਿ ਪਿੱਛੇ ਇਹ ਆ ਕਿ ਨਾ ਕਰਨ ਵਾਲਿਆਂ ਦੇ ਵਿੱਚ ਹੁੰਦੀ ਸੀ। ਉਹ ਕਹਿੰਦੇ ਜਦੋਂ ਮੈਂ ਮਾਰਚ ਦੇ ਵਿੱਚ ਆਇਆ ਨਾ, ਕਹਿੰਦੇ ਮਾਰਚ ਦੇ ਵਿੱਚ ਕਹਿੰਦੇ ਅਸੀਂ ਜਾ ਕੇ ਆਏ ਸਾਰੇ, ਉਹਦੇ ਵਿੱਚ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਵੀ ਸੀਗਾ, ਜੇ ਕਿਤੇ ਆਉਣ ਪੁੱਛ ਲਿਓ ਤੁਸੀਂ। ਇਹ ਆ ਕਿ ਉਹ ਕਹਿੰਦੇ ਜਦੋਂ ਜਾ ਕੇ ਤੇ ਮੈਂ ਅਕਾਲ ਤਖਤ ਤੇ ਸੰਤਾਂ ਕੋਲੇ ਗਿਆ, ਮੈਂ ਸੰਤਾਂ ਨੂੰ ਸਾਰੀ ਗੱਲ ਦੱਸੀ। ਕਹਿੰਦੇ ਇਹ ਮਾਰਚ ਦੀ ਹੈ ਬਾਈ ਜੀ ਗੱਲ, 22 ਔਰ 27 ਦੇ ਵਿੱਚ। ਕਹਿੰਦੇ ਸੰਤ ਮੈਨੂੰ ਕਹਿੰਦੇ ਉਹ ਦੱਸਦੇ ਜੀ, ਮੈਨੂੰ ਨਹੀਂ ਪਤਾ ਹੁਣ ਸੱਚ ਕਿ ਝੂਠ। ਉਹ ਕਹਿੰਦੇ ਮੈਂ ਤਾਂ ਯਕੀਨ ਨਾ ਕਹਿ ਸਕਦਾ ਕਿ ਮੈਂ ਸੋਚ ਵੀ ਨਹੀਂ ਸਕਦਾ ਉਦੋਂ। ਕਹਿੰਦੇ ਸੰਤ ਕਹਿੰਦੇ ਕਿ ਬੀਬੀ ਨੇ ਆਏ ਨਹੀਂ ਟਾਲਣਾ, ਇਹ ਫੌਜ ਚੜਾਊਗੀ। ਇਹ ਆ ਕਿ ਸਿਰ ਦੇ ਕੇ ਹੀ ਇਹ ਹਨੇਰੀ ਨੂੰ ਪਿੱਛੇ ਮੋੜਿਆ ਜਾ ਸਕਦਾ। ਕਹਿੰਦੇ ਮੈਂ ਕਿਹਾ ਜੀ ਇਹ ਸੰਤ ਜੀ ਇਹ ਗੱਲ ਨਹੀਂ ਇਹ ਕਰ ਸਕਦੀ, ਹਰਿਮੰਦਰ ਸਾਹਿਬ ਦੇ ਵਿੱਚ ਨਹੀਂ ਆ ਸਕਦੀ। ਕਹਿੰਦੇ ਉਹ ਕਹਿੰਦੇ ਦੇਖ ਲਿਓ ਜਥੇਦਾਰ ਜੀ, ਇਹ ਜੀ 27 ਔਰ 22 ਦੀ ਗੱਲ। ਅੱਛਾ ਬਈ ਦੂਸਰੀ ਘਟਨਾ ਇਹ ਕਿ ਜਿੰਨੇ ਵੀ ਦਮਦਮੀ ਟਕਸਾਲ ਦੇ ਬਾਬਾ ਜਰਨੈਲ ਸੋਹਣਾ ਦੇ ਨਾਲ ਸਿੰਘ ਸੀਗੇ, ਕਈ ਹੈਗੇ ਨੇ ਇੱਥੇ ਮੌਜੂਦ, ਸੰਤ 2 ਮਹਾਂਪੁਰਸ਼ਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ। ਉਹਨਾਂ 'ਚ ਉਮਰ 'ਚ ਵੀ ਵੱਡੇ ਸੀ। ਉਹਨਾਂ ਦਾ ਜਿਵੇਂ ਉਹ ਕਹਿੰਦੇ ਸੀ ਤੁਸੀਂ ਹੁਕਮ ਕਰੋ, ਜੇ ਉਹ ਵੈਸੇ ਵੀ ਗੱਲ ਕਰਦੇ। ਇੱਕ ਹਰਖਵਾਲ ਵਾਲੇ, ਇੱਕ ਨਾਨਕਸਰ ਤੋਂ ਬਾਬਾ ਕੁੰਦਨ ਸਿੰਘ।
ਬਾਬਾ ਕੁੰਨਰ ਸਿੰਘ ਉਹਨਾਂ ਦੇ ਸੇਵਾਦਾਰ ਜੀ 7 ਅਪ੍ਰੈਲ ਨੂੰ ਮੈਂ ਡੇਟਾ ਲਿਖ ਲਈਆਂ ਜੀ ਉਹਨਾਂ, ਉਹ ਤਾਂ ਕੋਈ ਵੀ ਨਹੀਂ ਰਹੇ ਹੁਣ। ਇਹ ਹੈ ਕਿ 7 ਅਪ੍ਰੈਲ ਨੂੰ ਜਦੋਂ ਅਕਾਲ ਤਖਤ ਤੇ ਗਏ ਨਾ, ਅੱਗੇ ਵੀ ਜਾਂਦੇ ਸੀ ਸੰਤਾਂ ਨੂੰ ਸਰੋਪਾ ਵਗੈਰਾ ਪ੍ਰਸ਼ਾਦ ਲੈ ਕੇ, ਜੋ ਮਰਜ਼ਾਦਾ ਉਹਨਾਂ ਦੀ ਮਹਾਂਪੁਰਸ਼ਾਂ ਦੀ ਹੁੰਦੀ ਆ, ਉਹ ਕਹਿੰਦੇ ਗਏ। ਤੇ ਜਦੋਂ ਕਹਿੰਦੇ ਸੰਤਾਂ ਨੇ ਬਾਬਾ ਜੀ ਦਾ ਹਾਲ ਚਾਲ ਪੁੱਛਿਆ ਤੇ ਉਹ ਮੂਹਰੇ ਕੋਈ ਉਹਨਾਂ ਦੇ ਭਜਨ ਸਿੰਘ ਹੋਣੀ ਬੋਲਣ ਲੱਗੇ। ਉਹ ਕਹਿੰਦੇ ਭਜਨ ਸਿੰਘ ਅੱਜ ਮੈਨੂੰ ਕੋਈ ਗੱਲ ਨਾ ਦੱਸੀ, ਹਨੇਰੀ ਚੜੀ ਆਉਂਦੀ ਆ ਤੇ ਸਿਰ ਦਿੱਤਿਆਂ ਹਨੇਰੀ ਨਹੀਂ ਰੁਕਣੀ। ਇਹ ਅਪ੍ਰੈਲ ਦੀ ਗੱਲ ਹੈ ਬਾਈ ਜੀ, ਅਪ੍ਰੈਲ ਦੇ ਪਹਿਲੇ ਵੀ। ਠੀਕ ਹੈ। ਇਹ ਆ ਕਿ ਵਾਕਿਆ ਹੀ ਉਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਸੰਤਾਂ ਨੂੰ ਪਹਿਲਾਂ ਹੀ ਗਿਆਨ ਸੀ। ਸ਼ਾਇਦ ਇੰਦਰਾ ਗਾਂਧੀ ਨੂੰ ਤਾਂ ਹਜੇ ਸੋਚਿਆ ਵੀ ਹੁਣ ਨਹੀਂ ਹੋਣਾ, ਜਾਂ ਇਹ ਆ ਕਿ 50-50 ਸੋਚਦੀ ਸੀ, ਢਾ ਦਿੰਦੀ ਸੀ, ਪਰ ਉਹਨਾਂ ਨੂੰ ਪਤਾ ਸੀ ਕਿ ਹਨੇਰੀ ਰੁਕਣੀ ਨਹੀਂ ਗੀ, ਇਹਦੇ ਸਿਰ ਦੇ ਉੱਤੇ ਹੀ ਜਾਣੀ। ਬਸ ਇੰਨਾ ਹੀ ਸੀ। ਠੀਕ ਹੈ, ਧੰਨਵਾਦ। ਦਿਓਲ ਸਾਹਿਬ, ਲਾਈਨ ਨੰਬਰ 4। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਦੇਖੋ, ਤੁਸੀਂ ਜਿਹੜਾ ਦੋਨੋਂ ਨੁਕਤੇ ਤੋਂ ਮੈਂ ਥੋੜੀ ਗੱਲ ਸੁਣਾ ਵੀ ਇੱਕ ਤਾਂ ਹੈਗਾ ਤੁਸੀਂ ਕਿੱਦਾਂ, ਦੇਖੋ ਮੈਂ ਤਾਂ ਬੜਾ ਛੋਟਾ ਜਿਹਾ 7-8 ਸਾਲ ਦੀ 8-9 ਸਾਲ ਦੀ ਉਮਰ ਹੋਣੀ, ਤੇ ਪਲੱਸ ਯਕੀਨ ਮੰਨੋ ਵੀ ਸਾਨੂੰ ਤਾਂ 7-8 ਜਦੋਂ ਮਨਪ੍ਰੀਤ ਦੀ PPP ਦਾ ਰੌਲਾ ਪਿਆ ਜਦੋਂ ਨਾ ਪੰਜਾਬ ਦੇ ਵਿੱਚ, ਉਹ ਤੋਂ ਪਹਿਲਾਂ ਤਾਂ ਸਾਨੂੰ ਕੁਛ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੁੰਦਾ ਹੈਗਾ ਵੀ ਜਿੱਦਾਂ ਇੱਕ ਚਲੋ ਪਰਿਵਾਰ ਧਾਰਮਿਕ ਤੌਰ ਤੇ ਹੁੰਦਾ ਆ, ਸਾਡੇ ਆਪਣੇ ਪਰਿਵਾਰਾਂ 'ਚ ਹੁੰਦੇ ਆ, ਆਪਣੇ ਮਾਂ ਪਿਓ ਉਹ ਮੰਨਦੇ ਆ, ਅਸੀਂ ਵੀ ਉਸੇ ਤਰੀਕੇ ਨਾਲ ਵੀ ਸਿੱਖ ਪਰਿਵਾਰ 'ਚ ਜਨਮ ਹੋਇਆ ਕਰਕੇ ਮੰਨਦੇ ਆ ਵੀ, ਪਰ ਇਹ ਚੀਜ਼ਾਂ ਨਹੀਂ ਪਤਾ ਹੁੰਦਾ ਸੀਗੇ ਵੀ ਮੇਰੀ ਪੀਰੀ ਕੀ ਆ, ਸਾਡਾ ਸਿਧਾਂਤ ਕੀ ਆ, ਵੀ ਸ਼ਾਸਤਰ ਦਾ ਸਾਡੇ ਨਾਲ ਕੀ। ਕਦੇ ਦਰਬਾਰ ਸਾਹਿਬ ਗਏ, ਅਕਾਲ ਤਖਤ ਬਾਰੇ ਕੋਈ ਪਤਾ ਨਹੀਂ ਹੁੰਦਾ ਵੀ ਕੀ ਚੀਜ਼ ਆ ਇਹ। ਮੰਨ ਲਓ ਇੱਦਾਂ ਪਤਾ ਹੈਗਾ ਦਰਬਾਰ ਸਾਹਿਬ ਤੇ ਹਮਲਾ ਹੋਇਆ, ਨਾ ਇਹ ਪਤਾ ਹੈਗਾ ਵੀ ਰਾਮਗੜੀਏ ਬੁੰਗੇ ਦੇ ਵਿੱਚ ਤਖਤ ਪਿਆ ਦਿੱਲੀ ਦਾ ਲਿਆਂਦਾ, ਮੰਨ ਲਓ ਬਹੁਤ ਸਾਰੀਆਂ। ਉਸ ਤੋਂ ਬਾਅਦ ਇੱਕ ਘਟਨਾ ਵਾਪਰੀ ਵੀ ਜਦੋਂ ਪੰਜਾਬ ਦੀਆਂ ਸਮੱਸਿਆਵਾਂ ਮਨਪ੍ਰੀਤ ਤੋਂ ਬਾਅਦ ਕੋਈ ਹੱਲ ਨਹੀਂ ਦਿਸਿਆ, ਫਿਰ ਕੇਜਰੀਵਾਲ ਦਾ ਆ ਗਿਆ, ਫਿਰ ਹੌਲੀ ਹੌਲੀ ਉਸ ਪਾਣੀਆਂ ਤੋਂ ਗੱਲ ਸ਼ੁਰੂ ਹੋਈ, ਕਰਦੇ ਕਰਦੇ ਫਿਰ ਤੁਸੀਂ ਮੰਨ ਲਓ ਪਿੱਛੇ ਨੂੰ ਤੁਰ ਪੈਂਦੇ ਆ, ਮਤਲਬ ਛੋਟੀ ਜਿਹੀ ਘਟਨਾ ਤੋਂ ਹੁਣ ਕਰਦੇ ਕਰਦੇ ਤੁਸੀਂ ਦੇਖੋ ਵੀ ਸਾਰੀ ਆਪਣਾ ਯਕੀਨ ਰੱਬ ਦੀ ਕਿਰਪਾ ਨਾਲ ਆਪਣਾ ਸਾਰਾ 18ਵੀਂ ਸਦੀ ਦਾ ਇਤਿਹਾਸ ਮੂੰਹ ਜਵਾਨੀ ਚੇਤੇ ਆ, ਤੇ ਗੁਰੂ ਕਾਲ ਦਾ ਫਿਰ ਸਾਰਾ ਭਾਰਤ ਦਾ, ਤੇ ਹੁਣ ਦੁਨੀਆ ਦੀਆਂ ਸਮੱਸਿਆਵਾਂ ਵੀ ਘੱਟੋ ਘੱਟ ਹੁਣ ਮੇਰਾ ਇਹ ਕਹਿਣ ਦਾ ਮਤਲਬ ਵੀ ਕੋਈ ਇਹਦੇ ਨਾਲ ਜਾਣਕਾਰੀ ਨਾਲ ਕੋਈ ਬਾਹਲਾ ਬੰਦਾ ਹਉਮੈ ਨਹੀਂ ਹੁੰਦੀ ਵੀ ਕਹਿਣ ਤੋਂ ਬਾਅਦ ਤੁਹਾਨੂੰ ਇੱਕ ਵੱਡੇ ਵਰਤਾਰੇ 'ਚ ਚੀਜ਼ਾਂ ਸਮਝ ਆਉਣ ਲੱਗ ਪਈਆਂ ਵੀ ਕੰਪੈਰੀਜ਼ਨ ਕਰਕੇ ਵੀ ਅਸਲ 'ਚ ਸਮੱਸਿਆ ਕੀ ਆ। ਮੇਰਾ ਕਹਿਣ ਦਾ ਭਾਵ ਇਹ ਹੈ ਨਾ। ਤੇ ਮੈਂ ਹੁਣ ਅੱਜ ਦੀ ਸਿੱਖ ਮਾਨਸਿਕਤਾ ਨੂੰ ਬੇਨਤੀ ਕਰਦਾ ਹਾਂ, ਖਾਸ ਕਰਕੇ ਜਦੋਂ ਦੂਜੇ ਸਕਾਲਰ ਆਉਂਦੇ ਸਟੇਟ ਦੇ, ਚਲੋ ਮੈਂ ਨਹੀਂ ਕਹਿੰਦਾ ਹਰ ਇੱਕ ਦਾ ਹੱਕ ਹੈ, ਅੱਗੇ ਵੀ ਕਹਿੰਦਾ ਜਿੱਥੇ ਜਿਹਨੇ ਖੜ ਕੇ, ਪਰ ਤੁਸੀਂ ਸਟੇਟ ਦੀ ਹੱਕ ਗੱਲ ਸਟੇਟ ਦੀ ਕਰੋ। ਤੁਸੀਂ ਸਿੱਖ ਸਕਾਲਰ ਬਣ ਕੇ ਕਿਉਂ ਗੱਲ ਕਰਨ ਲੱਗ ਪੈਂਦੇ ਆ? ਤੁਸੀਂ ਇਹ ਕਿਉਂ ਕਹਿੰਦੇ ਆ ਵੀ ਹਥਿਆਰ ਜਿਹਨੇ ਦਰਬਾਰ ਸਾਹਿਬ 'ਚ ਰੱਖਿਆ ਆ ਤੇ ਉਹ ਗਲਤ ਹੈ, ਇੱਕ ਸਟੇਟ ਹਥਿਆਰ ਲੈ ਕੇ ਉਹਨੂੰ ਜਾਇਜ਼ ਕਹਿੰਦੇ ਆ? ਜੇ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਸਿੱਖ ਮਾਨਸਿਕਤਾ ਤੁਹਾਡੀ ਜਾਂ ਧੋਖੇਬਾਜ਼ ਹੋ ਗਏ ਆ ਜਾਂ ਤੁਸੀਂ ਨਸਲਕੁਸ਼ੀ ਤੁਹਾਡੀ ਹੋ ਚੁੱਕੀ ਹੈ, ਤੁਹਾਡੀ ਸਮੱਸਿਆ ਹੋ ਸਕਦੀ, ਕਿਉਂਕਿ ਇਦਾਂ ਦੇ ਝੂਠ ਦਾ ਹੁਣ ਰੱਬ ਦੀ ਕਿਰਪਾ ਨਾਲ 5-7 ਮਿੰਟ ਬਾਹਲੇ ਨਹੀਂ ਲੱਗਦੇ ਇਦਾਂ ਦੇ ਝੂਠ ਦਾ, ਜੇ ਮੂਹਰੇ ਚੱਜ ਦੇ ਸਵਾਲ ਕਰਨ ਵਾਲਾ ਬੰਦਾ ਹੋਵੇ ਲਾਉਣਾ, ਕਿਉਂਕਿ ਉਹ ਉਦਾਂ ਦੇ ਬੰਦਿਆਂ ਕੋਲ ਆਉਂਦੇ। ਤੇ ਮੈਂ ਇਹ ਕਹਿੰਦਾ ਵੀ ਹਰ ਇੱਕ ਸਿੱਖ ਨੂੰ ਇਹ ਸੋਚਣਾ ਚਾਹੀਦਾ ਵੀ ਸਾਡੇ ਅੱਜ ਵੀ ਪਰਿਵਾਰਾਂ 'ਚ ਬਜ਼ੁਰਗ ਇਹੀ ਸੋਚਦੇ ਵੀ ਅਸੀਂ ਸਿਰਫ ਇੱਕ ਧਾਰਮਿਕ ਕਲਾਸ ਆ, ਕਿਉਂਕਿ ਮੈਂ ਕਹਿੰਦਾ ਵੀ ਹਰ ਇੱਕ ਸਿੱਖ ਨੂੰ ਸਾਡੇ ਗੁਰਦੁਆਰਾ ਸਾਹਿਬ, ਸਾਡੇ ਕਿਲੇ ਵੀ ਆ, ਸਾਡੇ ਰਾਜਨੀਤਿਕ, ਸਾਡੇ ਮੋਰਚੇ ਵੀ ਆ, ਸਾਡੇ ਜੰਗਾਂ ਯੁੱਧਾਂ ਦੇ ਮੈਦਾਨ ਆ। ਇਹ ਅਸੀਂ ਇਹਨੂੰ ਇਕੱਲਾ ਧਾਰਮਿਕ ਬਿਰਤੀ ਤੋਂ ਨਾ ਸੋਚੀ ਜਾਈਏ। ਇਹ ਇਸ ਤਰੀਕੇ ਨਾਲ ਵੀ ਗੁਰਦੁਆਰਾ ਸਾਹਿਬ ਕੰਪਲੀਟ ਰੂਪ ਦੇ ਵਿੱਚ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ, ਜੋ ਸਹਿਜੇ ਰਚੋ ਖਾਲਸਾ ਵਾਂਗ ਵੀ ਹੌਲੀ ਹੌਲੀ ਗੁਰੂ ਅਰਜਨ ਪਾਤਸ਼ਾਹ ਵੱਲੋਂ ਗੁਰੂ ਨਾਨਕ ਪਾਤਸ਼ਾਹ ਤੋਂ ਕਿੱਦਾਂ ਉਹਦੀ ਇਹ ਚੀਜ਼ਾਂ ਸਾਡੀ ਮਾਨਸਿਕਤਾ, ਜੇ ਅਸੀਂ ਇਹ ਚੀਜ਼ਾਂ ਸਮਝਾਂਗੇ ਫੇਰ ਸਾਡੇ ਮੇਰੇ ਖਿਆਲ ਨਾਲ ਸਾਰੀਆਂ ਸਮੱਸਿਆਵਾਂ ਦੇ ਸਾਨੂੰ ਸਮਝ ਆਉਣ ਲੱਗਣੀ ਆ। ਜੇ ਅਸੀਂ ਇਹਨੂੰ ਇਕੱਲਾ ਧਾਰਮਿਕ ਸਮਝੀ ਗਏ ਵੀ ਜਿੱਦਾਂ ਵੈਟੀਕਨ ਸਿਟੀ ਆ, ਮੱਕਾ ਆ ਜਾਂ ਹੋਰ ਆ, ਵੀ ਉਹਨਾਂ ਦਾ ਇੱਦਾਂ ਨਹੀਂ ਹੈਗਾ। ਤੇ ਸਾਡਾ ਇਹ ਇਸੇ ਤਰ੍ਹਾਂ, ਕਿਉਂਕਿ ਸਾਡੀ ਕੋਈ ਵੀ ਲੜਾਈ ਆ ਇਤਿਹਾਸ ਦੀ ਅਕਾਲ ਤਖਤ ਸਾਹਿਬ ਤੋਂ ਅਲੱਗ ਹੋ ਕੇ ਨਹੀਂ ਲੜੀ ਗਈ। ਜੇ ਜੱਸਾ ਸਿੰਘ ਆਹਲੂਵਾਲੀ, ਉਹ ਸਾਰੀਆਂ ਅਕਾਲ ਤਖਤ ਸਾਹਿਬ ਤੋਂ ਹੀ ਸ਼ਕਤੀ ਲੈਂਦੀਆਂ ਰਹੀਆਂ। ਅਕਾਲੀ ਫੂਲਾ ਸਿੰਘ ਹੋਣੀ ਲੜੀਆਂ, ਉਹ ਅਕਾਲ ਤਖਤ ਸਾਹਿਬ ਤੋਂ ਹੀ ਸਾਰੀਆਂ ਸ਼ਕਤੀਆਂ ਲੈ ਕੇ। ਇੱਕ ਮੈਂ ਲਾਸਟ ਗੱਲ ਦੱਸਦਾ, ਉਹ ਇਹਨਾਂ ਦੀ ਕਿਤਾਬ ਜਿਹੜੀ ਜਾਂਵਾ ਜਰਾਖਾ AR ਦਰਸ਼ੀ ਹੋਣਾ ਦੀ ਆ, ਉਹ ਵੀ ਇੰਡੀਅਨ ਮਤਲਬ IPS ਰਹੇ ਆ, ਉਹਨਾਂ ਨੇ 107 ਨੰਬਰ ਪੇਜ ਤੇ ਲਿਖਿਆ। ਉਹ ਕਹਿੰਦੇ ਵੀ ਜੇ ਇਹ ਜਿਹੜੀ ਫੌਜ ਸੀਗੀ, ਮੰਨ ਲਓ ਭਾਰਤੀ ਫੌਜ ਦੇ ਜਿਹੜੀ ਧਰਮ ਯੁੱਧ ਹੋਇਆ, ਜੰਗ ਲੱਗੀ, ਜੇ ਕਹਿੰਦੇ ਸੰਤਾਂ ਦੀ ਫੌਜ ਦੇ ਕੋਲ ਇਹੋ ਜਿਹੇ ਹਥਿਆਰ ਹੁੰਦੇ, ਥੋੜੇ ਬਹੁਤ ਟੈਂਕ ਹੁੰਦੇ, ਤੇ ਕਹਿੰਦੇ ਇਸ ਮੰਨ ਲਓ ਜਿਹੜੀ ਸਿੰਘਾਂ ਦੀ ਫੌਜ ਹੈਗੀ, ਇਹਨਾਂ ਨੇ ਇਹਨਾਂ ਨੂੰ ਯਮਨਾ ਪਾਰ ਕਰਾ ਕੇ ਆਉਣਾ ਸੀਗਾ। ਮਤਲਬ ਉਹ ਉਹਨਾਂ ਦਾ ਕਹਿਣਾ, ਉਹ ਵੀ ਸਟੇਟ ਦੇ ਮੰਨ ਲਓ ਵਿੱਚ ਪੜ੍ਹ ਕੇ ਹੀ, ਕਿਉਂਕਿ ਇੱਕ ਮਾਨਸਿਕਤਾ ਹੁੰਦੀ ਤੁਹਾਡੀ, ਉਹ ਮੈਂ ਕਹਿੰਦਾ ਵੀ ਉਹ ਕਿਤਾਬ ਪੜ੍ਹਨੀ ਚਾਹੀਦੀ, ਖਾਸ ਕਰਕੇ ਉਹ ਵਿਦਵਾਨ ਜਿਹੜੇ ਉਹਨਾਂ ਦੇ ਵਿੱਚ ਰਹਿ ਕੇ ਇੱਕ ਉਹਨਾਂ ਦਾ ਅਜਨੀਸ਼ ਚੰਦਰ, ਪਤਾ ਨਹੀਂ ਕੀ ਆ, ਰਨੀਸ਼ ਚੰਦਰ ਆ, ਜਿਹੜੇ ਦੂਰਦਰਸ਼ਨ ਦੇ, ਉਹਨਾਂ ਨੇ ਵੀ ਹੁਣ ਕਿਤਾਬ ਰਾਹੀ ਸਾਹਿਬ ਨੇ ਲਾਂਚ ਕੀਤੀ ਆ, ਉਹ ਵੀ ਪੜ੍ਹੋ। ਕਿਉਂਕਿ ਸਟੇਟ ਦੇ ਸਕਾਲਰ ਜਿਨ੍ਹਾਂ ਦੀ ਸਿੱਖ ਮਾਨਸਿਕਤਾ ਮਰ ਚੁੱਕੀ ਹੈ, ਇਹਨਾਂ ਨੂੰ ਤਾਂ ਇਹ ਉਦਾਂ ਦੇ ਬੰਦਿਆਂ ਕੋਲ ਆਉਂਦੇ ਆ। ਸਾਡੇ ਵਰਗਿਆਂ ਤੋਂ ਮੰਨ ਲਓ ਲੈਂਦੇ ਵੀ ਨਹੀਂ, ਡਰਦੇ ਵੀ ਮੁੜ ਕੇ ਇਹਨਾਂ ਦੇ ਕੋਲ ਖਿਲਾਰਾ ਪੈ ਜਾਣਾ ਆ। ਤੇ ਮੈਂ ਕਹਿੰਦਾ ਚਲੋ ਠੀਕ ਹੈ, ਹਰ ਇੱਕ ਦਾ ਸਤਿਕਾਰ ਆ, ਪਰ ਹੁਣ ਉਹਨਾਂ ਸਕਾਲਰਾਂ ਨੂੰ, ਸਟੇਟ ਦਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਵੀ ਆਪਣੀ ਇੱਕ ਮਰਿਆਦਾ 'ਚ ਰਹਿ ਕੇ ਗੱਲ ਕਰਿਆ ਕਰਨ। ਜੇ ਨਹੀਂ ਆਪਣੀ ਵਿਆਖਿਆ ਕਰਨੀ, ਦੂਜੇ ਦੀ ਵਿਆਖਿਆ ਨਾ ਕਰਿਆ ਕਰਨ, ਹਰ ਇੱਕ ਦਾ ਸਤਿਕਾਰ ਕਰਨ। ਧੰਨਵਾਦ ਜੀ। ਬਿਲਕੁਲ, ਧੰਨਵਾਦ ਜੀ।
ਜੱਠਾ ਆਪਰੇਸ਼ਨ ਬਲੂ ਸਟਾਰ ਜਗਦੀਸ਼ ਚੰਦਰ, ਇਹ ਰਾਜਵਿੰਦਰ ਸਿੰਘ ਰਾਹੀ ਉਹਨਾਂ ਨੇ ਕਿਤਾਬ ਛਾਪ ਦਿੱਤੀ ਹੈ। ਕਿਸੇ ਨੇ ਨਹੀਂ ਉਹਨਾਂ ਨੇ ਛਾਪੀ। ਦੂਰਦਰਸ਼ਨ ਦੇ ਵਿੱਚ ਉਹ ਇੱਕ ਫੋਟੋਗ੍ਰਾਫਰ ਦੇ ਤੌਰ ਤੇ ਕੰਮ ਕਰਦੇ ਸੀ। ਜਦ ਉਹਨਾਂ ਨੂੰ ਮਿਲਟਰੀ ਲੈ ਕੇ ਗਈ ਬਈ ਤੁਸੀਂ ਇੱਕ ਵੀਡੀਓ ਬਣਾਉਣੀ ਹੈ, ਫਿਰ ਡਿਮੈਲੋ ਲਿਆਂਦਾ, ਜਿਹੜਾ ਡਿਮੈਲੋ ਬਹੁਤ ਤਜਰਬੇਕਾਰ ਇਹੀ ਕੰਮ ਤੇ ਉਹਨੇ ਸਾਰੀ ਜ਼ਿੰਦਗੀ ਫੋਟੋਗ੍ਰਾਫੀ ਕੀਤੀ ਹੈ ਕਿ ਹਾਦਸਿਆਂ ਨੂੰ ਕਿਵੇਂ ਦਿਖਾਉਣਾ ਜਾਂ ਹਾਦਸਿਆਂ ਨੂੰ ਕਿਵੇਂ ਲੁਕਾਉਣਾ। ਸਾਰੀ ਜਿਹੜੀ 6 ਜੂਨ ਦੀ ਸਵੇਰ ਨੂੰ ਕੀਰਤਨ ਕਰਦਾ ਉਹਨਾਂ ਨੇ ਦਿਖਾਇਆ। ਉਹਦੇ ਵਿੱਚ ਦਰਬਾਰ ਸਾਹਿਬ ਦੇ ਉਹ ਪੋਜਾਂ ਤੋਂ ਉਹਨੇ ਵੀਡੀਓਗ੍ਰਾਫੀ ਕੀਤੀ ਆ ਜਿਹਦੇ ਚ ਲੱਗੇ ਕੋਈ ਨੁਕਸਾਨ ਹੀ ਨਹੀਂ ਹੋਇਆ। ਤੇ 8 ਜੂਨ ਨੂੰ ਉਹ ਕਹਿੰਦੇ ਜਿਹੜਾ ਜੈਲ ਸਿੰਘ ਤੇ ਗੋਲੀ ਚੱਲੀ ਆ, ਇਹ ਚੱਲੀ ਆ, ਉਹ ਵੀ ਉਹਦੀਆਂ ਸਭ ਗੱਲਾਂ ਸੀ, ਇਹ ਪੋਸੀਬਿਲਿਟੀ ਨਹੀਂ ਸੀ। ਮੇਜਰ ਸਿੰਘ ਨਾਗੋਂ ਕੇ ਸ਼ਹੀਦ 8 ਜੂਨ ਨੂੰ ਬਿਲਕੁਲ ਹੋਇਆ, ਪਰ ਜੇ ਤੁਸੀਂ ਕਹੋ ਵੀ ਉਹਨਾਂ ਨੇ ਜੈਲ ਸਿੰਘ ਤੇ ਗੋਲੀ ਬੁੰਗੇ ਦੇ ਭੋਰੇ ਚ ਚਲਾਈ ਆ, ਇਹ ਪੋਸੀਬਿਲਿਟੀ ਨਹੀਂ। ਜਿਹੜੀ ਚੀਜ਼ ਨਹੀਂ ਹੋਈ ਉਹ ਨਹੀਂ ਹੋਈ। ਆਖਰੀ ਕਾਲਰ ਇਸ ਵਿਸ਼ੇ ਤੇ ਫਿਰ ਮੈਂ ਤੁਹਾਨੂੰ ਅੱਜ ਦੇ ਨਵੇਂ ਗੀਤ ਜਿਹੜੇ ਨੇ ਉਹ ਗਾਏ ਹੋਏ ਉਹ ਸੁਣਾਉਣਾ ਚਾਹੁੰਦਾ। ਸ਼ਾਸਤਰਾਂ ਨੂੰ ਚੁੱਕਣ ਦਾ ਇੱਕ ਨਿਯਤ ਵੇਲਾ ਹੈ, ਸ਼ਸਤਰਾਂ ਨੂੰ ਚੁੱਕਣ ਦੀ ਇੱਕ ਨਿਯਤ ਮਰਿਆਦਾ ਹੈ, ਸ਼ਸਤਰਾਂ ਨੂੰ ਚੁੱਕਣ ਦੀ ਇੱਕ ਅਦਾ ਹੈ, ਇੱਕ ਅੰਦਾਜ਼ ਹੈ। ਸਾਧ ਹੱਥਾਂ ਵਿੱਚ ਆ ਕੇ ਸ਼ਸਤਰ ਦੀਆਂ ਗਲਾਈਆਂ, ਲੰਬਾਈਆਂ, ਉਚਾਈਆਂ ਤੇ ਕਟਾਈਆਂ ਦੀ ਅੰਦਰਲੀ ਆਭਾ ਨਵੇਂ ਅਤੇ ਵਿਲੱਖਣ ਸਿਰੇ ਤੋਂ ਲਿਸ਼ਕ ਉੱਠਦੀ ਹੈ। ਸਾਧ ਹੱਥਾਂ ਵਿੱਚ ਆ ਕੇ ਸ਼ਸਤਰ ਕਿਰਪਾ ਵਰਤਾਉਂਦੇ ਨੇ ਅਤੇ ਤੀਰਾਂ ਤੇਗਾਂ ਦੀ ਮਾਰਫਤ ਆਕਾਸ਼ ਦੀ ਨਿਰਮਲਤਾ ਦੇ ਉੱਤੇ ਇੱਕ ਉੱਚੇ ਖੇੜੇ ਦਾ ਦੀਵਾਨ ਲੱਗਦਾ ਹੈ। ਸ਼ਸਤਰਾਂ ਦੀ ਇੱਕ ਐਸੀ ਅਦਭੁਤ ਕਿਰਿਆ ਜੂਨ 1984 ਨੂੰ ਅੰਮ੍ਰਿਤ ਸਰੋਵਰ ਦੇ ਬ੍ਰਹਮ ਸੰਯੁਕਤ ਪਾਣੀਆਂ ਵਿੱਚ ਰੂਪਮਾਨ ਹੋਈ, ਜਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਦੁੱਤੀ ਪਰੰਪਰਾ ਅਨੁਸਾਰ ਚੱਲਦਿਆਂ ਤੀਰਾਂ ਦੇ ਪੂਰੇਪਣ ਦੀ ਅਡੋਲ ਮਿੱਥਿਆ ਇੱਕ ਵਾਰ ਫੇਰ ਤੋਂ ਦੁਹਰਾਈ ਗਈ। ਸ਼ਸਤਰ ਸਰੂਪ ਤੀਰ ਸੰਪੂਰਨ ਹੋ ਗਏ, ਅਭੇਦ ਹੋ ਗਏ। ਤੇ ਉਹ ਮੁੰਡੇ ਇਹ ਹਰਮਨਜੀਤ ਨੇ ਲਿਖਿਆ, ਤੇ ਹਰਮਨਜੀਤ ਦਾ ਲਿਖਿਆ ਤੇ ਮਨਪ੍ਰੀਤ ਦਾ ਗਾਇਆ ਗੀਤ ਤੁਹਾਡੇ ਸਨਮੁਖ। ਧੰਨਵਾਦ ਸਾਰਿਆਂ ਦਾ। ਆਸ ਹੈ ਕਿ 5 ਦਿਨ ਸਾਹਿਬ ਦੀ ਉਸਤਤ ਦੇ ਵਿੱਚ ਉਹਨਾਂ ਯੋਧਿਆਂ ਦੀ ਯਾਦ ਦੇ ਵਿੱਚ ਆਪਾਂ ਕੋਸ਼ਿਸ਼ ਕੀਤੀ ਵਧੀਆ ਬਿਤਾਏ, ਤੇ ਸੋਮਵਾਰ ਨੂੰ ਨਾਰਮਲ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਏਗੀ, ਹੋਰ ਗੱਲਾਂ ਬਾਤਾਂ ਹੋਏਗੀਆਂ। ਇਹਨਾਂ ਦੀ ਵੀ ਗੱਲ 365 ਦਿਨੇ ਚੱਲਦੀ ਆ ਨਾਲ ਕੌਮ ਦੇ ਉਸ ਮਹਾਨ ਯੋਧੇ ਕਹਿਣੀ ਤੇ ਕਰਨੀ ਦੇ ਸੂਰੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਗੱਲ ਹਰ ਰੋਜ਼ ਚੱਲਦੀ ਹੈ, ਇਹਨਾਂ 5 ਦਿਨਾਂ 'ਚ ਨਹੀਂ ਚੱਲਦੀ। ਅਖੀਰ 'ਚ ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਸੀ। ਰੱਬ ਰੱਖਾ, ਗੁਰੂ ਕਿਰਪਾ ਰੱਖੇ, ਅਸੀਂ ਇਕੱਠੇ ਰਹੀਏ।